ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਪ੍ਰੋਗਰਾਮ ਇਸ ਪ੍ਰਾਈਮ ਫੋਕਸ ਦੇ ਵਿੱਚ ਖਬਰਾਂ 'ਚ ਜੋ ਕੁਝ ਵੀ ਹੋਇਆ ਹੁੰਦਾ ਆਪ ਜੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਤੇ ਕਰਦੇ ਹਾਂ। ਨਾਲ ਆਪਾਂ ਨੂੰ ਇਹ ਹੁੰਦਾ ਕਿ ਵੀ ਜੋ ਕੁਝ ਆਪਣੇ ਇੱਧਰ ਉੱਧਰ ਵਾਪਰਦਾ, ਯਾਨੀ ਕਿ ਆਪਣਾ ਜੋ ਆਚਾਰ ਵਿਹਾਰ ਆ ਉਹਦੇ 'ਚ ਵੀ ਆਪਾਂ ਨੂੰ ਕੁਝ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ। ਤੇ ਨਾਲ ਵੀਰ ਪਰਮਵੀਰ ਬਾਠ ਹੋਰੀ ਇਹਨਾਂ ਨਾਲ ਵੀ ਗੱਲਬਾਤ ਕਰ ਲਈਦੀ ਹੈ। ਕੀ ਹਾਲ ਬਾਠ ਸਾਹਿਬ? ਚੜ੍ਹਦੀ ਕਲਾ ਸੰਧਾਲੀਆ ਸਭ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਵਧੀਆ ਮਹਾਰਾਜ, ਬੜੀ ਅੱਜ ਅੱਧੀਆਂ ਬਾਹਾਂ ਦੀ ਪਾਈ ਆ। ਮੈਂ ਤੇ ਰੋਜ਼ ਹੀ ਪਾਉਣਾ, ਨਜ਼ਰ ਹੀ ਤੁਹਾਡੀ ਅੱਜ ਪਈ। ਇੱਥੋਂ ਪਤਾ ਲੱਗਦਾ ਵੀ ਬੰਦਾ ਇੰਨੇ ਦਿਨਾਂ ਦੇ ਸਫ਼ਰ ਤੋਂ ਭੰਨਿਆ, ਅੱਜ ਥੋੜਾ ਪ੍ਰੈਜ਼ੈਂਟ ਹੋਇਆ। ਅੱਜ ਆਪਣਾ ਲੱਗਦਾ। ਅੱਜ ਥੋੜਾ ਜਿਹਾ ਮਤਲਬ ਚਾਹ ਚੂਣ ਪੀਤੀ ਹੈ, ਥੋੜੀ ਨੀਂਦ ਟਾਈਮ ਨਾਲ ਲਈ ਏ। ਅੱਜ ਥੋੜਾ ਆਲਾ ਦੁਆਲਾ ਜਿਹਾ ਦੇਖਿਆ ਵੀ ਨਹੀਂ ਯਾਰ ਬੰਦੇ ਤੇ ਉਹੀ ਇੱਥੇ ਵੱਸਦੇ ਨੇ। ਵੀ ਹੈਗੇ ਆ ਯਾਰ ਅਜੇ। ਨਹੀਂ ਠੀਕ ਹੈ ਗੱਲ। ਮੈਂ ਗੱਲ ਕਰਦਾ ਹੈ ਕਿ ਵੀ ਆਪਾਂ ਜਿੱਦਾਂ ਚਲੋ ਖਬਰਾਂ ਵਾਲੀ ਗੱਲ ਤਾਂ ਰੋਜ਼ ਕਰ ਹੀ ਲਈਦੀ, ਉਹਦੇ ਨਾਲ ਜਿਹੜੀ ਜੋ ਕੁਛ ਆਪਣੇ ਆਸੇ ਪਾਸੇ ਹੁੰਦਾ ਉਹਦਾ ਖਿਆਲ ਰੱਖਣ ਦੀ ਗੱਲ। ਮੈਂ ਇੱਕ ਗੱਲ ਸੋਚਦਾ ਸੀ, ਇੱਕ ਨਾ ਬੜੀ ਹੌਲੀ ਹੌਲੀ ਹੁਣ ਇਹ ਡਿਬੇਟ ਦਾ ਵਿਸ਼ਾ ਬਣਨ ਲੱਗ ਪਈ ਗੱਲ। ਉਹ ਡਿਬੇਟ ਦਾ ਵਿਸ਼ਾ ਇਹ ਬਣਨ ਲੱਗ ਪਈ ਕਿ ਜਿਹੜਾ ਪੰਜਾਬੀ ਸੁਭਾਅ ਆ, ਕੀ ਉਹ ਗੁਸੈਲ ਸੁਭਾਅ ਬਣਦਾ ਜਾਂਦਾ ਵੀ ਹਰੇਕ ਚੀਜ਼ ਦੇ ਉੱਪਰ ਜੇ ਕੋਈ ਤੁਹਾਡੇ ਨਾਲ ਸਹਿਮਤ ਨਹੀਂ, ਜਾਂ ਮੰਨ ਲਓ ਤੁਸੀਂ ਕਿਸੇ ਤੋਂ ਵੱਖ ਵਿਚਾਰ ਰੱਖਦੇ ਆ ਜਾਂ ਕੋਈ ਤੁਹਾਡੇ ਤੋਂ ਵੱਖ ਵਿਚਾਰ ਰੱਖਦਾ, ਅਤੇ ਤੁਸੀਂ ਬਜਾਏ ਇਹਦੇ ਕਿ ਉਹਦੇ ਨਾਲ ਡਿਬੇਟ ਕਰੋ ਜਾਂ ਉਹਦੀ ਗੱਲ ਦੇ ਨਾਲ ਆਪਣਾ ਕੋਈ ਤਰਕ ਵਿਤਰਕ ਕਰੋ, ਜਾਂ ਜੇ ਅਗਲੇ ਲੱਗਦਾ ਵੀ ਅਗਲੇ ਦੀ ਗੱਲ 'ਚ ਤਰਕ ਹੈਗਾ ਤਾਂ ਤੁਸੀਂ ਮੰਨ ਜਾਓ, ਉਹਦੀ ਬਜਾਏ ਆਪਾਂ ਗਾਲਮੰਦੇ 'ਤੇ, ਲੜਾਈ ਝਗੜੇ 'ਤੇ, ਕਤਲੋਗਾਰਤ 'ਤੇ ਜਾਣ ਲੱਗ ਪਏ ਹਾਂ। ਇਹ ਇੱਕ ਡਿਬੇਟ ਦਾ ਵਿਸ਼ਾ ਬਣ ਗਿਆ। ਸੰਧਾਲੀਆ ਸਭ ਤਰਕ ਤੇ ਧਾਰਨਾ ਤੋਂ ਵੱਖਰੀਆਂ ਚੀਜ਼ਾਂ। ਪੰਜਾਬੀ ਬੜੇ ਸਿਆਣੇ ਨੇ, ਬਹੁਤ ਵਿਦਵਾਨ ਸੱਜਣ ਐਕਸਪਰਟ ਨੇ। ਪੰਜਾਬੀਆਂ ਦੀ ਮਿਹਨਤ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਕਿੰਤੂ ਪਰੰਤੂ ਨਹੀਂ। ਤੁਸੀਂ ਜ਼ੋਖਮ ਬੜਾ ਲੈਂਦੇ, ਰਿਸਕੀ ਬੰਦੇ ਨੇ ਕਿ ਰਿਸਕ ਲੈ ਲਓ ਭਾਈ, ਦੇਖਦੇ ਆ। ਪਰ ਸਾਡੇ ਕੋਲ ਤਰਕ ਦੀ ਬੜੀ ਘਾਟ ਹੈ, ਇਹ ਗੱਲ ਤਾਂ ਮੰਨਣੀ ਪਊਗੀ ਨਾ। ਸਾਨੂੰ ਕਈ ਵਾਰੀ ਸਮਝ ਹੀ ਨਹੀਂ ਆਉਂਦੀ ਕਿ ਜੋ ਅਸੀਂ ਸੋਚਦੇ ਹਾਂ ਉਹ ਸਾਡੀ ਧਾਰਨਾ ਆ, ਉਹ ਤਰਕ ਨਹੀਂ ਹੈਗਾ। ਸਾਨੂੰ ਆਪਣੀ ਧਾਰਨਾ ਹੀ ਤਰਕ ਲੱਗਣ ਲੱਗ ਪੈਂਦੀ ਆ। ਤੁਸੀਂ ਦੇਖੋ ਕਿ ਦੋ ਉਮੀਦਵਾਰ ਨੇ ਇੱਕ ਇਲੈਕਸ਼ਨ ਦੇ ਵਿੱਚ ਖੜ੍ਹੇ ਆ। ਤੁਸੀਂ ਪੰਜਾਬ ਦੇ ਵਿੱਚ ਇੱਕ ਵਿਧਾਨ ਸਭਾ ਦੀ ਚੋਣ ਹੈ, 2.5 ਲੱਖ ਵੋਟਰ ਹੈ, ਅਤੇ ਬਹੁਤ ਸਾਰੇ ਕਹਿਣਗੇ ਕਿ ਸਾਡਾ ਉਮੀਦਵਾਰ ਚੰਗਾ, ਦੂਜਾ ਬਹੁਤ ਮਾੜਾ ਹੈ। ਨਾ ਉਹ ਜੇ ਆਪਣੇ ਨੂੰ ਮਿਲੇ ਹੁੰਦੇ ਆ, ਤਾਂ ਨਾ ਜੇ ਦੂਸਰੇ ਨੂੰ। ਨਾ ਉਹਨਾਂ ਨੂੰ ਆਪਣੇ ਦੀ ਕੁਆਲੀਫਿਕੇਸ਼ਨ ਪਤਾ ਹੁੰਦੀ ਆ, ਨਾ ਦੂਸਰੇ ਦੀ। ਉਹਨਾਂ ਦੀ ਇੱਕ ਧਾਰਨਾ ਬਣ ਜਾਂਦੀ ਹੈ ਕਿ ਸਾਡੀ ਪਾਰਟੀ ਵੀ ਚੰਗੀ ਹੈ, ਸਾਡੀ ਪਾਰਟੀ ਜਿਹਨੂੰ ਖੜੇ ਕਰਕੇ ਬੰਨ੍ਹ ਦਿੰਦੀ ਹੈ ਕਿੱਲੇ ਦੇ ਨਾਲ ਉਹ ਵੀ ਚੰਗਾ, ਅਤੇ ਦੂਸਰੀ ਪਾਰਟੀ ਵੀ ਮਾੜੀ ਆ ਤਾਂ ਉਹਦੇ ਸਾਰੇ ਬੰਦੇ ਵੀ ਮਾੜੇ ਆ। ਉਹ ਵੱਖਰੀ ਗੱਲ ਹੈ ਕਿ ਹੋ ਸਕਦਾ ਕਿ ਅਗਲੀ ਇਲੈਕਸ਼ਨ 'ਚ ਜਿਹੜਾ ਅੱਜ ਮਾੜਾ ਲੱਗਦਾ ਦੂਸਰੀ ਪਾਰਟੀ 'ਚੋਂ ਇੱਧਰ ਸਾਡਾ ਉਮੀਦਵਾਰ ਹੋਵੇ ਅਤੇ ਇੱਧਰ ਵਾਲਾ ਉੱਧਰ ਦਾ ਉਮੀਦਵਾਰ ਹੋਵੇ। ਇੱਦਾਂ ਹੀ ਘਰਾਂ 'ਚ ਆ। ਜਦੋਂ ਤਾਂ ਅਸੀਂ ਪਰਿਵਾਰਾਂ ਦੇ ਵਿੱਚ ਗੱਲ ਕਰਦੇ ਹਾਂ, ਤੁਸੀਂ ਦੇਖੋ ਕਿ ਬਜ਼ੁਰਗ ਬੀਬੀ ਜਾਂ 55 ਸਾਲ ਦੀ ਕੋਈ ਬੀਬੀ ਆ, ਬਜ਼ੁਰਗ ਨਹੀਂ, ਉਹ ਨਹੀਂ ਬਜ਼ੁਰਗ ਭਾਈ, ਗਲਤੀ ਹੋ ਗਈ ਮੇਰੇ ਤੋਂ। ਉਹ ਜੇ ਤਾਂ ਕੁੜੀ ਆਉਂਦੀ ਆ ਸਹੁਰਿਆਂ ਦਿਓ, ਫਿਰ ਉਹਨੂੰ ਮੱਤਾਂ ਹੋਰ ਤਰ੍ਹਾਂ ਦੀਆਂ। ਜੇ ਨੌ ਘਰ ਦੇ ਵਿੱਚ ਆ ਤਾਂ ਉਹਨੂੰ ਮੱਤਾਂ ਹੋਰ ਤਰ੍ਹਾਂ ਦੀ। ਉਮਰ ਦੋਨਾਂ ਦੀ ਇੱਕੋ ਹੀ ਆ। ਉਹ ਧਾਰਨਾ ਹੈ ਨਾ, ਉਹ ਧਾਰਨਾ ਹੈ। ਇੱਕ ਚੀਜ਼ ਜਿਹੜੀ ਆ ਉਹ ਧਾਰੀ ਹੋਈ ਆ ਵੀ ਮੈਂ ਕਿਵੇਂ ਕਿਹੜੀ ਚੀਜ਼ ਨੂੰ ਕਰਨਾ। ਮੈਨੂੰ ਇਹੀ ਮੈਂ ਗੱਲ ਕਰਦਾ ਸੀ ਵੀ ਦੇਖੋ ਸ਼ਾਇਦ ਇਹ ਜਿਹੜੀ ਚੀਜ਼ ਹੈ ਨਾ, ਇਹਨੂੰ ਚੇਂਜ ਕਰਨਾ ਪੈਣਾ। ਅਤੇ ਇਹਦੇ 'ਚ ਬਹੁਤ ਵੱਡਾ ਜਿਹੜਾ ਰੋਲ ਯੋਗਦਾਨ ਹੈ ਨਾ, ਮੈਨੂੰ ਲੱਗਦਾ ਵੀ ਉਹ ਤਾਂ ਸੋਸ਼ਲ ਮੀਡੀਆ ਦਾ ਹੈਗਾ ਜੀ। ਕਿਉਂਕਿ ਸੋਸ਼ਲ ਮੀਡੀਆ 'ਤੇ ਕਿਹਨੇ ਕੀ ਲਿਖਿਆ, ਕੀ ਬੋਲਿਆ, ਕੀ ਪਹੁੰਚਾਇਆ, ਆਪਾਂ ਨੂੰ ਨਹੀਂ ਪਤਾ। ਹਾਂ, ਪਰ ਆਪਾਂ ਜੇ ਉਹ ਪ੍ਰਭਾਵਿਤ ਹੋ ਜਾਂਦੇ ਉਸ ਚੀਜ਼ ਤੋਂ, ਆਪਾਂ ਇੱਕ ਪੱਖ ਸੁਣਦੇ ਆਪਾਂ ਨੂੰ ਠੀਕ ਲੱਗਣ ਲੱਗ ਪੈਂਦਾ। ਮੈਂ ਨਾਂ ਨਹੀਂ ਦੱਸਦਾ ਵੀ ਕਿਹਨੇ ਕਿਹਾ, ਪਰ ਪਿਛਲੇ ਦਿਨ ਇੱਕ ਚਰਚਾ ਉਹ ਵੀ ਇੱਦਾਂ ਹੀ ਆਈ ਸਾਹਮਣੇ। ਉਹ ਕਹਿੰਦੇ ਵੀ ਬੜੀ ਮਾੜੀ ਗੱਲ ਕੀਤੀ ਨਾ ਭਗਵੰਤ ਮਾਨ ਨੇ। ਮੈਂ ਕਿਹਾ ਜੀ ਕੀ ਗੱਲ ਹੋ ਗਈ? ਉਹ ਵੇਖ ਲਓ, ਕਹਿੰਦਾ ਵੀ ਗੁਰਬਾਣੀ ਚੈਨਲਾਂ 'ਤੇ ਨਹੀਂ ਮੈਂ ਚੱਲਣ ਦੇਣੀ। ਇਹ ਕਿੱਦਾਂ ਹੋ ਗਿਆ ਵੀ ਗੁਰਬਾਣੀ ਚੈਨਲ 'ਤੇ ਚੱਲੂਗੀ? ਮੈਂ ਜੀ ਕਿੰਨੇ ਤੁਹਾਨੂੰ ਦੱਸੇਗਾ। ਉਹ ਵੇਖੋ ਟੈਲੀਵਿਜ਼ਨ 'ਤੇ ਬੰਦ ਹੋ ਗਈ, ਹੁਣ ਤਾਂ ਨਹੀਂ ਆਉਂਦੀ ਉੱਥੇ ਟੈਲੀਵਿਜ਼ਨ 'ਤੇ। ਮੈਂ ਠੀਕ ਹੈ ਜੀ। ਹੁਣ ਮੈਂ ਉਹਨੂੰ ਬਜਾਏ ਦੇ ਵੀ ਦੂਸਰਾ ਪੱਖ ਦੱਸਦਾ ਸਮਝਾਉਂਦਾ, ਮੈਂ ਸੁਣ ਲਈ। ਮੈਂ ਕਿਹਾ ਜੀ ਠੀਕ ਹੈ, ਗੱਲ ਇੱਦਾਂ ਹੋਣੀ। ਫਿਰ ਮੈਂ ਕਿਹਾ ਜੀ ਗੱਲ ਤੇ ਮਾੜੀ, ਇੱਦਾਂ ਨਹੀਂ ਕਰਨਾ ਚਾਹੀਦਾ। ਮੈਨੂੰ ਲੱਗਾ ਤੁਸੀਂ ਆਪਣਾ ਬਚਾ ਲਿਆ। ਮੈਨੂੰ ਲੱਗਾ ਵੀ ਜਿਹੜੀ ਗੱਲ ਮਤਲਬ ਸੋਚੀ ਵਿਚਾਰੀ ਨੂੰ ਜਾਹਦੀ, ਉਸ ਐਂਗਲ ਤੋਂ ਜਦੋਂ ਉਹਨਾਂ ਨੇ ਇਹ ਗੱਲ ਸ਼ੁਰੂ ਕੀਤੀ ਆ, ਅਤੇ ਇਹਦੇ ਨਾਲ ਮੈਂ ਜਿੰਨਾ ਮਰਜ਼ੀ ਮੱਥਾ ਮਾਰ ਲਾਂ, ਫਾਇਦਾ ਕੋਈ ਨਹੀਂ ਹੋਣਾ। ਮੈਂ ਉਦੋਂ ਬਾਅਦ ਮੇਰੇ ਦਿਮਾਗ 'ਚ ਆਹ ਗੱਲ ਜ਼ਿਆਦਾ ਆਈ। ਮੈਂ ਕਿਹਾ ਵੀ ਦੇਖੋ, ਮੈਂ ਤਾਂ ਚੁੱਪ ਕਰ ਗਿਆ। ਮੈਂ ਕਿਹਾ ਜੀ ਠੀਕ ਇੱਦਾਂ ਹੀ ਹੋਣੀ ਹੈ। ਪਰ ਮੈਂ ਕਿਹਾ ਵੀ ਜੇ ਕੋਈ ਦੂਸਰੇ ਪਾਸਿਓਂ ਕੋਈ ਉਹਨਾਂ ਦਾ ਕੱਟੜ ਮਿਲ ਪਿਆ, ਵੀ ਅਗਲੇ ਆਖਿਆ ਵੀ ਯਾਰ ਅਸੀਂ ਤਾਂ ਚਾਹੁੰਦੇ ਇੱਦਾਂ ਚਾਹੀਦਾ, ਉੱਦਾਂ ਚਾਹੀਦਾ, ਪੈ ਜਾਣਾ ਪੇਚਾ ਉਹਦੇ 'ਚ। ਉਹਨੇ ਹਣਾ ਮੈਂ ਸਹੀ, ਉਹਨੇ ਹਣਾ ਮੈਂ ਸਹੀ ਹਾਂ। ਅਤੇ ਹੁਣ ਜੇ ਕੁੱਲ ਮਿਲਾ ਕੇ ਦੂਰੋਂ ਕੋਈ ਤੀਸਰਾ ਬੰਦਾ ਵੇਖੀਏ ਤਾਂ ਉਹਨੇ ਆਖਣਾ ਯਾਰ ਗੱਲ ਤੇ ਵਿੱਚੋਂ ਆਹ ਹੈ, ਅਤੇ ਤੁਸੀਂ ਵੀ ਕੁਛ ਆਖੀ ਜਾਂਦੇ, ਉਹ ਕੁਛ ਆਖੀ ਜਾਂਦੇ। ਨਹੀਂ, ਗੱਲ ਸੰਧਾਲੀਆ ਸਾਹਿਬ ਬਿਲਕੁਲ ਠੀਕ ਹੈ। ਤੁਸੀਂ ਦੇਖੋ, ਇੱਕ ਸਾਡੇ ਮਨ ਦੇ ਵਿੱਚ ਹੁੰਦਾ ਸਵੇਰੇ ਪਰੌਂਠੇ ਖਾਈਦੇ ਆ, ਪਰ ਜਦੋਂ ਪਰੌਂਠੇ ਸਵੇਰੇ ਖਾਈਦੇ ਸੀ ਉਦੋਂ ਠੋਕ ਕੇ ਸਾਰੀ ਦਿਹਾੜੀ ਕੰਮ ਕਰੀਦਾ ਸੀ। ਹੁਣ ਜੇ ਆਪਾਂ ਸੋਫਾ ਤੋੜਨਾ, ਮੰਜਾ ਤੋੜਨਾ, ਬੈੱਡ ਤੋੜਨਾ, ਸਾਰੀ ਦਿਹਾੜੀ ਕੇ ਉੱਪਰ ਹੀ ਪਏ ਰਹਿਣਾ, ਫਿਰ ਆਲੂ ਵਾਲੇ ਪਰੌਂਠੇ ਪਚਣੇ ਨਹੀਂ। ਪਰ ਧਾਰਨਾ ਬਣੀ ਹੈ, ਹਾਂ, ਖੁਰਾਕ ਚਾਹੀਦੀ ਹੈ। ਲੈ ਵੀ ਹੁਣ ਜੇ ਖੁਰਾਕ ਨਹੀਂ ਖਾਣੀ ਤੇ ਫਿਰ ਕੀ ਕਰਨਾ? ਅਤੇ ਹੋਰ ਤੁਸੀਂ ਦੇਖੋ ਨਿਆਣਿਆਂ ਨੂੰ ਕੀ ਖਿਲਾਉਣਾ, ਸਿਆਣੇ ਨੂੰ ਕੀ ਖਿਲਾਉਣਾ।
ਪੜ੍ਹਨਾ ਨਹੀਂ, ਸਰਚ ਨਹੀਂ ਕਰਨਾ ਕਿ ਭਾਈ ਮੰਨ ਲਓ ਕਿਸੇ ਨੇ ਕਹਿਤਾ ਜੀ ਕੈਲਸ਼ੀਅਮ ਘੱਟ ਆ, ਆਇਰਨ ਘੱਟ ਆ, ਲੋਹਾ ਖਾਓ, ਗਾਡਰ ਤਾਂ ਚੱਟਣਾ ਨਹੀਂ ਹੈਗਾ ਆਪਾਂ। ਜਾਣੀ ਅਸੀਂ ਅਪਲਾਈ ਕੀ ਕਰਨਾ ਕਿ ਗੋਲੀਆਂ ਲੈ ਆਓ, ਕੈਪਸੂਲ ਲੈ ਆਓ, ਪੀਣ ਵਾਲੀ ਦਵਾਈ ਲੈ ਆਓ। ਅਸੀਂ ਸਰਚ ਨਹੀਂ ਕਰਨਾ, ਅਸੀਂ ਖੋਜ ਨਹੀਂ ਕਰਨੀ ਇੰਟਰਨੈਟ ਦੇ ਉੱਤੇ ਕਿ ਕਿਹੜੀ ਕਿਹੜੀ ਚੀਜ਼ ਦੇ ਵਿੱਚੋਂ ਆਇਰਨ ਲੋਹਾ ਮਿਲ ਜਾਂਦਾ ਹੈ, ਕਿਹੜੀ ਚੀਜ਼ ਦੇ ਵਿੱਚੋਂ ਸਾਨੂੰ ਕੈਲਸ਼ੀਅਮ ਮਿਲ ਜਾਂਦਾ ਹੈ। ਕਿ ਠੀਕ ਹੈ ਦਵਾਈ ਵੀ ਖਾ ਲਓ, ਪਰ ਨਾਲ ਘੱਟੋ ਘੱਟ ਚੀਜ਼ਾਂ ਦੇ ਵਿੱਚ ਉਹਨਾਂ ਚੀਜ਼ਾਂ ਦੀ ਗਿਣਤੀ ਵਧਾ ਲਓ। ਜਾਣੀ ਸਾਨੂੰ ਲੱਗਦਾ ਲੋੜ ਹੀ ਕੀ ਹੈ ਬਸ ਸਵੇਰੇ। ਜਾਣੀ ਹੋਰ ਦੇਖੋ ਸੰਧਾਲੀਆ ਸਾਹਿਬ, ਬਹੁਤੇ ਘਰਾਂ ਦੇ ਵਿੱਚ ਇੱਕ ਡੱਬਾ ਜਿਹਾ ਪਿਆ ਹੁੰਦਾ, ਇੱਥੇ ਵੀ ਵਿਦੇਸ਼ 'ਚ ਵੀ, ਇਹਦੇ ਵਿੱਚ ਨਾ ਸਾਰੀਆਂ ਸਬਜ਼ੀਆਂ ਜਿਹੜੇ ਫਰੂਟ ਆ ਉਹ ਠੀਕ ਹੈ, ਇੱਕ ਚਮਚ ਸਵੇਰੇ ਤਾਂ ਉਹ ਸਾਰਾ ਕੁਝ ਮਿਲ ਜਾਂਦਾ, ਵਿਟਾਮਿਨਸ, ਪਤਾ ਨਹੀਂ ਤੁਸੀਂ ਕੀ ਕਹਿੰਦੇ ਹੁੰਦੇ, ਸਾਡੇ ਤਾਂ ਵਿਟਾਮਿਨ ਹੁੰਦੇ ਸੀ, ਤੁਸੀਂ ਪਤਾ ਨਹੀਂ ਵਾਈਟਾਮਿਨ ਕੀ ਕਹਿੰਦੇ ਹੁੰਦੇ ਤੁਸੀਂ। ਆਹੋ ਹੁਣ ਮੇਰਾ ਨਾਂ ਲਾਈ ਜਾਓ, ਬੰਦਾ ਜਿਹੜਾ ਦੱਸ ਰਿਹਾ ਉਹ ਨਾਂ ਮੇਰਾ ਲਾ ਰਿਹਾ, ਬੰਦਾ ਵੀ ਨਹੀਂ ਪਤਾ। ਤੁਸੀਂ ਦੇਖੋ ਚਮਚਾ ਘੋਲ ਲੈਣਾ, ਪਰ ਕਿਉਂਕਿ ਉਹ ਚੀਜ਼ ਲਿਆਵਾਂਗੇ, ਸਬਜ਼ੀ ਧੋਵਾਂਗੇ, ਸਬਜ਼ੀ ਕੱਟਾਂਗੇ, ਫਿਰ ਇਹਨੂੰ ਖਾਣ ਦੇ ਲਈ ਮੂੰਹ ਹਿਲਾਉਣਾ ਬੜੀ ਵੱਡੀ ਗੱਲ ਹੋ ਗਈ ਆ, ਫਿਰ ਉਹਨੂੰ 30-35 ਵਾਰੀ ਮੂੰਹ ਹਿਲਾਉਣਾ ਪੈਣਾ, ਫਿਰ ਅੰਦਰ ਜਾਣੀ ਆ ਚੀਜ਼। ਪਰ ਸਾਡੇ ਲਈ ਠੀਕ ਆ ਕਿ ਉਹ ਭਾਈ ਉਹਦੇ ਵਿੱਚ ਚਮਚਾ ਲਿਆ, ਘੋਲਿਆ ਤਾਂ ਬਸ। ਇੱਕ ਗੱਲ ਹੋਰ ਵੀ ਹੈ ਨਾ, ਤੁਸੀਂ ਦੇਖੋ ਇਹਦੇ 'ਚ ਨਾ ਜਿਹੜਾ ਇੱਕ ਸ਼ਾਰਟਕਟ ਆ, ਮੈਨੂੰ ਲੱਗਦਾ ਵੀ ਇਹ ਵੀ ਇੱਕ ਸਾਡੇ ਸੁਭਾਅ ਦਾ ਪੱਖ ਬਣ ਗਿਆ। ਹੁਣ ਤੁਸੀਂ ਦੇਖੋ, ਇੱਕ ਦਿਨ ਮੈਂ ਸੋਚਦਾ ਸੀ ਵੀ ਕਈ ਬੰਦੇ ਦਾ ਨਾਂ ਬੜਾ, ਮੰਨ ਲਓ ਵੀ ਜਦੋਂ ਕੋਈ ਜਵਾਕ ਹੋਇਆ ਉਹਦਾ ਨਾਂ ਪਹਿਲਾਂ ਰਹਿਣਾ ਵੀ ਕੋਈ ਵੱਡਾ ਨਾਂ ਚਾਹੀਦਾ, ਪਤਾ ਲੱਗੇ ਵੀ ਇਹਦਾ ਨਾਂ ਫਲਾਨਾ ਸਿੰਘ ਹੈ ਨਾ। ਫਿਰ ਆਪਾਂ ਕੋਈ ਵਿੱਚ ਉਹਦੇ ਨਾਂ ਨਾਲ ਜੋੜ ਕੇ ਕੋਈ ਪ੍ਰੀਤ ਜੀਤ ਹੋਰ ਵੱਖਰਾ ਜਿਹਾ ਨਾਂ, ਫਿਰ ਉਹਦੇ ਮਗਰ ਗੋਤ ਲਾ ਕੇ ਵੀ ਲੈ ਵੀ ਹੁਣ ਬਣਿਆ ਮੇਰੇ ਪੁੱਤ ਦਾ ਨਾਂ ਹੈ ਨਾ, ਜਾਂ ਧੀ ਦਾ ਨਾਂ। ਅੱਛਾ ਉਹ ਤਾਂ ਚਲੋ ਰੱਖ ਦਿੰਦੇ ਆ, ਮੇਰਾ ਖਿਆਲ ਆ ਵੀ ਸਾਲ ਨਹੀਂ ਪੈਂਦਾ ਜਾਂ 2 ਸਾਲ ਨਹੀਂ ਪੈਂਦੇ, ਉਹਦਾ ਇੱਕ 2 ਅੱਖਰਾਂ ਵਾਲਾ ਨਿੱਕਾ ਨਾਂ ਹੁੰਦਾ ਹੈ ਨਾ। ਉਹਨੂੰ ਫਿਰ ਮੁੜ ਕੇ ਉਸੇ ਨਾਂ ਨਾਲ ਪਕਾਈ ਜਾਂਦੇ ਰਹਿੰਦੇ। ਵੀ ਮੈਨੂੰ ਸਮਝ ਨਹੀਂ ਲੱਗੀ ਵੀ ਜਿਹੜੀ ਚੀਜ਼ ਇੰਨੀ ਆਪਾਂ ਖੇਚਣਾ ਕੀਤੀ, ਜੇ ਉਹ ਨਾਂ ਲੈਣੇ ਨਹੀਂ ਤਾਂ ਫਿਰ ਰੱਖਣ ਦਾ ਕੀ ਫਾਇਦਾ। ਨਾ ਸਵਾਲ ਹੀ ਨਹੀਂ ਪੈਦਾ ਹੁੰਦਾ, ਉੱਧਰਲੇ ਪਾਸੇ ਚੱਲਣਾ, ਇੰਨੀ ਛੋਟਾ ਹੀ ਬਸ ਚੱਲਣਾ। ਹੁਣ ਆਪਾਂ ਨਾਂ ਕਿਸੇ ਦਾ ਵੀ ਨਹੀਂ ਲੈਣਾ। ਸੰਧਾਲੀਆ ਸਾਹਿਬ ਇੱਕ ਚੀਜ਼ ਹੋਰ ਦੇਖੀ ਆਪਾਂ ਆਖਰੀ ਉੱਧਰਲੇ ਪਾਸੇ ਚੱਲਦੇ ਹਾਂ ਕਿ ਮੈਨੂੰ ਲੱਗਦਾ ਹੁੰਦਾ ਕਿ ਆਪਣੇ ਭਾਈਚਾਰੇ 'ਚ, ਸਾਰਿਆਂ 'ਚ ਨਹੀਂ, ਭਾਈਚਾਰੇ ਦੇ ਕੁਝ ਇੱਕ ਆਪਣੇ ਵਰਗੇ ਲੋਕਾਂ 'ਚ ਇੱਕ ਬਹੁਤ ਮਾੜੀ, ਭੈੜੀ, ਕਮਜ਼ੋਰ ਆਦਤ ਆ ਸਾਡੀ। ਅਸੀਂ ਐਸੀ ਧਾਰਨਾ ਬਣਾਉਂਦੇ ਹਾਂ ਉਸ ਦੇਸ਼ ਦੇ ਲੋਕ ਨਹੀਂ ਚੰਗੇ ਹੁੰਦੇ, ਉਸ ਧਰਮ ਦੇ ਲੋਕ ਨਹੀਂ ਚੰਗੇ ਹੁੰਦੇ, ਉਸ ਇਲਾਕੇ ਦੇ ਲੋਕ ਨਹੀਂ ਚੰਗੇ ਹੁੰਦੇ, ਇਸ ਰੰਗ ਦੇ ਲੋਕ ਚੰਗੇ ਨਹੀਂ ਹੁੰਦੇ। ਕਿਵੇਂ ਹੋ ਸਕਦਾ? ਨਾ ਸਾਰੇ ਇੱਕ ਰੰਗ ਦੇ ਲੋਕ ਚੰਗੇ ਨਾ ਮਾੜੇ, ਨਾ ਇੱਕ ਦੇਸ਼ ਦੇ ਸਾਰੇ ਲੋਕ ਚੰਗੇ ਨਾ ਮਾੜੇ। ਸਾਡਾ 5 ਬੰਦਿਆਂ ਨਾਲ ਵਾਹ ਵਿਆਹ ਹੁੰਦਾ ਤੇ ਅਸੀਂ ਦੂਰ ਬੈਠੇ ਉਹ ਬਹੁਤ ਮਾੜਿਆ ਵੀ। ਮੰਨ ਲਓ ਕਿਤੇ ਉਹ ਲੇਖ ਪੜ੍ਹ ਲਿਆ, ਮੰਨ ਲਓ ਕੋਈ ਬੰਦਾ ਕਿਸੇ ਇੱਕ ਖਾਸ ਦੇਸ਼ ਦੇ ਵਿੱਚੋਂ ਆਇਆ, ਤੁਸੀਂ ਇੱਕੋ ਹੀ ਬੰਦੇ ਨੂੰ ਮਿਲੇ ਉਸ ਦੇਸ਼ ਦੇ ਵਿੱਚੋਂ, ਉਹਨੇ ਦੱਸ ਦਿੱਤਾ, ਮੰਨ ਲਓ ਜਿਹੜਾ ਖੇਤ ਮਜ਼ਦੂਰ, ਮੈਂ ਇੱਕ ਉਦਾਹਰਣ ਦਿੰਦਾ, ਪੰਜਾਬ ਦੇ ਵਿੱਚ ਕਿਸੇ ਕਿਸਾਨ ਕੋਲ ਕੰਮ ਕਰਦਾ ਹੈ, ਉਸ ਕਿਸਾਨ ਦੇ ਵਿੱਚ ਹੋ ਸਕਦਾ ਉਹਨੂੰ ਟੱਬਰ ਵਾਂਗੂ ਰੱਖਦੇ ਹੋਣ, ਉਹ ਵਧੀਆ ਰੱਖਦੇ ਹੋਣ, ਰੋਟੀ ਨਾਲ ਦੀ ਖਾਣ ਨੂੰ ਦਿੰਦੇ ਆ, ਉਹ ਕਹਿੰਦੇ ਕਿ ਕੋਈ ਗੱਲ ਨਹੀਂ ਪੱਖਾ ਤੈਨੂੰ ਲੈ ਕੇ ਦੇਣਾ। ਉਹ ਕਹੋ ਯਾਰ ਬੰਦੇ ਬੜੇ ਵਧੀਆ, ਪੰਜਾਬੀ ਬੰਦੇ ਖੁੱਲ੍ਹ ਦਿਲੇ, ਖਾਣ ਪੀਣ ਨੂੰ ਵਧੀਆ, ਪੱਖਾ ਲਾ ਕੇ ਦਿੱਤਾ ਸੀ, ਮੈਨੂੰ ਮੱਛਰਦਾਨੀ ਲੈ ਕੇ ਦਿੱਤੀ ਸੀ, ਕਮਾਲ ਦੇ ਬੰਦੇ ਆ। ਤੇ ਦੂਜੇ ਪਾਸੇ ਇੱਕ ਅੱਧਾ ਜੇ ਕਿਤੇ ਉਹਨਾਂ ਦੇ ਹੱਥ ਆ ਗਿਆ ਜਿਹੜੇ ਕਹਿੰਦੇ ਕਿ ਉੱਥੇ ਆ ਕੇ ਸੌਣਾ ਸੌਂ ਜਾ, ਰੋਟੀ ਰਾਟੀ ਕੋਈ ਨਹੀਂ ਮਿਲਣੀ, ਉੱਥੇ ਪੱਠੇ ਵੱਢ ਕੇ ਉੱਧਰਲੇ ਪਾਸੇ 'ਚ, ਉਹਨੇ ਕਹਿਣਾ ਇੱਦਾਂ ਰੁੱਖੇ ਬੰਦੇ ਹੀ ਕੋਈ ਨਹੀਂ, ਕਿਉਂਕਿ ਉਹ ਕਿਹੜਾ ਸਾਰੇ ਪੰਜਾਬ ਦੇ ਵਿੱਚ ਘੁੰਮਦਾ ਫਿਰਦਾ ਹੈ। ਸਾਡੀ ਜਿਹੜੀ ਇੱਦਾਂ ਦੀ ਧਾਰਨਾ ਬਣਾਉਣ ਵਾਲੀ ਗੱਲ ਹੈ ਕਿ ਆਹ ਲੋਕ ਮਾੜੇ ਹੁੰਦੇ ਆ ਤੇ ਆਹ ਚੰਗੇ ਹੁੰਦੇ ਆ, ਇੱਦਾਂ ਮਤ ਕੀਤਾ ਜਾਵੇ। ਅਸੀਂ ਸੰਪਰਦਾਇਕ ਹੋ ਜਾਂਦੇ, ਕਈ ਵਾਰੀ ਧਾਰਮਿਕ ਘੱਟ ਰਹਿ ਜਾਂਦੇ। ਧਾਰਮਿਕ ਤਾਂ ਹੁੰਦਾ ਬੰਦਾ ਆਪਣੇ ਧਰਮ ਦੇ ਵਿੱਚ ਠੀਕ ਰਹਿੰਦਾ, ਆਪਣੇ ਧਰਮ ਦੇ ਵਿੱਚ ਆਸਥਾ ਰੱਖਦਾ, ਤੇ ਹਰ ਧਰਮ ਇਹ ਕਹਿੰਦਾ ਕਿ ਭਾਈ ਆਪਣਾ ਕਮਾਓ, ਖਾਓ ਤੇ ਸੰਬੰਧ ਕੱਢੋ, ਦੂਸਰੇ ਨੂੰ ਲੋੜ ਆ ਤਾਂ ਉਹਦੀ ਮਦਦ ਕਰੋ, ਕਿਸੇ ਨੂੰ ਮਾੜਾ ਨਾ ਕਹੋ। ਤੇ ਅਸੀਂ ਆਪਣੇ ਆਪ ਦੇ ਵਿੱਚ ਪ੍ਰਪੱਕ ਹੋਣ ਦੀ ਜਗ੍ਹਾ ਪਹਿਲਾਂ ਦੂਜੇ ਧਰਮਾਂ ਨੂੰ ਮਾੜਾ ਕਹਿਣ ਦਾ ਜਿਹੜਾ ਸੂਆ ਖਿੱਚ ਰੱਖਦੇ ਨਾ, ਕਿ ਹੁੰਦਾ ਕਿ ਖਿੱਚ ਕੇ ਮਾਰਨਾ ਹੀ ਮੈਂ, ਉਹਨੇ ਸਾਡਾ ਬਹੁਤ ਨੁਕਸਾਨ ਕੀਤਾ। ਤੇ ਤੁਸੀਂ ਇੱਕ ਗੱਲ ਇਹ ਵੀ ਆ, ਹੁਣ ਦੇਖੋ ਹੋ ਸਕਦਾ ਕਿਸੇ ਨੇ ਕਹਿਣਾ ਯਾਰ ਇਹ ਕਿਹੜੀ ਗੱਲ ਤੁਸੀਂ ਲੈ ਕੇ ਬਹਿ ਗਏ। ਇਹ ਅਸੀਂ ਤਾਂ ਲੈ ਕੇ ਬਹਿ ਗਏ ਵੀ ਇਹ ਗੱਲਾਂ ਹੋ ਸਕਦਾ ਆਪਣੀ ਲੰਘ ਜੇ। ਜੇ ਆਪਾਂ ਅਗਲੀ ਪੀੜ੍ਹੀ ਨਾਲ ਵੀ ਇਹ ਗੱਲਾਂ ਨਾ ਕੀਤੀਆਂ, ਇਹਦਾ ਮਤਲਬ ਇਹ ਹੋ ਗਿਆ ਕਿ ਗਾਂ ਜਿਹੜੀ ਬਿਮਾਰੀ ਇੱਕ ਫਸਲ ਨੂੰ ਸੀਗੀ, ਗਾਂ ਅਗਲੀ ਪਨੀਰੀ ਨੂੰ ਵੀ ਆਪਾਂ ਉਹੀ ਦੇ ਕੇ ਚੱਲੇ, ਉਹਨਾਂ ਦਾ ਇਲਾਜ ਕੋਈ ਕੀਤਾ ਨਹੀਂ। ਤੇ ਜੇ ਉਹ ਪਨੀਰੀ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਫਿਰ ਆਪਾਂ ਇਹ ਮੰਨ ਕੇ ਚੱਲੀਏ ਵੀ ਗਾਂ ਆਉਣ ਵਾਲੀਆਂ ਨਸਲਾਂ ਕਿਹੋ ਜਿਹੀਆਂ ਹੋਣਗੀਆਂ। ਹੁਣ ਤੁਸੀਂ ਦੇਖੋ ਵੀ ਆਹ ਜਿਹੜਾ ਡਿਬੇਟ ਦਾ ਵਿਸ਼ਾ ਵੀ ਮੰਨ ਲਓ ਜਾਤ ਗੋਤ, ਉੱਚਾ ਨੀਵਾਂ, ਧਰਮ ਚੰਗਾ ਮਾੜਾ, ਇਲਾਕਾ ਖੇਤਰ, ਬੋਲੀ, ਕਿੰਨਾ ਕੁਝ ਵੰਡੀ ਖੜਿਆ ਨਾ ਆਪਾਂ। ਇਹ ਵਿਸ਼ੇ ਬਣ ਗਿਆ ਆਪਣੇ ਲਈ ਬਹਿਸ ਦੇ। ਤੁਸੀਂ ਕਿਤੇ ਬੈਠੇ ਹੋ, ਕੋਈ 4 ਬੰਦੇ ਟੇਬਲ ਦੇ ਦੁਆਲੇ, ਤੇ ਉਹਨੂੰ ਤੁਸੀਂ ਕੋਈ ਇੱਕ ਟੌਪਿਕ ਦੇ ਦਿਓ ਇਹਨਾਂ ਸਾਰਿਆਂ ਦੇ ਵਿੱਚੋਂ, ਹੋ ਸਕਦਾ ਵੀ ਹੁਣੇ ਉਹ ਹੱਸਦੇ ਖੇਡਦੇ ਹੋਣ ਤੇ 15 ਮਿੰਟਾਂ ਬਾਅਦ ਉਹ ਪੱਗੋ ਹੱਥੀ ਹੋ ਜਾਣ ਦੋਵੇਂ। ਹੁਣ ਤੁਸੀਂ ਦੇਖੋ ਵੀ ਜਦੋਂ ਆਪਾਂ ਬਾਹਰਲੇ ਕਿਤੇ ਕਮਿਊਨਿਟੀਜ਼ ਨੂੰ ਦੇਖਦੇ ਹਾਂ ਜਿੱਥੇ ਇਹ ਚੀਜ਼ਾਂ ਨਹੀਂ ਹੈਗੀਆਂ, ਉਹਨਾਂ ਦੇ ਲਈ ਉਹ ਖਬਰਾਂ ਹੀ ਹੈ ਨਹੀਂ, ਉਹਨਾਂ ਦੇ ਲਈ ਉਹ ਬਹਿਸ ਦਾ ਵਿਸ਼ਾ ਹੀ ਹੈ ਨਹੀਂ। ਇਹਦਾ ਮਤਲਬ ਇਹ ਹੋ ਗਿਆ ਵੀ ਟਾਈਮ ਤੇ ਬੰਦੇ ਕੋਲੇ 24 ਘੰਟੇ ਆ ਨਾ, ਤੁਸੀਂ ਉਹਨਾਂ 24 ਘੰਟਿਆਂ ਦੇ ਲਈ ਕੀ ਕੁਛ ਭਰ ਕੇ ਰੱਖਿਆ ਵੀ ਆਹ ਬਰੂਦ ਚਲਾਉਣਾ ਹੀ,
ਤੇ ਕਿੱਥੇ ਉਹਨਾਂ ਬੰਦਿਆਂ ਦੇ ਕੋਲ ਉਹ ਵਿਸ਼ਾ ਹੈ ਹੀ ਨਹੀਂ ਤਾਂ ਮਤਲਬ ਕੋਈ ਪ੍ਰੋਡਕਟਿਵ ਕਰਨਗੇ ਕੁਛ ਨਾ ਕੁਛ। ਸੋ ਉਹ ਜਿਹੜੀ ਲੀਕ ਖਿੱਚਣੀ ਆ ਜਾਂ ਉਹ ਜਿਹੜਾ ਕੂੜਾ ਕਰਕਟ ਦਿਮਾਗ 'ਚ ਭਰਿਆ ਉਹਨੂੰ ਥੋੜ੍ਹਾ ਜਿਹਾ ਲਾਂਭੇ ਕਰਕੇ ਇੱਕ ਵਿਜ਼ਨ ਥੋੜ੍ਹਾ ਜਿਹਾ ਖੋਲ੍ਹ ਕੇ ਕੁਛ ਹੋਰ ਪੱਖ ਵੀ ਦੇਖਣੇ ਆ। ਇਹ ਆਪਣੇ ਆਪ 'ਤੇ ਡਿਪੈਂਡ ਕਰਦਾ, ਜੇ ਬੰਦਾ ਚੂਜ਼ ਕਰ ਲੇ ਤੇ ਉਹ ਹੋ ਸਕਦਾ ਵੀ ਚੰਗੇ ਵਾਲੇ ਪਾਸੇ ਤੁਰ ਪਏ, ਤੇ ਜੇ ਨਹੀਂ ਚੂਜ਼ ਕਰਨਾ ਤੇ ਫਿਰ ਠੀਕ ਆ, ਚੱਲੀ ਜਾਂਦਾ। ਨਹੀਂ ਚੱਲੀ ਜਾਂਦਾ। ਤੁਸੀਂ ਦੇਖੋ ਆ ਕੰਮ ਤਾਂ ਚੱਲੀ ਜਾਂਦਾ। ਮਨਪ੍ਰੀਤ ਸਿੰਘ ਬਾਦਲ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਸਰਕਾਰ, ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਆਗੂ, ਪੀਪਲਜ਼ ਪਾਰਟੀ ਆ ਪੰਜਾਬ ਦੇ ਸਾਬਕਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੇ ਅਹੁਦੇਦਾਰ, ਗਿੱਦੜਬਾਹਾ ਤੋਂ ਪਹਿਲੀ ਵਾਰ ਚੁਣ ਕੇ MLA ਬਣੇ ਸੀ, ਜਿਨ੍ਹਾਂ ਨੇ ਕਦੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਇਲੈਕਸ਼ਨ ਲੜੀ ਸੀ। ਪੰਜਾਬ ਦੇ ਲੋਕਾਂ ਨੂੰ ਕਦੇ ਲੱਗਦਾ ਸੀ ਕਿ ਭਾਈ ਪੰਜਾਬ ਦਾ ਜੇ ਵਿੱਤੀ ਤੌਰ ਦੇ ਉੱਤੇ ਸੁਧਾਰ ਕਰਨਾ ਤਾਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਕਰਨਾ। ਹਾਲਾਂਕਿ ਇੱਕ ਦਹਾਕੇ ਦੇ ਕਰੀਬ ਉਹ ਫਾਈਨਾਂਸ ਮਿਨਿਸਟਰ ਪੰਜਾਬ ਦੇ ਰਹੇ। ਕਿੰਨਾ ਕੁ ਕਰਜ਼ਾ ਲਿੱਥ ਗਿਆ, ਕਿੰਨਾ ਕੁ ਬਾਕੀ ਕੁਛ ਹੋ ਗਿਆ, ਉਹ ਚਲੋ ਆਪਾਂ ਉੱਧਰ ਨਹੀਂ ਜਾਂਦੇ। ਉਹਨਾਂ ਨੂੰ ਵਿਜੀਲੈਂਸ ਨੇ ਇੱਕ ਦੋ ਕੇਸਾਂ ਦੇ ਵਿੱਚ ਸੱਦਿਆ ਕਿ ਭਾਈ ਆਇਓ ਥੋੜ੍ਹਾ ਜਿਹਾ ਸਵਾਲ ਕਰਨੇ ਆ, ਅਤੇ ਬਹੁਤੀ ਵਾਰੀ ਲੀਡਰ ਪਹਿਲੀ ਵਾਰੀ ਆਉਂਦੇ ਨਹੀਂ ਹੁੰਦੇ। ਮਨਪ੍ਰੀਤ ਸਿੰਘ ਬਾਦਲ ਚਲੇ ਗਏ, ਉਹਨਾਂ ਦੇ ਜਾਣ ਤੋਂ ਪਹਿਲਾਂ ਉਹਨਾਂ ਦੇ ਸਮਰਥਕ ਗਏ, ਉਹੀ ਮਨਪ੍ਰੀਤ ਬਾਦਲ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਖੂਬ ਚੱਲਿਆ। ਫਿਰ ਉਹ ਵੀ ਗਏ, ਮਨਪ੍ਰੀਤ ਸਿੰਘ ਬਾਦਲ ਅੰਦਰ 4-5 ਘੰਟੇ ਪੁੱਛ ਗਿੱਛ ਹੋਈ, ਫਿਰ ਉਹਨਾਂ ਨੇ ਕਿਹਾ ਕਿ ਜਾਓ ਜੀ, ਲੋੜ ਪਈ ਫਿਰ ਸੱਦਾ ਪੱਤਰ ਭੇਜਾਂਗੇ, ਆਇਓ ਜ਼ਰੂਰ। ਅਤੇ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਬਹੁਤ ਲੰਬੇ ਸਮੇਂ ਬਾਅਦ, ਮੈਂ ਨਹੀਂ ਦੇਖਿਆ ਕਿ ਜਦੋਂ ਦੀ ਉਹ ਵਿਧਾਨ ਸਭਾ ਦੀ ਚੋਣ ਹਾਰੇ ਆ 2022 'ਚ, ਉਹਦੇ ਤੋਂ ਬਾਅਦ ਇੱਕ ਵਾਰੀ ਉਹਨਾਂ ਨੇ ਸੰਬੋਧਨ ਕੀਤਾ ਸੀ ਜਦੋਂ BJP ਦੇ ਵਿੱਚ ਸ਼ਾਮਲ ਹੋਏ ਆ। ਇਹਦੇ ਤੋਂ ਬਿਨਾਂ ਉਹਨਾਂ ਨੇ ਕਦੇ ਸਿੱਧੇ ਤੌਰ ਦੇ ਉੱਤੇ ਪੱਤਰਕਾਰਾਂ ਦੇ ਨਾਲ ਕੋਈ ਰਾਬਤਾ ਬਹੁਤਾ ਜ਼ਿਆਦਾ ਕੀਤਾ ਹੋਵੇ, ਮੇਰੀ ਨਹੀਂ ਚੇਤਿਆਂ ਦੇ ਵਿੱਚ ਹੈਗਾ। ਉਹਨਾਂ ਨੇ ਫਿਰ ਉਹਦੇ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ, ਕਿਉਂਕਿ ਬੜੇ ਸੁਲਝੇ ਉਹ ਬੰਦੇ ਆ, ਪੜ੍ਹੇ ਲਿਖੇ ਬਹੁਤ ਨੇ, ਉਹਨਾਂ ਦੀ ਭਾਸ਼ਾ ਦੇ ਵਿੱਚੋਂ ਕਦੇ ਕੋਈ ਮਹਿਕ ਬਦਬੂ ਆਉਂਦੀ ਹੀ ਨਹੀਂ ਹੁੰਦੀ, ਬਹੁਤ ਪਿਆਰ ਨਾਲ ਬੋਲਦੇ ਸਾਰਿਆਂ ਨਾਲ। ਉਹਨਾਂ ਨੇ 3 ਵਾਰੀ ਕਿਹਾ ਭਗਵੰਤ, ਮੈਂ 4 ਵਾਰੀ ਹੋ ਸਕਦਾ, 2 ਵਾਰੀ ਨਹੀਂ ਸੀ, 3 ਤੋਂ ਵੱਧ ਹੋ ਸਕਦਾ, ਕਿ ਭਗਵੰਤ ਤੂੰ ਜ਼ੋਰ ਲਾ ਲਾ। ਉਹਨਾਂ ਨੇ ਹੈਸੀਅਤ ਸ਼ਬਦ ਵੀ ਵਰਤਿਆ ਅਤੇ ਉਹਨਾਂ ਨੇ ਔਕਾਤ ਸ਼ਬਦ ਵੀ ਵਰਤਿਆ, ਉਹਨਾਂ ਨੇ ਬਰਬਾਦ ਸ਼ਬਦ ਵੀ ਵਰਤਿਆ। ਉਹ ਕਹਿੰਦੇ ਗੱਲ ਕੋਈ ਨਹੀਂ ਭਗਵੰਤ, ਤੈਨੂੰ ਲੱਭਣਾ ਕੁਛ ਨਹੀਂ ਇਹਨਾਂ ਕੇਸਾਂ ਦੇ ਵਿੱਚੋਂ, ਕੁਛ ਹੋਰ ਕਰਾ ਕਰੂ ਦੇ, ਕਿ ਭਗਵੰਤ ਤੂੰ ਮੈਨੂੰ ਬਰਬਾਦ ਕਰ ਲਾ, ਤੈਨੂੰ ਇੱਦਾਂ ਨਾ ਰਹੇ ਕਿ ਤੂੰ ਮੁੱਖ ਮੰਤਰੀ ਸੀ ਤਾਂ ਤੂੰ ਮਨਪ੍ਰੀਤ ਸਿੰਘ ਬਾਦਲ ਨੂੰ ਬਰਬਾਦ ਨਹੀਂ ਕਰ ਸਕਿਆ। ਅਤੇ ਉਹਨਾਂ ਨੇ ਜਦੋਂ ਇਹ ਸਾਰੀਆਂ ਗੱਲਾਂ ਕਹੀਆਂ ਤੇ ਫਿਰ ਨਾਲ ਇਹ ਵੀ ਕਿਹਾ ਕਿ ਮੈਂ ਤਾਂ ਉਹ ਬੰਦਾ ਜਿਹਨੇ ਦਫ਼ਤਰ ਦੇ ਵਿੱਚ ਚਾਹ ਦਾ ਕੱਪ ਨਹੀਂ ਸੀ ਪਿਲਾਇਆ, ਮੇਰੇ ਨਾਲ ਵਕੀਲ ਸਾਹਿਬ ਬਹਿੰਦੇ ਆ, ਆਹ ਦੇਖੋ ਪਿੱਛੇ ਹੀ ਆ, ਅਤੇ ਕਹਿੰਦੇ ਯਾਰ ਤੂੰ ਚਾਹ ਦਾ ਕੱਪ ਪਿਆਉਣ ਜੋਗਾ ਨਹੀਂ। ਉਹ ਕਹਿੰਦੇ ਜੀ ਮੈਂ ਟੋਲ ਟੈਕਸ ਆਪ ਜੇਬੋਂ ਦਿੰਦਾ ਸੀ, ਹਾਲਾਂਕਿ ਮਿਨਿਸਟਰ ਹੁੰਦਿਆਂ ਮੈਨੂੰ ਉਹਦੇ ਤੋਂ ਮੁਫਤ ਲੰਘਣ ਦੀ ਅਧਿਕਾਰ ਸੀ। 1-2 ਵਾਰੀਆਂ ਨੂੰ ਛੱਡ ਕੇ ਕਹਿੰਦੇ ਜਹਾਜ਼ ਦੀ ਟਿਕਟ ਸਰਕਾਰੀ ਕੰਮ ਲਈ ਮੈਂ ਆਪ ਹੀ ਹਮੇਸ਼ਾ ਲਈ, ਰੇਲ ਦੀ ਟਿਕਟ ਮੈਂ ਆਪ ਲਈ, ਹੋਟਲ ਦੇ ਕਮਰਿਆਂ ਦੇ ਬਿੱਲ ਮੈਂ ਆਪ ਦਿੱਤੇ, ਮੈਂ ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਉੱਤੇ ਬੋਝ ਨਹੀਂ ਬਣਿਆ। ਉਹ ਕਹਿੰਦੇ ਕਾਰ ਮੇਰੀ ਆਪਣੀ ਹੁੰਦੀ ਸੀ, ਤੇਲ ਮੇਰਾ ਆਪਣਾ ਹੁੰਦਾ ਸੀ। ਜਾਣੀ ਕੁੱਲ ਮਿਲਾ ਕੇ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਮੈਂ ਪੰਜਾਬ ਦਾ ਖਜ਼ਾਨਾ ਜਿਹੜਾ ਨਾ ਉਹਨੂੰ ਸਾਂਭ ਕੇ ਰੱਖਿਆ ਬਹੁਤ ਚੰਗੇ ਤਰੀਕੇ। ਅਤੇ ਜੇ ਕਿਸੇ ਨੇ ਪਹਿਲੀ ਵਾਰੀ ਸੋਸ਼ਲ ਮੀਡੀਆ ਦੇਖਿਆ ਹੋਵੇ, ਜੇ ਕਿਸੇ ਨੇ ਪਹਿਲੀ ਵਾਰੀ ਟੈਲੀਵਿਜ਼ਨ ਦੇਖਿਆ ਹੋਵੇ, ਅਤੇ ਉਹ ਕਿਸੇ ਪੰਜਾਬ ਦੇ ਲੀਡਰ ਦੀ ਪਹਿਲੀ ਵਾਰੀ ਕੋਈ ਗੱਲ ਸੁਣ ਰਿਹਾ ਹੋਵੇ, ਤਾਂ ਉਹਨੂੰ ਐਂ ਲੱਗੂਗਾ ਕਿ ਮਨਪ੍ਰੀਤ ਸਿੰਘ ਬਾਦਲ ਤੋਂ ਚੰਗਾ, ਇਮਾਨਦਾਰ, ਸਿਆਣਾ, ਸੁਲਝਿਆ ਬੰਦਾ ਹੀ ਕੋਈ ਹੋਰ ਨਹੀਂ। ਪਰ ਚੰਗਾ ਹੁੰਦਾ ਜੇ ਉਹ ਭਗਵੰਤ ਦੀ ਜਗ੍ਹਾ ਦੇ ਉੱਤੇ ਮੁੱਖ ਮੰਤਰੀ ਨੂੰ ਹੋਰ ਵਧੀਆ ਤਰੀਕੇ ਨਾਲ ਬੁਲਾਉਂਦੇ, ਕਿਉਂਕਿ ਚੰਗਾ ਉਹਨਾਂ ਦੇ ਮੂੰਹੋਂ ਆਸ ਹੁੰਦੀ ਹੈ। ਪਰ ਜਿਸ ਤਰੀਕੇ ਉਹਨਾਂ ਨੇ ਕਿਹਾ ਗੱਲ ਤਾਂ ਬਣਦੀ ਹੈ ਸੰਧਾਲੀਆ ਸਾਹਿਬ, ਕਿ ਭਾਈ ਉਹਨਾਂ ਨੇ ਰੁਪਈਆ ਇੱਕ ਨਹੀਂ ਖਰਚਿਆ ਕਦੇ। ਔਕਾਤ ਸ਼ਬਦ ਚਲੋ ਵਰਤ ਲਿਆ, ਗੁੱਸਾ ਵੀ ਬੰਦੇ ਨੂੰ ਆਉਂਦਾ ਹੈ। ਉਹ ਕਹਿੰਦੇ ਹੋਣਾ ਹਾਣਾ ਕੁਛ ਨਹੀਂ ਹੈਗਾ। ਅਤੇ ਨਾਲ ਉਹਨਾਂ ਨੇ ਜਿਹੜੀ ਗੱਲ ਕਹੀ, ਕਹਿੰਦੇ ਜਿਹੜੇ ਸਰੂਪ ਚੰਦ ਸਿੰਗਲਾ ਸਾਹਿਬ ਨੇ ਮੇਰੇ 'ਤੇ ਆ ਪਰਚੇ ਪੁਰਚੇ ਕਰਾਏ ਆ, ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਇੱਥੇ ਇਲੀਗਲ ਕਲੋਨੀ ਬਣਾਈ ਆ, ਮੈਨੂੰ ਨਹੀਂ ਪਤਾ ਵਕਫ ਬੋਰਡ ਦੀ ਜ਼ਮੀਨ ਦੇ ਉੱਤੇ ਉਹਨਾਂ ਦਾ ਦਫ਼ਤਰ ਬਣਿਆ, ਮੈਨੂੰ ਕਿਤੇ ਪਤਾ ਨਹੀਂ ਸੀ ਕਿ ਉਹ ਜਿਹੜਾ ਪਲਾਟ ਉਹਨਾਂ ਨੇ ਵੇਚਿਆ 2 ਨੰਬਰ ਦੇ ਵਿੱਚ ਵੇਚਿਆ। 6 ਕੇਸ ਉਹਨਾਂ ਨੇ ਗਿਣਾ ਦਿੱਤੇ ਕਿ ਆਹ 6 ਚੀਜ਼ਾਂ ਭਾਜਪਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਪਰਚੇ ਪੁਰਚੇ ਕਰਾਉਣ ਦੀ ਕੋਸ਼ਿਸ਼ ਕੀਤੀ ਆ, ਸਰੂਪ ਚੰਦ ਸਿੰਗਲਾ, ਕਿ ਮੈਨੂੰ ਨਹੀਂ ਪਤਾ ਕੁਛ ਸੀ। ਇੱਥੇ ਹੀ ਗੱਲ ਨਿਬੜ ਜਾਂਦੀ ਹੈ। ਸੰਧਾਲੀਆ ਸਾਹਿਬ ਜੇ 5 ਵਾਰ ਦੇ MLA, 2 ਵਾਰ ਦੇ ਵਿੱਤ ਮੰਤਰੀ, ਮਨਪ੍ਰੀਤ ਸਿੰਘ ਬਾਦਲ ਸਾਹਿਬ ਨੂੰ ਪਤਾ ਹੈ ਕਿ ਭਾਈ ਉਹਨਾਂ ਦੇ ਹਲਕੇ ਦਾ ਇੱਕ ਲੀਡਰ ਜਿਹੜਾ ਕਿ ਉਹਨਾਂ ਦੇ ਖਿਲਾਫ ਇਲੈਕਸ਼ਨ ਵੀ ਲੜਦਾ ਰਿਹਾ, ਉਸ ਬੰਦੇ ਨੇ ਇੰਨੇ ਗਲਤ ਕੰਮ ਕੀਤੇ। ਇਲੀਗਲ ਕਲੋਨੀ ਦਾ ਮਤਲਬ ਸਰਕਾਰ ਦੇ ਖਜ਼ਾਨੇ ਨੂੰ ਝੋਨਾ, ਇਲੀਗਲ ਕਲੋਨੀ ਦਾ ਮਤਲਬ ਹੜ੍ਹਾਂ ਦੇ ਕਰਕੇ ਪੰਜਾਬ ਦੇ ਵਿੱਚ ਨੁਕਸਾਨ, ਇਲੀਗਲ ਕਲੋਨੀ ਦਾ ਮਤਲਬ ਬਹੁਤ ਸਾਰੇ ਲੋਕਾਂ ਨੂੰ ਮੁੱਢਲੇ ਢਾਂਚੇ ਤੋਂ ਬਿਨਾਂ ਰਹਿਣ ਦੇ ਲਈ ਮਜਬੂਰ ਕਰਨਾ, ਇਲੀਗਲ ਪਲਾਟ ਦਾ ਮਤਲਬ
ਕਿ ਇੱਕ ਗੈਰ ਕਾਨੂੰਨੀ ਚੀਜ਼ ਹੈ ਜਿਹੜੀਆਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋ ਰਹੀ ਹੈ। ਮੈਨੂੰ ਲੱਗਦਾ ਕਿ ਮਨਪ੍ਰੀਤ ਸਿੰਘ ਬਾਦਲ ਸਾਹਿਬ ਜਿਨ੍ਹਾਂ ਨੇ ਖਟਕੜ ਕਲਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਦੀ ਮਿੱਟੀ ਪਿੰਡ ਦੇ ਹੱਥ 'ਚ ਫੜ ਕੇ ਸਹੁੰ ਖਾਧੀ ਸੀ, ਉਹਨਾਂ ਦੇ ਸਾਹਮਣੇ ਕੋਈ 2 ਨੰਬਰ ਦਾ ਕੰਮ ਹੁੰਦਾ ਹੋਵੇ, ਜਿਹੜੇ ਖਜ਼ਾਨੇ ਨੂੰ ਬਚਾਉਣ ਦੇ ਲਈ 70 ਰੁਪਈਆਂ ਦਾ ਚਾਹ ਦਾ ਕੱਪ ਉਹ ਪਿਆਉਂਦੇ ਨਹੀਂ ਸੀ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਲੀਗਲ ਕਲੋਨੀ ਕੱਟ ਹੋਈ ਹੋਵੇ, ਪਰਚਾ ਕਰਾਉਣਾ ਚਾਹੀਦਾ ਸੀ। ਪਰਚਾ ਕਰਾਇਆ ਕਿਉਂ ਨਹੀਂ? ਮਨਪ੍ਰੀਤ ਸਿੰਘ ਬਾਦਲ ਜੀ, ਜੇ ਤੁਸੀਂ ਖਜ਼ਾਨੇ ਦੇ 4 ਪੈਸੇ ਕਮਾਏ ਬਚਾਏ ਹੈ, ਬਹੁਤ ਵਧੀਆ, ਤੁਹਾਡਾ ਧੰਨਵਾਦ। ਪਰ ਇਧਰਲੇ ਪਾਸੇ ਅੱਖਾਂ ਮੀਟਣਾ ਤੁਹਾਨੂੰ ਕਟਹਿਰੇ 'ਚ ਖੜਾ ਕਰਦਾ ਹੈ। ਇਹ ਤੁਸੀਂ ਜਿਹੜੀ ਉਹ ਗੱਲ ਆਖੀ ਨਾ ਵੀ ਜੇ ਕਿਸੇ ਨੇ ਪਹਿਲੀ ਵਾਰ ਉਹਨੂੰ ਸੁਣਿਆ ਦੇਖਿਆ ਹੋਵੇ ਤੇ ਉਹ ਫੈਨ ਹੋ ਗਿਆ ਹੋਣਾ ਵੀ ਯਾਰ ਕਮਾਲ ਦੇ ਬੰਦੇ ਨੇ ਉਹ। 1-2 ਗੱਲਾਂ ਤਾਂ ਉਹਨੇ ਇਹ ਵੀ ਜ਼ਿਕਰ ਕੀਤਾ, ਉਹ ਕਹਿੰਦੇ ਵੀ ਮੈਂ ਚਲੋ ਮਾਣ ਨਹੀਂ ਕਰਦਾ ਪਰ ਮੇਰੇ ਨਾਂ ਤੇ ਕਹਿੰਦੇ 3 ਟਿਊਬਲ ਨੇ ਤੇ ਮੈਂ ਇਕਲੌਤਾ ਕਿਸਾਨ ਆ ਜਿਹੜਾ ਉਹਨਾਂ ਟਿਊਬਲਾਂ ਦਾ ਬਿੱਲ ਤਾਰਦਾ। ਫਿਰ ਮੇਰਾ ਖਿਆਲ ਭਗਵੰਤ ਮਾਨ ਸਾਹਿਬ ਦੀ ਵੀ ਗੱਲ ਕੀਤੀ, ਉਹ ਕਹਿੰਦੇ ਵੀ ਉਦੋਂ ਉਹ ਮੇਰੇ ਨਾਲ ਗੱਡੀ 'ਚ ਹੀ ਬੈਠੇ ਸੀ ਤੇ ਮੈਂ ਡੱਕ ਕੇ ਟੋਲ ਟੈਕਸ ਦਿੱਤਾ ਤੇ ਉਹ ਕਹਿੰਦੇ ਜੀ ਤੁਸੀਂ ਸਟਿੱਕਰ ਨਹੀਂ ਲਵਾਇਆ, ਮੈਂ ਤੇ ਸਟਿੱਕਰ ਰੱਖਿਆ। ਉਹ ਕਹਿੰਦੇ ਵੀ ਆਮ ਆਦਮੀ ਦੀ, ਇਹ ਸ਼ਬਦ ਵਰਤਿਆ ਨਾ, ਆਮ ਆਦਮੀ ਦੀਆਂ ਗੱਡੀਆਂ ਤੇ ਕਹਿੰਦੇ ਸਟਿੱਕਰ ਜੀ, ਤੇ ਮੈਂ ਤੇ ਕਹਿੰਦੇ ਉਦੋਂ ਵੀ ਟੈਕਸ ਤਾਰਦਾ ਸੀਗਾ। ਹੁਣ ਜਿੱਦਾਂ ਉਹਨਾਂ ਨੇ ਉਹ ਮੇਰਾ ਖਿਆਲ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਸੰਬੋਧਨ ਕੀਤਾ, ਉਹਦੇ ਨਾਲ ਨੰਬਰ ਮੇਰਾ ਖਿਆਲ ਫੁੱਲ ਬਣ ਗਏ ਸੀ। ਪਰ ਮੈਨੂੰ ਲੱਗਦਾ ਵੀ ਇੱਕ ਕਿਤੇ ਜਾਂ ਤੇ ਗੁੱਸਾ ਕਹਿ ਲਓ ਜਾਂ ਕਿਹੜ ਕਹਿ ਲਓ ਜਾਂ ਨਾਰਾਜ਼ਗੀ ਕਹਿ ਲਓ, ਉਹਦੇ ਤਹਿਤ ਜਿਹੜਾ ਰਾਜਾ ਵੜਿੰਗ ਸਾਹਿਬ ਬਾਰੇ ਉਹ ਕਹਿ ਗਏ ਨਾ ਕਿ ਵੀ ਮੈਨੂੰ ਰਾਜਾ ਵੜਿੰਗ ਨਾ ਸਮਝੀ ਵੀ ਸਿਰ 'ਤੇ ਟੋਪੀ ਪਾ ਕੇ ਤੇ ਮਾਸਕ ਪਾ ਕੇ ਤੇ ਮੈਂ ਗੋਡਿਆਂ 'ਚ ਬਹਿ ਜਾਊਂਗਾ ਆ ਕੇ, ਇੱਦਾਂ ਦਾ ਹੈ ਨਹੀਂ ਮਨਪ੍ਰੀਤ ਬਾਦਲ। ਆਹ ਜਿਹੜੀ ਗੱਲ ਮੈਨੂੰ ਲੱਗਦਾ ਉਹਨੇ ਕਹਿਤੀ ਨਾ ਜੀ, ਉਹਨੇ ਉਹ ਜਿਹੜੀ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਬਣੀ ਬਣਾਈ ਚੀਜ਼ ਸੀਗੀ, ਉਹਦਾ ਇੱਕ ਹੋਰ ਪੱਖ ਜਿਹੜਾ ਸੀ ਉਹ ਸ਼ੁਰੂ ਕਰਾਤਾ। ਕਿਉਂਕਿ ਰਾਜਾ ਵੜਿੰਗ ਸਾਹਿਬ ਅੱਜ ਕੱਲ੍ਹ ਤੁਹਾਨੂੰ ਪਤਾ ਤਿਆਰ ਬਰ ਤਿਆਰ ਹੀ ਹੁੰਦੇ ਆ। ਉਹਨਾਂ ਹੋ ਸਕਦਾ ਵੀ ਨਾਲ ਦੇ ਕੇ ਸਾਥੀ ਨਾਲ ਕਹਿਣਾ ਵੀ ਆ ਫੜੀ ਮਾੜਾ ਜਿਹਾ ਕੈਮਰਾ। ਉਦੋਂ ਬਾਅਦ ਫਿਰ ਜਿੱਦਾਂ ਉਹਨਾਂ ਨੇ ਮਤਲਬ ਸਤਿਕਾਰ ਸਹਿਤ, ਤੇ ਮੇਰਾ ਖਿਆਲ ਇੰਨੀ ਵਾਰ ਤੇ ਹੋ ਸਕਦਾ ਜਨਾਬ ਰਾਜਾ ਵੜਿੰਗ ਸਾਹਿਬ ਨੇ ਕਦੀ ਕਿਸੇ ਨੂੰ ਕਿਹਾ ਹੀ ਨਾ ਹੋਵੇ ਜਿੰਨੀਆਂ ਉਸ ਲਾਈਵ 'ਚ ਉਹਨਾਂ ਨੇ ਕਿਹਾ। ਤੇ ਫਿਰ ਉਹ ਜਿੱਥੋਂ ਸ਼ੁਰੂ ਹੋਏ ਆ ਉਹ ਵੀ ਮੇਰਾ ਖਿਆਲ ਜੇ ਦੋਵੇਂ ਵੀਡੀਓ ਕਿਤੇ ਲਾਗੋ ਲਾਗ ਵੇਖੀਏ ਤੇ ਜਿਹੜੇ ਬੰਦੇ ਨੂੰ ਤੁਸੀਂ ਹੁਣੇ ਕਿਹਾ ਨਾ ਵੀ ਜਿਹਨੇ ਪਹਿਲੀ ਵਾਰ ਉਹ ਵੀਡੀਓ ਵੇਖੀ ਉਹਦੇ 'ਚ ਲੱਗਦਾ ਵੀ ਮਨਪ੍ਰੀਤ ਬਾਦਲ ਸਾਹਿਬ ਯਾਰ ਇੰਨੇ ਵਧੀਆ ਬੰਦੇ ਨੇ। ਫਿਰ ਉਸ ਤੋਂ ਬਾਅਦ ਆ ਕੇ ਵੀ ਹੁਣ ਕੈਸਟ ਦਾ ਬੀ ਪਾਸਾ ਲਾਉਂਦੇ ਆ, ਦੂਜੇ ਵਾਲੇ ਪਾਸੇ ਫਿਰ ਰਾਜਾ ਵੜਿੰਗ ਸਾਹਿਬ ਦੀ ਉਹ ਵੀਡੀਓ ਚੱਲੇ ਤੇ ਉਸ ਵੀਡੀਓ ਦੇ ਵਿੱਚ ਫਿਰ ਜਿੱਦਾਂ ਉਹ ਸ਼ੁਰੂ ਹੁੰਦੇ ਨੇ ਵੀ ਮਹਾਰਾਜ ਵੈਸੇ ਤਾਂ ਤੁਸੀਂ ਬੜੇ ਕਹਿੰਦੇ ਇਮਾਨਦਾਰ ਹੋ, ਤੁਸੀਂ ਕਹਿੰਦੇ ਟੋਲ ਟੈਕਸ ਵੀ ਆਪ ਦਿੰਦੇ ਹੋ, ਗਨਮੈਨ ਤੁਸੀਂ ਕਹਿੰਦੇ ਮੈਂ ਲੈਂਦਾ ਨਹੀਂ। ਉਹ ਕਹਿੰਦੇ ਮੰਤਰੀ ਹੋ ਕੇ ਗਨਮੈਨ ਤੇ 18 ਮਿਲਦੇ ਆ ਤੇ ਤੁਹਾਨੂੰ 40 ਕਿੱਦਾਂ ਦਿੱਤੇ ਸੀ ਤੇ ਉਹ 40 ਬੰਦੇ ਕਿਹੜਾ ਕੰਮ ਕਰਦੇ ਸੀ? ਉਹ ਤਾਂ ਕਹਿੰਦੇ ਪਤਾ ਨਹੀਂ ਖੇਤੀਬਾੜੀ ਦੀ ਗੱਲ ਵੀ ਵਿੱਚ ਕਰੀ ਜਾਂਦੇ। ਫਿਰ ਕਹਿੰਦੇ ਵੀ ਤੁਸੀਂ ਕਹਿੰਦੇ ਵੀ ਮੈਂ ਪੰਜਾਬ ਦਾ ਖਜ਼ਾਨਾ ਬਚਾਉਣ ਲਈ ਸਾਰਾ ਕੁਝ ਕਰਦਾ ਰਿਹਾ, ਪਰ ਜਿਹੜੀ ਕੋਠੀ, ਸ਼ਬਦ ਵੇਖੋ ਕਿਹੜਾ ਵਰਤਿਆ ਰਾਜਾ ਵੜਿੰਗ ਸਾਹਿਬ ਨੇ, ਉਹ ਕਹਿੰਦੇ ਮੁੱਖ ਮੰਤਰੀ ਦੀਆਂ ਲੇਲੜੀਆਂ ਕੱਢ ਕੇ ਤੁਸੀਂ ਲਈ ਕੋਠੀ, ਉਹ ਸਰਕਾਰੀ ਕੋਠੀ। ਵੈਸੇ ਕਹਿੰਦੇ ਪ੍ਰਾਈਵੇਟ ਕੋਠੀ ਤੁਹਾਡੀ ਲਾਗੇ ਸੀ ਪਰ ਤੁਸੀਂ ਸਰਕਾਰੀ ਕੋਠੀ ਆਖਿਆ ਵੀ ਮੈਨੂੰ ਇਹੋ ਹੀ ਚਾਹੀਦੀ ਹੈ। ਉਹ ਤਾਂ ਚਾਹੀਦੀ ਹੈ ਸ਼ਾਇਦ ਉਸ ਕੋਠੀ ਦੇ ਉੱਪਰ ਮਜੀਠੀਆ ਸਾਹਿਬ ਨੇ ਰੈਨੋਵੇਸ਼ਨ ਕਹਿੰਦੇ ਕਰਵਾਈ ਸੀ ਚੰਗੀ ਤੇ ਵੀ ਪੈਸਾ ਲਾਉਣ ਦੀ ਲੋੜ ਨਹੀਂ ਸੀ। ਉਸ ਕੋਠੀ 'ਚ ਕਹਿੰਦੇ ਵੀ ਤੁਸੀਂ ਚਾਹ ਤੇ ਕਿਸੇ ਨੂੰ ਪਿਆਉਂਦੇ ਨਹੀਂ ਸੀ, ਪਰ 36 ਏਸੀ ਲੱਗੇ ਸੀ, ਉਹ ਵੀ ਸਰਕਾਰੀ ਖਾਤੇ 'ਤੇ ਚੱਲਦੇ ਸੀ। ਪਰ ਜਾਂਦੇ ਜਾਂਦੇ ਫਿਰ ਕਹਿੰਦੇ ਤੁਸੀਂ ਸ਼ਾਇਦ ਉਹ ਵੀ ਉਹਨਾਂ ਨੇ ਕਿਹਾ, ਉਹ ਕਹਿੰਦੇ ਇੱਕੋ ਹੀ ਉਦਾਹਰਨ ਹੋਣੇ ਆ ਵੀ ਜਦੋਂ ਸਰਕਾਰੀ ਕੋਠੀ ਖਾਲੀ ਹੋਈ ਹੈ ਤੇ ਖਜ਼ਾਨੇ ਦੀ ਗੱਲ ਕਰਨ ਵਾਲੇ ਮੰਤਰੀ ਸਾਹਿਬ ਡਾਈਨਿੰਗ ਟੇਬਲ ਵੀ ਲੈ ਕੇ ਵਿੱਚੋਂ ਸਰਕਾਰੀ। ਹੁਣ ਮੈਨੂੰ ਲੱਗਦਾ ਵੀ ਹੋ ਸਕਦਾ ਬਾਅਦ ਦੇ ਵਿੱਚ ਮਨਪ੍ਰੀਤ ਬਾਦਲ ਸਾਹਿਬ ਨੇ ਸੋਚਿਆ ਵੀ ਯਾਰ ਸਾਰੀ ਗੱਲਬਾਤ ਵਧੀਆ ਹੋ ਗਈ ਸੀ, ਐਵੇਂ ਰਾਜੇ ਵੜਿੰਗ ਵਾਲੀਆਂ 2 ਲੈਣਾ ਨਾ ਬੋਲ ਦੇਣਾ ਤੇ ਗੱਲ ਬਣ ਜਾਣੀ। ਸੰਧਾਲੀਆ ਸਾਹਿਬ ਤੁਸੀਂ ਦੇਖੋ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਨਾ ਕਿ ਇੱਕ ਲੀਡਰ ਮਾਝੇ 'ਚੋਂ ਫੜਿਆ ਗਿਆ। ਮੈਂ ਮਾਝਾ ਸ਼ਬਦ ਇਸ ਕਰਕੇ ਵਰਤ ਰਿਹਾ, ਬਾਰ-ਬਾਰ ਨਾਂ ਇਲਾਕੇ ਦਾ ਵੀ ਨਹੀਂ ਲੈਣਾ ਚਾਹੀਦਾ, ਆਪਾਂ ਪਿੰਡ ਸ਼ਹਿਰ ਦਾ ਨਾਂ ਲਈਏ। ਇੱਕ ਕਹਾਣੀ ਹੋ ਗਈ ਕਿ ਉਹਨੂੰ ਅਕਾਲੀ ਵੀ ਰੱਖ ਲੈਂਦੇ, ਕਾਂਗਰਸੀ ਵੀ ਰੱਖ ਲੈਂਦੇ, ਆਪ ਵਾਲੇ ਵੀ ਨਾਲ ਤੁਰੀ ਫਿਰਦੇ ਆ। ਇੱਧਰਲੇ ਪਾਸੇ ਇੱਕ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪਚੰਦ ਸਿੰਗਲਾ ਸਾਹਿਬ ਮਨਪ੍ਰੀਤ ਸਿੰਘ ਬਾਦਲ 'ਤੇ ਦੋਸ਼ ਲਾਉਂਦੇ ਆ। ਮਨਪ੍ਰੀਤ ਸਿੰਘ ਬਾਦਲ ਸਰੂਪਚੰਦ ਸਿੰਗਲਾ ਸਾਹਿਬ 'ਤੇ 6 ਦੋਸ਼ ਲਾਉਂਦੇ ਆ। ਫਿਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਵੜਿੰਗ ਸਾਹਿਬ 'ਤੇ ਦੋਸ਼ ਲਾਉਂਦੇ ਆ। ਵੜਿੰਗ ਸਾਹਿਬ 16 ਦੋਸ਼ ਉਹਨਾਂ 'ਤੇ ਲਾਉਂਦੇ ਆ। ਜਾਣੀ ਜਾਈਏ ਕਿੱਧਰ ਨੂੰ? ਜਾਣੀ ਕਹਾਣੀ ਆਮ ਬੰਦੇ ਦੀ ਸਮਝੋ ਬਾਹਰ ਹੋ ਜੂ। ਤੁਸੀਂ ਦੇਖੋ ਸੰਧਾਲੀਆ ਸਾਹਿਬ, ਬੜੀ ਅਜੀਬੋ ਗਰੀਬ ਗੱਲ ਹੈ ਕਿ ਜਦੋਂ ਰਾਜਾ ਵੜਿੰਗ ਸਾਹਿਬ ਰਾਜਾ ਵੜਿੰਗ ਸਾਹਿਬ ਜਿਹੜੇ ਆ ਨਾ, ਆਮ ਤੌਰ ਦੇ ਉੱਤੇ ਉਹ ਇਸ ਤਰੀਕੇ ਬਿਆਨ ਦਿੰਦੇ ਹੁੰਦੇ ਜਦੋਂ ਕ੍ਰਿਕਟ ਦੇ ਵਿੱਚ ਮਿਡਲ ਆਰਡਰ ਨਹੀਂ ਹੁੰਦਾ ਕਿ ਜਦੋਂ 50 ਦੇ ਵਿੱਚੋਂ 35-36 ਓਵਰ ਖੇਡੇ ਜਾ ਚੁੱਕੇ ਹੁੰਦੇ ਆ, ਉਹਦਾ ਮਿਡਲ ਆਰਡਰ ਵਾਲਾ ਬੰਦਾ ਹੁੰਦਾ ਨਾ, ਉਹਦੇ ਉੱਤੇ ਜੇ ਤਾਂ ਓਪਨਰ ਛੇਤੀ ਆਊਟ ਹੋ ਜਾਣ ਉੱਤੇ ਬੋਝ ਬੜਾ ਹੁੰਦਾ ਕਿ ਹੁਣ ਤੂੰ ਵਿਕਟ ਵੀ ਬਚਾ ਕੇ ਰੱਖਣੀ ਆ, ਤੂੰ ਰਨ ਵੀ ਬਣਾਉਣੇ ਆ। ਤਾਂ ਜੇ ਮੋਹਰਲੇ ਬੰਦੇ ਹੌਲੀ ਹੌਲੀ ਟੁਕ 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 ਕਰਦੇ ਰਹੇ, ਹੁਣ ਪਿੱਛੇ ਰਨਾਂ ਦਾ ਅੰਬਾਰ ਲੱਗਾ ਆ ਹੋਵੇ, ਜੇ ਬਣਾਉਣੇ ਆ ਤੇ ਓਵਰ ਮੋਹਰਲੇ ਖਰਾਬ ਕਰਕੇ ਮੁੜ ਕੇ ਉੜ ਗਿਆ ਤੇ ਥੋੜ੍ਹੇ ਓਵਰਾਂ ਦੇ ਵਿੱਚ ਛੇਤੀ ਰਨ ਬਣਾਉਣ ਦਾ ਜ਼ਿੰਮਾ ਵੀ ਇਹਨਾਂ ਦੇ ਸਿਰ ਹੀ ਹੁੰਦਾ। ਆਮ ਤੌਰ 'ਤੇ ਰਾਜਾ ਵੜਿੰਗ ਸਾਹਿਬ ਉੱਥੇ ਹੁੰਦੇ ਆ, ਪਰ ਐਤਕੀ ਐਂ ਲੱਗਦਾ ਸੀ ਜਿੱਦਾਂ ਕਹਿ ਕੇ ਨਹੀਂ ਮੈਂ ਐਤਕੀ ਓਪਨਿੰਗ ਕਰਨੀ ਹੈ, ਨਾ ਮੈਂ ਮੂਹਰੇ ਖੇਡੂੰਗਾ, ਮੈਂ ਪਹਿਲੇ 15 ਓਵਰਾਂ ਦੇ ਵਿੱਚ ਦੇਖਿਓ ਕੀ ਕਰਦਾ। ਹੁਣ ਉਹ ਰਾਜਾ ਵੜਿੰਗ ਸਾਹਿਬ ਨੇ ਜਿਸ ਤਰੀਕੇ ਇਹ ਗੱਲ ਆਖੀ
ਕਿ ਦੇਖੋ ਜੀ ਮਨਪ੍ਰੀਤ ਸਿੰਘ ਬਾਦਲ ਜੀ ਉਹਨਾਂ ਤੋਂ 2 ਵਾਰੀ ਤੂੰ ਕਹਿ ਹੋਗਾ, ਕਹਿੰਦੇ ਮਾਫ ਕਰਨਾ ਤੁਸੀਂ ਤੁਸੀਂ। ਹੁਣ ਉਹਦੇ ਵਿੱਚ ਆ ਚੰਗਾ ਹੋਇਆ ਤੁਸੀਂ ਗੱਲ ਕੀਤੀ ਡਾਈਨਿੰਗ ਟੇਬਲ ਦੀ, ਤੁਸੀਂ ਗੱਲ ਕੀਤੀ ਆ ਸਾਰਾ ਕੁਝ ਜਿਹੜਾ ਚੱਲਦਾ ਰਿਹਾ। ਰਾਜਾ ਵੜਿੰਗ ਸਾਹਿਬ ਨੇ 2-3 ਚੀਜ਼ਾਂ ਹੋਰ ਦੱਸੀਆਂ। ਉਹ ਕਹਿੰਦੇ ਜੀ ਬਾਕੀ ਤਾਂ ਸਾਰਾ ਕੁਝ ਠੀਕ ਹੈ, ਤੇ ਉਹਨਾਂ ਨੇ ਉਹਨਾਂ ਦੀ ਪਤਨੀ, ਉਹਨਾਂ ਦੇ ਬੇਟੇ ਤੇ ਉਹਨਾਂ ਦੇ ਬਾਪੂ ਜੀ ਜਿਹੜੇ ਦੁਨੀਆ ਤੇ ਨਹੀਂ, ਗੁਰਦਾਸ ਸਿੰਘ ਬਾਦਲ, ਕਹਿੰਦੇ ਜੀ ਉਹ ਗਨਮੈਨ ਕਿੱਥੋਂ, ਜਾਣੀ ਕਿ ਕਿੱਦਾਂ। ਇੱਕ ਉਹ ਕਹਿੰਦੇ ਜੀ ਮੈਂ ਨਾਂ ਨਹੀਂ ਲੈਣਾ, ਇੱਕ ਟੈਕਸ ਜਿਹਾ ਕੱਟਿਆ ਜਾਂਦਾ ਹੁੰਦਾ ਸੀ ਬਠਿੰਡੇ ਵਾਲੇ ਪਾਸਿਓਂ, ਕਿਹਦੇ ਨਾਂ ਦੇ ਉੱਤੇ ਕੱਟਿਆ ਜਾਂਦਾ ਸੀ, ਕਹਿੰਦੇ ਮਾੜਾ ਜਿਹਾ ਉਹ ਵੀ ਦੱਸਿਓ। ਹੋਰ ਤੁਸੀਂ ਦੇਖੋ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੇ ਸਾਫ਼ ਕਹਿਤਾ, ਉਹ ਕਹਿੰਦੇ ਜੀ ਮੈਂ ਜਿਹਨੂੰ ਵੀ ਮਿਲਦਾ ਚਿੱਟੇ ਦਿਨ ਮਿਲਦਾ, ਮੈਂ ਨਹੀਂ ਕਿਸੇ ਨੂੰ ਇੱਦਾਂ ਮਿਲਦਾ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਚਲਾਕ ਸ਼ਬਦ ਦੇ ਮੂਹਰੇ ਵੀ ਇੱਕ ਉਹਨਾਂ ਨੇ ਵਰਤਿਆ ਸ਼ਬਦ ਕਿ ਤੁਸੀਂ ਸ਼ੁਰੂ ਤੋਂ ਚਲਾਕ ਸੀ, ਮੈਂ ਉਹ ਸ਼ਬਦ ਨਹੀਂ ਵਰਤਦਾ। ਤੇ ਨਾਲ ਹੀ ਜਿਹੜਾ ਦੋਸ਼ਕ ਬਹੁਤ ਵੱਡਾ ਹੈ ਸੰਧਾਲੀਆ ਸਾਹਿਬ, ਤੁਹਾਨੂੰ ਯਾਦ ਹੈ ਮਨਪ੍ਰੀਤ ਸਿੰਘ ਬਾਦਲ ਸਾਹਿਬ ਜਦੋਂ ਮੰਤਰੀ ਮੇਰੇ ਖਿਆਲ ਸਨ ਜਾਂ ਮੰਤਰੀ ਨਹੀਂ ਸਨ, ਕਾਂਗਰਸ ਦੇ ਵਿੱਚ ਹੀ ਸੀਗੇ, ਤਾਂ ਉਦੋਂ ਰਾਜਾ ਵੜਿੰਗ ਸਾਹਿਬ ਨੇ ਇਲੈਕਸ਼ਨ ਲੜੀ ਸੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ, 20,000 ਤੋਂ ਘੱਟ ਵੋਟਾਂ ਦੇ ਫਰਕ ਨਾਲ ਹਰੇ ਸੀ। ਹੁਣ ਉਸ ਵੇਲੇ ਸਾਰੀ ਦੁਨੀਆ ਨੇ 12 ਲੋਕ ਸਭਾ ਦੀਆਂ ਸੀਟਾਂ ਛੱਡਤੀਆਂ ਸੀ ਪੰਜਾਬ ਦੀਆਂ ਕਿ ਜਿਹੜਾ ਮਰਜ਼ੀ ਜਿੱਤ ਜਾ, ਜਿਹੜਾ ਮਰਜ਼ੀ ਹਟ ਜਾਓ, ਸਾਨੂੰ ਲੈਣਾ ਦੇਣਾ ਕੋਈ ਨਹੀਂ। ਬਠਿੰਡਿਓਂ ਕੌਣ ਜਿੱਤਦਾ, ਸਾਰੇ ਪੰਜਾਬ ਨਹੀਂ ਦੁਨੀਆ ਭਰ 'ਚ ਬੈਠੇ ਪੰਜਾਬੀਆਂ ਦੀਆਂ ਨਜ਼ਰਾਂ ਉੱਧਰ ਸੀ। ਰਾਜਾ ਵੜਿੰਗ ਸਾਹਿਬ ਨੇ ਠੋਕ ਕੇ ਪ੍ਰਚਾਰ ਕੀਤਾ, ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਠੋਕ ਕੇ ਪ੍ਰਚਾਰ ਕੀਤਾ। ਤੇ ਉਦੋਂ ਨਵਜੋਤ ਸਿੰਘ ਸਿੱਧੂ ਦਾ ਪੰਗਾ ਉਦੋਂ ਹੀ ਪਿਆ, ਉਸੇ ਇਲੈਕਸ਼ਨ 'ਚ ਹੀ ਪਿਆ ਨਾ, ਜਦੋਂ ਆਣ ਕੇ ਪ੍ਰਚਾਰ ਕਰਦੇ ਹੁੰਦੇ ਤਾਂ ਬਾਅਦ 'ਚ ਮੰਤਰੀ ਦਾ ਅਹੁਦਾ ਛਡਾਵੇ 25-75 ਦੀ ਗੱਲ ਉਦੋਂ ਹੀ ਕੀਤੀ ਸੀ ਉਹਨਾਂ ਨੇ। ਉਸ ਇਲੈਕਸ਼ਨ ਦੇ ਬਾਬਤ ਆ ਹੁਣ ਵੜਿੰਗ ਸਾਹਿਬ ਨੇ ਕਿਹਾ, ਕਹਿੰਦੇ ਜੀ ਰਾਤ ਨੂੰ 12 ਵਜੇ ਬਾਦਲ ਸਾਹਿਬ ਦੇ ਨਾਲ ਮੀਟਿੰਗਾਂ ਕਰਕੇ ਮੇਰੀ ਹਾਰ ਦਾ ਮੈਦਾਨ ਕਿਹਨੇ ਤਿਆਰ ਕੀਤਾ। ਜਾਣੀ ਉਹਨਾਂ ਨੇ ਸਾਫ਼ ਕਿਹਾ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਜਿਹੜੀ ਦਾਜ ਵਾਲੀ ਕਾਰ ਦਾ ਜ਼ਿਕਰ ਕਰਦੇ ਸੀ ਕਿ ਕਿਸ਼ਤਾਂ ਤੇ ਲੈ ਕੇ ਦਿੱਤੀ, ਉਹ ਵੀ ਸਿਰਫ ਲੋਕਾਂ ਨੂੰ ਇਹ ਦਰਸਾਉਣ ਦੇ ਲਈ ਕਿ ਅਸੀਂ ਬਾਦਲ ਪਰਿਵਾਰ ਟੁੱਟ ਚੁੱਕੇ ਹਾਂ, ਕਿਉਂਕਿ ਲੋਕ ਕਹਿੰਦੇ ਸੀ ਇੱਕੋ ਹੀ ਹੈ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਦੇ ਵਿੱਚ ਵੱਡੇ ਬਾਦਲ ਸਾਹਿਬ ਨੇ ਤੁਹਾਨੂੰ ਭੇਜਿਆ ਸੀ ਕਿ ਕਾਂਗਰਸ ਦਾ ਬੇੜਾ ਗਰਕ ਕਰੋ ਜਾ ਕੇ, ਤੇ ਤੁਸੀਂ ਕਹਿੰਦੇ ਜੀ ਕੀਤਾ। ਹੁਣ ਪੰਜਾਬ ਦੀ ਸਿਆਸਤ ਦੇ ਕਿਤਾਬ ਦੇ ਇਹ ਜਿਹੜੇ ਵਰਕੇ ਫੋਲੇ ਜਾ ਰਹੇ ਆ, ਇਹ ਬੜੇ ਅਜੀਬੋ ਗਰੀਬ ਨੇ, ਆਮ ਬੰਦੇ ਦੀ ਸਮਝ ਤੋਂ ਬਾਹਰ ਨੇ। ਹੁਣ ਭਗਵੰਤ ਮਾਨ ਸਾਹਿਬ ਤੋਂ ਵੜਿੰਗ ਸਾਹਿਬ ਕਹਿੰਦੇ ਮੈਂ ਵੀ ਨਹੀਂ ਡਰਦਾ, ਮਨਪ੍ਰੀਤ ਸਿੰਘ ਬਾਦਲ ਹੋਰੀ ਕਹਿੰਦੇ ਮੈਂ ਵੀ ਨਹੀਂ ਡਰਦਾ। ਹੁਣ ਪੰਜਾਬ ਦੇ ਲੋਕ ਜਦੋਂ ਸੋਚਣਗੇ ਕਿ ਜਦੋਂ ਹੜ੍ਹ ਆਏ ਸੀ ਪੰਜਾਬ 'ਚ, ਜਦੋਂ ਪੰਜਾਬ ਦੇ ਵਿੱਚ MSP ਬਹੁਤੀਆਂ ਫਸਲਾਂ ਦੀ ਨਹੀਂ ਸੀ ਮਿਲਦੀ, ਜਦੋਂ ਪੰਜਾਬ ਦੇ ਬੱਚੇ ਜਿਹੜੇ ਵਿਦੇਸ਼ਾਂ 'ਚ ਜਾ ਰਹੇ, ਜਦੋਂ ਪਾਣੀ ਦਾ ਪੱਧਰ ਥੱਲੇ ਚਲੇ ਗਿਆ ਸੀ, ਤੇ ਉਦੋਂ ਜਿਨ੍ਹਾਂ ਨੇ ਇਹ ਸਾਰੇ ਬੰਦੇ ਬਚਾਉਣੇ ਸੀ, ਕੋਈ ਡਾਈਨਿੰਗ ਟੇਬਲ ਸਰਕਾਰੀ ਕੋਠੀ 'ਚ ਧੋਈ ਜਾਂਦਾ ਹੈ, ਕੋਈ ਇਲੀਗਲ ਕਲੋਨੀਆਂ ਕੱਟੀ ਜਾਂਦਾ ਹੈ, ਕੋਈ ਮਾਸਕ ਲਾ ਕੇ ਦੂਜੇ ਲੀਡਰਾਂ ਨੂੰ ਮਿਲੀ ਜਾਂਦਾ ਹੈ, ਕੋਈ ਬੰਦਾ ਰਾਤ ਨੂੰ 12 ਵਜੇ ਜਾ ਕੇ ਦੂਜੀ ਪਾਰਟੀ ਦੇ ਲੀਡਰ ਤੇ ਆਪਦੇ ਪਰਿਵਾਰ ਦੇ ਮੈਂਬਰ ਨਾਲ ਸਮਝੌਤਾ ਕਰਕੇ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਹਰਾਈ ਜਾਂਦਾ ਹੈ। ਇਹ ਸਾਰਾ ਕੁਝ ਸੰਧਾਲੀਆ ਸਾਹਿਬ, ਮੈਨੂੰ ਨਹੀਂ ਪਤਾ ਇਹਦੇ ਵਿੱਚੋਂ ਕਿੰਨੀਆਂ ਗੱਲਾਂ ਸੱਚੀਆਂ ਜਾਂ ਕਿੰਨੀਆਂ ਝੂਠੀਆਂ, ਪਰ ਪੰਜਾਬ ਦੀ ਸਿਆਸਤ ਦੇ ਪਿਆਜ਼ ਦੇ ਵਿਚਾਲੇ ਇੱਕ ਗੋਲ ਜੀ ਹੁੰਦੀ ਨਾ, ਬੱਚੀ ਕਹਿੰਦੇ ਉਹਨੂੰ ਤੁਰੀ ਜੀ, ਉਹ ਕੱਢ ਕੇ ਬਾਹਰ ਲੈ ਆਂਦੇ। ਆਹ ਨਹੀਂ ਤੁਸੀਂ ਦੇਖੋ ਵੀ ਇਹ ਵੈਸੇ ਵੀ ਚਲੋ ਦੋਵੇਂ ਲੀਡਰ ਸਤਿਕਾਰਤ ਨੇ। ਹੁਣ ਦੇਖੋ ਸਤਿਕਾਰਤ ਮੈਂ ਤਾਂ ਕਹਿੰਦਾ ਵੀ ਕਿਸੇ ਨੂੰ ਇਹ ਨਾ ਲੱਗੇ ਵੀ ਯਾਰ ਉਹ ਬੰਦੇ ਫਿਲਹਾਲ ਮੇਨ ਸੀਨ ਤੋਂ ਲਾਂਭੇ ਨੇ। ਹਾਲਾਂਕਿ ਚਲੋ ਰਾਜਾ ਵੜਿੰਗ ਸਾਹਿਬ ਤਾਂ ਜੇ ਵੀ MLA ਨੇ, ਕਾਂਗਰਸ ਦੇ ਪ੍ਰਧਾਨ ਨੇ। ਮਨਪ੍ਰੀਤ ਬਾਦਲ ਸਾਹਿਬ ਜਿਹੜੀ ਪਾਰਟੀ ਚੱਲ ਗਏ ਨੇ, ਮੈਨੂੰ ਬਹੁਤ ਆਸ ਇਹ ਜਾਪਦੀ 2024 'ਚ ਹੋ ਸਕਦਾ ਟਿਕਟ ਵਾਲਾ ਕੰਮ ਉਧਰੋਂ ਵੀ ਉਹ ਆਸ ਰੱਖਣ ਵੀ ਹੁਣ ਚਲੋ ਕੋਈ ਗੱਲ ਨਹੀਂ, ਕਮਲ ਦੇ ਫੁੱਲ ਦੇ ਉੱਪਰ ਆਪਾਂ ਹੁਣ ਮੋਹਰ ਲਾਉਣੀ ਹੈ ਜਨਾਬ। ਇਹ ਰਾਜਾ ਵੜਿੰਗ ਦਾ ਨਾ ਜਿੰਨੀ ਨਾ ਜਨਾਬ ਕਿਹਾ ਮੂੰਹ ਤੇ ਚੜ੍ਹ ਜਾਂਦਾ। ਖੈਰ ਕਹਿਣ ਤੋਂ ਭਾਵ ਇਹ ਹੋ ਗਿਆ ਵੀ ਉਦੋਂ ਫਿਰ ਲੋਕਾਂ 'ਚ ਜਾਣਾ, ਲੋਕਾਂ ਨੇ ਫਿਰ ਵੋਟਾਂ ਪਾਉਣੀਆਂ ਨੇ। ਆਪਾਂ ਤਾਂ ਇਹ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਵੀ ਇੱਦਾਂ ਇੱਕ ਦੂਸਰੇ ਦੇ ਨਾਲ ਢੇਡੜੀਆਂ ਲੈਣੀਆਂ ਬੇਸਿਕਲੀ, ਵੀ ਕਿਹੜਾ ਚੰਗਾ ਤੇ ਕਿਹੜਾ ਤਕੜਾ, ਕਿਹੜਾ ਮਾੜਾ ਤੇ ਕਿਹਦੇ 'ਚ ਕਿੰਨਾ ਕੁ ਜ਼ੋਰ ਹੈ, ਉਹਦੇ ਨਾਲੋਂ ਚੰਗਾ ਇਹ ਆ ਵੀ ਲੋਕਾਂ 'ਚ ਜਾਇਆ ਜਾਵੇ, ਲੋਕਾਂ ਨੂੰ ਦੱਸਿਆ ਜਾਵੇ ਵੀ ਯਾਰ ਅਸੀਂ ਤੁਹਾਡੀ ਆਹ ਕੀਤਾ, ਜੇ ਕੋਈ ਕਮੀ ਪੇਸ਼ੀ ਰਹਿ ਗਈ ਤਾਂ ਵੀ ਮੰਨ ਲਈ ਜਾਵੇ। ਰਾਜਾ ਵੜਿੰਗ ਸਾਹਿਬ ਨੇ ਤਾਂ ਇਹ ਵੀ ਕਿਹਾ ਨਾ, ਉਹ ਕਹਿੰਦੇ ਵੀ ਯਾਰ ਤੁਸੀਂ ਕਹਿੰਦੇ ਸੀ ਬਹੁਤ ਕੀਤਾ ਬਹੁਤ ਕੀਤਾ ਬਹੁਤ ਕੀਤਾ, ਤੇ ਕਹਿੰਦੇ ਬਾਕੀ ਚਲੋ ਪੰਜਾਬ ਦੇ ਲੋਕ ਨਾ ਜਾਣਦੇ ਹੋਣਗੇ, ਬਠਿੰਡੇ ਵਾਲੇ ਤੇ ਜਾਣਦੇ ਹੀ ਆ ਨਾ। 62,000 ਆ ਕਹਿੰਦੇ 62-64,000 ਤੇ ਤੁਸੀਂ ਹਰੇ। ਇਸ ਲੈਵਲ ਤੇ ਜੇ ਉਹਨਾਂ ਨੇ ਹਰਾਇਆ ਕੋਈ ਕਾਰਨ ਤੇ ਹੋਊਗਾ ਹੀ। ਦੇਖੋ ਜਦੋਂ ਇਹ ਗੱਲਾਂ ਆਪਾਂ ਮਨਪ੍ਰੀਤ ਬਾਦਲ ਸਾਹਿਬ ਦੀਆਂ ਸੁਣਦੇ ਹਾਂ ਉਹ ਸਹੀ ਲੱਗਦੇ ਨੇ, ਜਦੋਂ ਰਾਜਾ ਵੜਿੰਗ ਸਾਹਿਬ ਦੀਆਂ ਸੁਣਦੇ ਨੇ ਉਹ ਸਹੀ ਲੱਗਦੇ ਨੇ। ਇੱਥੋਂ ਇੱਕ ਗੱਲ ਤੇ ਕਲੀਅਰ ਹੁੰਦੀ ਆ ਵੀ ਗੱਲਾਂ ਕਰਨ ਵਾਲੇ ਪਾਸਿਓਂ ਲੀਡਰਾਂ ਦੇ ਕੋਲੇ ਕਾਫੀ ਕਮਾਲ ਹੁੰਦਾ, ਇਸੇ ਕਰਕੇ ਤੋਂ ਲੋਕਾਂ ਨੂੰ ਗੱਲੀ ਲਾ ਕੇ ਵੋਟਾਂ ਲੈ ਲੈਂਦੇ ਆ। ਆਪਾਂ ਨੇ ਵੀ ਯਾਰ ਵੋਟਾਂ ਲੈਣ ਤੋਂ ਬਾਅਦ ਜਿਹੜੇ ਕੰਮ ਕਰਨ ਵਾਲੇ ਨੇ ਉਹਦੇ ਵਾਲੇ ਪਾਸੇ ਆ ਜਾਓ। ਜੇ ਉਹ ਕੀਤੇ ਜਾਣਗੇ ਤੇ ਹੋ ਸਕਦਾ ਬਾਅਦ ਦੇ ਵਿੱਚ ਲੋਕਾਂ ਨੂੰ ਇੱਦਾਂ ਭਾਸ਼ਣ ਦੇਣ ਦੀ ਜਾਂ ਇੱਦਾਂ ਸਮਝਾਉਣ ਦੀ ਜਾਂ ਇੱਦਾਂ ਵਰਗਲਾਉਣ ਦੀ ਲੋੜ ਹੀ ਨਾ ਪਵੇ। ਲੋਕਾਂ ਨੂੰ ਆਪਣੇ ਆਪ ਪਤਾ ਹੋਵੇ ਵੀ ਯਾਰ ਕਿਹਨੇ ਕੀ ਕੀਤਾ ਤੇ ਕਿਹਨੇ ਕੀ ਨਹੀਂ ਕੀਤਾ। ਇਹ ਠੀਕ ਹੈ ਸੰਧਾਲੀਆ ਸਾਹਿਬ ਤੁਹਾਡੀ ਗੱਲ, ਤੇ ਰਾਜਾ ਵੜਿੰਗ ਸਾਹਿਬ ਨੇ ਜਿੱਥੇ ਕ ਆਪਣਾ ਉਹ ਲਾਈਵ ਛੱਡਿਆ ਨਾ,
ਉਹ ਬਿਲਕੁਲ ਉਸੇ ਤਰੀਕੇ ਸੀ ਜਿਸ ਤਰੀਕੇ ਟੈਸਟ ਮੈਚ ਦੇ ਵਿੱਚ ਕਹਿੰਦੇ ਅੱਜ ਦੀ ਖੇਡ ਦੀ ਸਮਾਪਤੀ ਆ, ਕੱਲ੍ਹ ਨੂੰ ਦੋਨੇ ਬੱਲੇਬਾਜ਼ ਇੱਥੇ ਫੇ ਆ ਜਿਓ। ਹਾਂ ਨਹੀਂ ਉਹ ਤਾਂ ਇੱਦਾਂ ਹੈ ਵੀ ਮੈਨੂੰ ਹੁਣ ਛੇੜਿਓ ਹੁਣ ਛੇੜਿਓ। ਤੇ ਦੂਸਰੀ ਗੱਲ, ਰਾਜਾ ਵੜਿੰਗ ਸਾਹਿਬ ਨੇ ਇੱਕ ਗੱਲ ਵਧੀਆ ਕੀਤੀ। ਉਹ ਕਹਿੰਦੇ ਮਨਪ੍ਰੀਤ ਸਿੰਘ ਬਾਦਲ ਜੀ, ਕੋਈ ਮੇਰੀ ਫੋਟੋ, ਕੋਈ ਸਬੂਤ ਜੇ ਤੁਹਾਡੇ ਕੋਲੇ ਹੈਗਾ ਕਿ ਮੈਂ ਅੱਧੀ ਰਾਤ ਨੂੰ ਟੋਪੀ ਪਾ ਕੇ ਮਾਸਕ ਲਾ ਕੇ ਮੁੱਖ ਮੰਤਰੀ ਨੂੰ ਮਿਲਿਆ, ਉਹ ਕਹਿੰਦੇ ਮੈਂ ਸਿਆਣਾ ਹੋ ਗਿਆ ਹੁਣ ਮੈਂ ਹਿਸਾਬ ਨਾਲ ਬੋਲਦਾ, ਬਾਕੀ ਕੋਈ ਗੱਲ ਨਹੀਂ, ਉਹ ਦੇ ਦਿਓ। ਦੂਸਰਾ ਉਹ ਕਹਿੰਦੇ ਜਦੋਂ ਮੁੱਖ ਮੰਤਰੀ ਨੂੰ ਕੋਈ ਬੰਦਾ ਮਿਲ ਜਾਂਦਾ ਚੋਰੀ ਨਹੀਂ ਜਾ ਸਕਦਾ, ਇੰਨੇ ਤਰ੍ਹਾਂ ਦੀਆਂ ਏਜੰਸੀਆਂ ਦਾ ਉੱਥੇ ਪਹਿਰਾ ਹੁੰਦਾ, ਚੋਰੀ ਨਹੀਂ ਕੋਈ ਬੰਦਾ ਮਿਲ ਸਕਦਾ। ਚੋਰੀ ਤਾਂ ਕਹਿੰਦੇ ਅੱਧੀ ਰਾਤ ਨੂੰ 12 ਵਜੇ ਤੁਸੀਂ ਮਿਲਦੇ ਸੀ। ਮਨਪ੍ਰੀਤ ਸਿੰਘ ਬਾਦਲ ਜੀ, ਚੰਗਾ ਹੋਵੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਓ। ਜਿਸ ਰੂਪਚੰਦ ਸਿੰਗਲਾ ਸਾਹਿਬ ਨੇ ਕੋਈ ਗਲਤੀ ਕੀਤੀ ਹੈ ਤਾਂ ਪਰਚਾ ਕਰਾਓ, ਉਹਨਾਂ ਨੇ ਤੁਹਾਡੇ ਖਿਲਾਫ ਕਰਾਏ ਹੈ। ਤੇ ਇਸੇ ਤਰੀਕੇ ਜੇ ਤੁਹਾਡੇ ਕੋਲ ਸਬੂਤ ਹੈਗਾ, ਕੋਈ ਤੁਹਾਨੂੰ ਕਿਸੇ ਨੇ ਦੱਸਿਆ ਕਿ ਰਾਜਾ ਵੜਿੰਗ ਸਾਹਿਬ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੂੰ ਚੋਰੀ ਮਿਲਿਆ, ਮਿਲਣਾ ਗੁਨਾਹ ਨਹੀਂ ਹੈਗਾ, ਚੋਰੀ ਮਿਲਣਾ, ਕਿ ਜੇ ਉਹ ਚੋਰੀ ਮਿਲਿਆ ਤਾਂ ਤੁਸੀਂ ਦੱਸੋ। ਪੰਜਾਬ ਦੇ ਲੋਕਾਂ ਦਾ ਤਾਂ ਮੀਡੀਆ ਦਾ ਇਕੱਲਾ ਸਮਾਂ ਨਾ ਖਰਾਬ ਹੋਵੇ। ਤੁਸੀਂ, ਉਹਨਾਂ ਨੇ ਵੀ ਕਿਹਾ ਕਿ ਮੈਂ 9 ਸਾਲਾਂ ਦੇ ਵਿੱਚ ਪੰਜਾਬ ਦਾ ਹਿਸਾਬ ਦੇਣਾ, ਕਿ ਮੈਂ ਐਜ਼ ਏ ਫਾਈਨਾਂਸ ਮਿਨਿਸਟਰ, ਵਿੱਤ ਮੰਤਰੀ ਪੰਜਾਬ, ਮੈਂ ਪੰਜਾਬ ਨੂੰ ਕਿੰਨਾ ਬਚਾਇਆ। ਅਸੀਂ ਉਡੀਕ ਕਰਾਂਗੇ, ਤੁਸੀਂ ਉਹ ਹਿਸਾਬ ਕਿਤਾਬ ਦਿਓ। ਅਸੀਂ ਜਿਹੜੇ ਬਾਅਦ ਵਿੱਚ ਅਰਥ ਸ਼ਾਸਤਰੀ ਨੇ ਪੰਜਾਬ ਦੇ, ਡਾਕਟਰ ਸਰਦਾਰਾ ਸਿੰਘ ਜੌਹਲ ਹੋਰੀ ਵੀ ਨੇ, ਹੋਰ ਬਹੁਤ ਬੰਦੇ ਆ, ਅਸੀਂ ਉਹਨਾਂ ਨੂੰ ਪੁੱਛ ਲਾਂਗੇ ਕਿ ਭਾਈ ਆ ਗੱਲਾਂ ਪ੍ਰੈਕਟੀਕਲੀ ਜਿਹੜੀਆਂ ਨੇ ਸੱਚੀ ਮੁੱਚੀ ਪੰਜਾਬ ਦੇ ਹੱਕ ਤੇ ਅਸੀਂ ਤੁਹਾਡੀ ਪੇਠ ਥਾਪਣਾਂਗੇ। ਚਲੋ ਹੋ ਸਕਦਾ ਵੀ ਮਤਲਬ ਉਹ ਹਿਸਾਬ ਉਹਨਾਂ ਨੇ ਬੀਜੇਪੀ ਵਾਲਿਆਂ ਨੂੰ ਦਿੱਤਾ ਹੋਵੇ ਤਾਂ ਹੀ ਉਹਨਾਂ ਲੈ ਲਿਆ ਬੰਦਾ। ਨਾਲੇ ਉਹ ਕੈਪਟਨ ਸਾਹਿਬ ਦੀ ਉਦੋਂ ਸਹੀ ਪਵਾ ਲੈਣੀ, ਇਹਦੇ ਕਹਿੰਦੇ ਸਹੀ ਪਾਇਓ, ਇੱਕ ਕਹਿੰਦਾ ਸਹੀ ਤਸਦੀਕ ਕੀਤਾ ਜਾਂਦਾ, ਉਹ ਕਹਿੰਦੇ ਹਾਂਜੀ ਅਸੀਂ ਬਚਾਇਆ ਤੇ ਹੈਗਾ। ਖੈਰ ਚਲੋ, ਇਹ ਐਪੀਸੋਡ ਹੁਣ ਮੇਰਾ ਖਿਆਲ ਆ ਵੀ ਆਉਣ ਵਾਲੇ ਦਿਨਾਂ 'ਚ ਹੋ ਸਕਦਾ 1-2 ਵਾਰ ਫਿਰ ਸਾਹਮਣੇ ਆਵੇ, ਮੁੱਖ ਪਰਦੇ ਦੇ ਉੱਪਰ ਨਜ਼ਰ ਆਊਗਾ 2-4 ਦਿਨਾਂ ਦੇ ਲਈ। ਪਰ ਇਹਦੇ ਨਾਲ ਇੱਕ ਐਪੀਸੋਡ ਜਿਹੜਾ ਨਾ ਪਿਛਲੇ ਦਿਨੀ ਥੋੜ੍ਹਾ ਜਿਹਾ ਦੱਬਿਆ ਗਿਆ ਸੀ ਤੇ ਆਸ ਕੀਤੀ ਜਾ ਰਹੀ ਸੀ ਕਿ ਜਿੱਦਾਂ ਨਹੀਂ ਹੁੰਦਾ ਵੀ ਮਤਲਬ ਟੂ ਬੀ ਕੰਟੀਨਿਊ ਦੇ ਉੱਪਰ ਛੱਡ ਦਿੰਦੇ ਨੇ ਪੁਰਾਣੇ, ਆਪਾਂ ਮਤਲਬ ਹਿਸਾਬ ਨਾਲ ਦੇਖੀਏ ਤਾਂ ਜਿਹੜਾ ਹੁੰਦਾ ਵੀ ਐਤਵਾਰ ਦੇ ਐਤਵਾਰ ਸੀਰੀਅਲ ਆਉਂਦਾ ਹੁੰਦਾ ਸੀ, ਉਹਦਾ ਯਾਰ ਪਿਛਲੇ ਹਫ਼ਤੇ ਇੱਦਾਂ ਆਇਆ ਤੇ ਹੁਣ ਅਗਲੀ ਕਿਸ਼ਤ 'ਚ ਕੀ ਹੋਊਗਾ। ਅਗਲੀ ਕਿਸ਼ਤ ਦੀ ਉਡੀਕ ਇਹ ਕੀਤੀ ਜਾ ਰਹੀ ਸੀ ਕਿ ਵੀ ਪਿਛਲਾ ਟੂ ਬੀ ਕੰਟੀਨਿਊ ਉਦੋਂ ਲਿਖਿਆ ਗਿਆ ਸੀ ਜਦੋਂ ਪੰਜਾਬ ਦੇ ਗਵਰਨਰ ਸਾਹਿਬ ਨੇ ਕਿਹਾ ਸੀ ਕਿ ਮਾਨ ਸਾਹਿਬ ਤੁਸੀਂ ਜਿਹੜੇ ਬਿੱਲ ਭੇਜੇ ਨੇ ਮੈਨੂੰ ਤੇ ਤੁਸੀਂ ਕਹਿੰਦੇ ਹੋ ਵੀ ਫਟਾਫਟ ਉਹਨਾਂ ਦੇ ਉੱਪਰ ਦਸਤਖਤ ਕਰ ਦਿਓ, ਉਹ ਤੇ ਮੈਂ ਬਾਅਦ 'ਚ ਦੇਖਾਂਗਾ, ਪਹਿਲਾਂ ਮੈਨੂੰ ਇਹ ਤੇ ਪਤਾ ਲੱਗੇ ਕਿ ਜਿੱਥੇ ਤੁਸੀਂ ਉਹ ਬਿੱਲ ਪੇਸ਼ ਕੀਤੇ ਉਹ ਵਿਧਾਨ ਸਭਾ ਸੈਸ਼ਨ ਕੀ ਉਹ ਲੀਗਲ ਸੀ ਕਿ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਵੀ ਉਹ ਸੰਵਿਧਾਨਿਕ ਨਹੀਂ ਸੀ, ਇਸ ਕਰਕੇ ਮੈਂ ਕਾਨੂੰਨੀ ਰਾਏ ਲਵਾਂਗਾ। ਹੁਣ ਕਾਨੂੰਨੀ ਰਾਏ ਉਹਨਾਂ ਨੇ ਲੈ ਲਈ ਤੇ ਕਾਨੂੰਨੀ ਰਾਏ ਲੈਣ ਤੋਂ ਬਾਅਦ ਉਹਨਾਂ ਨੇ ਜਿਹੜੀ ਚਿੱਠੀ ਮੁੱਖ ਮੰਤਰੀ ਸਾਹਿਬ ਨੂੰ ਲਿਖੀ ਉਹਦੇ 'ਚ ਉਹਨਾਂ ਨੇ ਉਹ ਗੱਲ ਕਹਿਤੀ, ਕਹਿੰਦੇ ਮੈਂ ਤੁਹਾਨੂੰ ਕਿਹਾ ਸੀ ਕਿ ਮੈਨੂੰ ਇਹ ਲੀਗਲ ਲੱਗਦਾ ਨਹੀਂ, ਆਹ ਦੇਖੋ ਸਾਰੇ ਨੁਕਤੇ ਇਹਦੇ ਵਿੱਚ ਦਰਜ ਨੇ। ਉਹ ਵਿਧਾਨ ਸਭਾ ਦਾ ਸੈਸ਼ਨ ਸੰਵਿਧਾਨਿਕ ਹੀ ਨਹੀਂ ਸੀ ਹੈਗਾ ਤੇ ਜਿਹੜੇ ਤੁਸੀਂ ਉਹਦੇ ਵਿੱਚ ਬਿੱਲ ਪਾਸ ਕੀਤੇ ਨੇ ਉਹਨਾਂ ਤੋਂ ਉਹ ਸੰਵਿਧਾਨਿਕ ਕਿੱਦਾਂ ਹੋ ਸਕਦਾ। ਇਹ ਗੱਲ ਨਾ ਲਵ ਲੈਟਰ ਸ਼ਬਦ ਬੜਾ ਆਉਂਦਾ ਜੀ। ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਕਿਹਾ ਸੀ ਕਿ ਭਾਈ ਲਿਖ ਦਿੰਦੇ ਨੇ, ਉਹ ਕਹਿੰਦੇ ਜੀ ਮੇਰੇ ਲਵ ਲੈਟਰਾਂ ਦਾ ਮੁੱਖ ਮੰਤਰੀ ਸਾਹਿਬ ਜਵਾਬ ਦੇ ਦਿਆ ਕਰੋ। ਲਿਖਤੀ ਭੇਜਿਆ ਗਵਰਨਰ ਸਾਹਿਬ ਨੇ, ਚੰਗਾ ਹੋਇਆ ਲਿਖਤੀ ਭੇਜਿਆ, ਲਿਖਤੀ ਨੁਕਤੇ ਬੜੇ ਇੰਪੋਰਟੈਂਟ ਹੁੰਦੇ ਆ। ਨਾਲ ਕਹਿੰਦੇ ਉਹਨਾਂ ਨੇ ਉਹ ਖਰੜਾ ਵੀ ਭੇਜਿਆ ਜਿਹੜਾ ਕਾਨੂੰਨੀ ਮਾਹਿਰਾਂ ਦੀ ਰਾਏ ਲਈ ਹੈ ਕਿ ਭਾਈ ਇਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿ ਉਹ ਸੰਵਿਧਾਨਕ ਨਹੀਂ ਸੀ। ਜਿਹੜੀ ਇੱਕ ਇੰਪੋਰਟੈਂਟ ਗੱਲ ਉਹਨਾਂ ਨੇ ਕਹਿਤੀ, ਕਹਿੰਦੇ ਜੀ ਖਬਰਾਂ ਪਹੁੰਚ ਰਹੀਆਂ ਸਰਕਾਰ ਦੇ ਅੰਦਰ ਭ੍ਰਿਸ਼ਟਾਚਾਰ ਹੋ ਰਿਹਾ, ਮੈਂ ਤੁਹਾਨੂੰ ਚਿੱਠੀਆਂ ਲਿਖੀਆਂ, ਸੰਵਿਧਾਨਕ ਤੌਰ ਦੇ ਉੱਤੇ ਮੁੱਖ ਮੰਤਰੀ ਰਾਜਪਾਲ ਦੀ ਚਿੱਠੀ ਦਾ ਜਵਾਬ ਦੇਣ ਲਈ ਜਿਹੜਾ ਵਚਨਬੱਧ ਹੈ ਉਹਨੂੰ ਜਵਾਬ ਦੇਣਾ ਪੈਂਦਾ, ਉਹ ਬਿਨਾਂ ਜਵਾਬ ਦਿੱਤੇ ਨਹੀਂ ਰਹਿ ਸਕਦਾ। ਤੁਸੀਂ ਮੇਰੀ ਚਿੱਠੀਆਂ ਦਾ ਲਵ ਲੈਟਰਾਂ ਦਾ ਕਹਿੰਦੇ ਜਵਾਬ ਦਿੰਦੇ ਨਹੀਂ, ਇਹ ਸੰਵਿਧਾਨਕ ਉਲੰਘਣਾ ਹੈ, ਮੈਂ ਆਪਦੀ ਡਿਊਟੀ ਕਰ ਰਿਹਾ। ਹੁਣ 4 ਮਤੇ, ਇੱਕ ਗੁਰਬਾਣੀ ਪ੍ਰਸਾਰਣ ਦਾ ਗੁਰਦੁਆਰਾ ਸਿੱਖ ਐਕਟ ਦੇ ਵਿੱਚ ਸੋਧ ਦਾ, ਦੂਸਰਾ ਚਾਂਸਲਰ ਕੌਣ ਹੋਏ ਯੂਨੀਵਰਸਿਟੀਆਂ ਦਾ ਮੁੱਖ ਮੰਤਰੀ ਜਾਂ ਰਾਜਪਾਲ ਉਹ ਸੀ, ਤੀਸਰਾ ਡੀਜੀਪੀ ਪੰਜਾਬ ਪੁਲਿਸ ਦੀ ਨਿਯੁਕਤੀ ਦਾ ਸੀ, ਚੌਥਾ ਪੇਂਡੂ ਵਿਕਾਸ ਫੰਡ ਜਿਹੜਾ ਕੇਂਦਰ ਸਰਕਾਰ ਨੇ ਦਿੱਤਾ ਨਹੀਂ ਸੂਬਿਆਂ ਦਾ, ਉਸ ਮਸਲੇ ਤੇ ਸੀ। ਜੇ ਰਾਜਪਾਲ ਸਾਹਿਬ ਆਪਦੀ ਗੱਲ ਤੇ ਅੜੇ ਰਹੇ ਤਾਂ ਫਿਰ ਕਿਤੇ ਨਾ ਕਿਤੇ ਉਹ ਰੁਲ ਜਾਣੇ ਹੈ। ਸੁਪਰੀਮ ਕੋਰਟ ਚਲੀ ਜੂ ਪੰਜਾਬ ਸਰਕਾਰ, ਉੱਥੇ ਕਿਹੜੇ 1 ਤਰੀਕ ਦੇ ਵਿੱਚ ਤੈਅ ਹੋ ਜਾਣਾ। ਯਾਨੀ ਰਾਜਪਾਲ ਸਾਹਿਬ ਨੇ ਕਲੀਅਰ ਕਰ ਦਿੱਤਾ ਕਿ ਭਾਈ ਉਹ ਸੈਸ਼ਨ ਤੁਹਾਡਾ ਗੈਰ ਸੰਵਿਧਾਨਕ, ਮਤੇ ਮੁੱਤੇ ਦੇ ਉੱਤੇ ਸਾਈਨ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਮੇਰੀਆਂ ਚਿੱਠੀਆਂ ਦਾ ਜਵਾਬ ਦਿਓ ਕਿ ਭਾਈ ਆ ਭ੍ਰਿਸ਼ਟਾਚਾਰ ਦੀਆਂ ਗੱਲਾਂ ਬਾਤਾਂ ਕਿਉਂ ਚੱਲਦੀਆਂ। ਇਹ ਲੜਾਈ ਵਧਣੀ ਹੈ। ਹੋ ਸਕਦਾ ਆਪਣੇ ਗੱਲ ਕਰਦੇ ਕਰਦੇ ਜਦੋਂ ਪ੍ਰੋਗਰਾਮ ਦੀ ਸਮਾਪਤੀ ਹੋਵੇ ਤਾਂ ਸੰਧਾਲੀਆ ਸਾਹਿਬ ਉਦੋਂ ਹੀ ਆ ਜਾਵੇ ਮਸਲਾ ਅਗਲੇ ਪਾਸੇ ਨੂੰ ਕਿ ਭਾਈ ਆਹ ਦੇਖੋ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਸਾਹਿਬ ਨੇ ਜਵਾਬ ਦੇ ਦਿੱਤਾ। ਇਹ ਲੜਾਈ ਨਾ ਹੁੰਦੀ ਤਾਂ ਚੰਗਾ ਸੀ, ਇਹ ਮਸਲਾ ਸੁਲਝ ਜਾਂਦਾ ਤਾਂ ਚੰਗਾ ਸੀ, ਪਰ ਸੁਲਝਿਆ ਨਹੀਂ। ਆਪਾਂ ਹੁਣ ਚੰਡੀਗੜ੍ਹ ਆ। ਮੈਨੂੰ ਲੱਗਦਾ ਕਿ ਇਹਦੇ 'ਚ ਆਪਾਂ ਇੱਕ ਚੀਜ਼ ਐਡ ਕਰ ਦਈਏ ਵੀ ਇੱਕ ਤੇ ਮੇਰੇ ਖਿਆਲ 27 ਨੂੰ ਕੈਬਨਿਟ ਦੀ ਮੀਟਿੰਗ ਸੱਦ ਲਈ ਹੈ, ਹੋ ਸਕਦਾ ਕੈਬਨਿਟ ਦੇ ਵਿੱਚ ਦੁਬਾਰਾ ਕੋਈ ਨਾ ਕੋਈ ਜੋ ਚਿੱਠੀ ਆਈ ਉਹਦੇ 'ਤੇ ਵਿਚਾਰ ਹੋ ਜੇ। ਦੂਜੀ ਗੱਲ ਇਹ ਵੀ ਹੋ ਸਕਦਾ ਵੀ ਪਰਿਵਾਰ ਦੇ ਮਨਾਂ 'ਚ ਇਹ ਵੀ ਆਵੇ ਕਿ ਯਾਰ ਅੱਛਾ ਫਿਰ ਇਹਦਾ ਮਤਲਬ ਹੁਣ ਫਿਰ ਖਤਮ ਹੋ ਗਈ ਕਹਾਣੀ, ਫਿਰ ਸਰਕਾਰ ਗਈ ਉਹ ਹੈ ਗੁਰੂਆ, ਉਹ ਫਿਰ ਗਵਰਨਰ ਹੋਰਾਂ ਆਖਿਆ ਇੱਦਾਂ ਕਿੱਦਾਂ ਮਿੱਤਰੋ, ਹੈ ਆਮ ਕਿਉਂਕਿ ਪਿੰਡ ਜਦੋਂ ਆਪਾਂ ਇੱਦਾਂ ਦੀ ਗੱਲ ਕਰਦੇ ਫਿਰ ਲੱਗਦਾ ਵੀ ਯਾਰ ਥੋੜ੍ਹੀ ਜਿਹੀ ਉਹ ਗੱਲ ਜੀ ਬਣਦੀ ਹੈ। ਹੁਣ ਇਹਦੇ 'ਚ ਆਪਾਂ ਇੱਕ ਬੇਨਤੀ ਕਰਦੇ, ਇੱਕ ਤਾਂ ਗੱਲ ਠੀਕ ਕੀਤੀ ਤੁਸੀਂ ਵੀ ਸੁਪਰੀਮ ਕੋਰਟ ਵਾਲਾ ਰਾਹ ਹੈ, ਅਦਾਲਤ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਜਾ ਕੇ ਉਹਨਾਂ ਨੇ ਕੰਮ ਕਰਾ ਲਿਆ ਸੀ, ਹੁਣ ਵੀ ਕਰਾ ਲੈਣਗੇ।
ਮੈਂ ਇਹ ਗੱਲ ਇਹ ਵੀ ਸੋਚਦਾ ਵੀ ਜੇ ਮੰਨ ਲਓ ਵੀ ਉਹ ਮੰਨ ਵੀ ਲੈਣ ਵੀ ਹਾਂਜੀ ਵਿਧਾਨ ਸਭਾ ਦਾ ਸੈਸ਼ਨ ਮਹਾਰਾਜ ਇਹ ਤਾਂ ਲੀਗਲ ਨਹੀਂ ਸੀ ਬਣਦਾ, ਤੇ ਜਿਨ੍ਹਾਂ ਦੇ ਕੋਲ ਤਾਕਤ ਹੈ ਵਿਧਾਨ ਸਭਾ ਦਾ ਸੈਸ਼ਨ ਫੇਰ ਸੱਦ ਲੈਣਗੇ, 15 ਦਿਨ ਨੂੰ ਸੈਸ਼ਨ ਸੱਦ ਕੇ ਅਗਲੇ ਆਖਣਾ ਜੀ ਹੁਣ ਲੀਗਲ ਆ ਹੁਣ ਕਰੋ ਚਿੱਠੀ ਦੇ ਉੱਪਰ ਸਾਈਨ, ਫੇਰ ਕੀ ਹੋਊਗਾ ਦੱਸੋ? ਐਵੇਂ ਟਾਈਮ ਖਰਾਬ ਕਰਨ ਦੀ ਗੱਲ ਨਹੀਂ, ਟਾਈਮ ਖਰਾਬ ਕਰਨ ਦੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਦੋਨਾਂ ਧਿਰਾਂ ਨੂੰ, ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਦੁਆਰਾ ਜੁੜਿਆ ਤਾਂ ਕਰੋੜਾਂ ਰੁਪਈਆ ਪੰਜਾਬ ਦੇ ਲੋਕਾਂ ਦਾ ਗਿਆ। ਹਾਂ ਨਹੀਂ ਉਹ ਉਦੋਂ ਵੀ ਲੱਗਾ ਤੇ ਜੇ ਦੋਹਰੇ ਸੱਦਣਾ ਹੋਵੇ ਉਦੋਂ ਵੀ ਲੱਗਣਾ। ਹਾਂ ਤਾਂ ਪਤਾ ਫੇਰ ਵੀ ਨਹੀਂ ਨਿਪਰੇ ਜਾਣਾ ਕਿ ਨਹੀਂ ਕੁਛ। ਹਾਂ ਹੁਣ ਸੰਧਾਲੀਆ ਸਾਹਿਬ ਉਸੇ ਹੀ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਇੱਕ ਵਿਧਾਇਕ ਜੈਤੋਂ ਫਰੀਦਕੋਟ ਜ਼ਿਲ੍ਹੇ ਦੇ ਜੈਤੋਂ ਹਲਕੇ ਤੋਂ ਅਮੋਲਕ ਸਿੰਘ ਹੋਰੀ ਐਮਐਲਏ ਬਣਦੇ ਆ ਤੇ ਹੁਣ ਉਹਨਾਂ ਦੀ ਇੱਕ ਵੀਡੀਓ ਆਉਂਦੀ ਆ। ਪਹਿਲੀ ਗੱਲ ਕਿ ਅਸੀਂ ਸ਼ੁਰੂਆਤੀ ਦੌਰ ਦੇ ਵਿੱਚ ਬਿਲਕੁਲ ਨਹੀਂ ਕਹਿੰਦੇ ਕੌਣ ਸਹੀ ਹੈ ਜਾਂ ਕੌਣ ਗਲਤ ਹੈ। ਅਮੋਲਕ ਸਿੰਘ ਹੋਰੀ ਕਹਿੰਦੇ ਮੈਂ ਸਹੀ ਹਾਂ, ਉਹ ਟ੍ਰੈਫਿਕ ਪੁਲਿਸ ਵਾਲੇ ਕਹਿੰਦੇ ਜੀ ਮੈਂ ਸਹੀ ਹਾਂ। ਚੰਡੀਗੜ੍ਹ ਦੀ ਵੀਡੀਓ ਹੈ, ਵੀਡੀਓ ਦੇ ਵਿੱਚ ਸਿਰਫ ਇੰਨਾ ਕੁ ਨਜ਼ਰ ਆਉਂਦਾ ਹੈ ਕਿ ਇੱਕ ਟ੍ਰੈਫਿਕ ਪੁਲਿਸ ਦਾ ਕਰਮਚਾਰੀ ਵੀਡੀਓ ਬਣਾ ਰਿਹਾ ਤੇ ਉਹ ਕਹਿੰਦੇ ਜੀ ਤੁਸੀਂ ਇਸ ਤਰ੍ਹਾਂ ਵਿਹਾਰ ਕਿਉਂ ਕਰ ਰਹੇ, ਉਹ ਕਹਿੰਦੇ ਜੀ ਤੂੰ ਮੇਰੇ ਨਾਲ ਦੁਰਵਿਹਾਰ ਕੀਤਾ। ਉਹ ਕੈਮਰਾ ਲਾਗੇ ਲੈ ਕੇ ਜਾਂਦੇ ਆ, ਅਮੋਲਕ ਸਿੰਘ ਹੋਰੀ ਗੱਡੀ ਦੇ ਮੂਹਰਲੇ ਪਾਸੇ ਬੈਠੇ ਆ ਤੇ ਫਿਰ ਉਸ ਕੈਮਰੇ ਦੇ ਉੱਤੇ ਹੱਥ ਵੱਜਦਾ ਹੈ, ਨਜ਼ਰ ਆਉਂਦਾ ਕਿ ਅਮੋਲਕ ਸਿੰਘ ਹੋਰੀ ਅੱਗੇ ਨੂੰ ਆਉਂਦੇ ਨੇ, ਹੱਥ ਬਾਹਰ ਕੱਢਦੇ ਆ, ਉਹ ਕੈਮਰਾ ਡਿੱਗਦਾ ਹੈ, ਫਿਰ ਇੱਕ ਗਾਲ ਦੀ ਆਵਾਜ਼ ਆਉਂਦੀ ਹੈ ਪਿੱਛੋਂ। ਹੁਣ ਸੰਧਾਲੀਆ ਸਾਹਿਬ ਹੋਇਆ ਕੀ ਹੈ ਤੁਸੀਂ ਇਹ ਦੇਖੋ। ਅਮੋਲਕ ਸਿੰਘ ਹੋਰੀ ਕਹਿੰਦੇ ਕਿ ਸਾਨੂੰ ਰੋਕਿਆ ਗਿਆ ਤੇ ਅਸੀਂ ਪੁੱਛਿਆ ਕਿ ਕਹਾਣੀ ਕਿੱਧਰਲੇ ਪਾਸੇ ਹੈ, ਕਿ ਸਾਨੂੰ ਕਿਉਂ ਰੋਕਿਆ ਗਿਆ। ਮੇਰਾ ਕਹਿੰਦੇ ਜੀ ਗਨਮੈਨ ਨਿਕਲ ਕੇ ਬਾਹਰ ਗਿਆ। ਹੁਣ ਟ੍ਰੈਫਿਕ ਪੁਲਿਸ ਵਾਲਾ ਬੰਦਾ ਜਿਹੜਾ ਹੈ ਉਹ ਤਨਖਾਹ ਲੈਂਦਾ ਸਰਕਾਰੀ ਖਜ਼ਾਨੇ ਚੋਂ। ਮੈਂ ਉੱਧਰ ਜਾਣ ਤੋਂ ਵੀ ਪਹਿਲਾਂ ਇੱਕ ਬੇਨਤੀ ਕਰਦੇ ਹਾਂ, ਚੰਡੀਗੜ੍ਹ ਦਾ ਟ੍ਰੈਫਿਕ ਸਿਸਟਮ 100% ਠੀਕ ਨਹੀਂ, ਪਰ ਉਹ ਪੰਜਾਬ ਦੇ ਟ੍ਰੈਫਿਕ ਸਿਸਟਮ ਨਾਲ ਬਹੁਤ ਜ਼ਿਆਦਾ ਠੀਕ ਹੈ। ਅਸੀਂ ਅੱਜ ਵੀ ਚੰਡੀਗੜ੍ਹ ਜਾਈਏ, ਮਰੂਤੀ ਕਾਰ ਜਦੋਂ ਤੁਹਾਡੇ ਕੋਲ ਹੁੰਦੀ ਬਾਅਦ 'ਚ ਤਾਂ ਵੱਡੀਆਂ ਕਾਰਾਂ ਦੇ ਮਾਲਕ ਬਣ ਗਏ। ਹਾਂ ਪਰ ਉਹ ਪਤਾ ਨਹੀਂ ਹੈਗੀਆਂ ਕਿੱਥੇ ਨੇ। ਮਰੂਤੀ ਕਾਰ 'ਚ ਤੁਸੀਂ ਜਾਣਾ ਹੋਵੇ ਤਾਂ ਸਭ ਤੋਂ ਪਹਿਲਾਂ ਬੰਦਾ ਕਹਿੰਦਾ ਯਾਰ ਨੰਬਰ ਪਲੇਟ, ਚੰਡੀਗੜ੍ਹ ਜਾਣਾ ਨੰਬਰ ਪਲੇਟ ਸਹੀ ਲਵਾਓ, ਇਹਦੇ ਉੱਤੇ ਕੋਈ ਲਿਖਿਆ ਨਹੀਂ ਚਾਹੀਦਾ, ਨੰਬਰ ਲਿਖਿਆ ਹੋਣਾ ਚਾਹੀਦਾ, ਉਹ ਵੀ ਸਰਕਾਰੀ ਫੌਂਟ ਜਿਹੜਾ ਕਿ ਠੀਕ ਹੈ ਉਹਦੇ ਵਿੱਚ। ਫਿਰ ਬੰਦਾ ਮਹਾਲੀਓਂ ਗਾਂ ਜਾਂਦਾ ਕਹਿੰਦਾ ਬੈਲਟ ਲਾ ਯਾਰ, ਬੈਲਟ ਖਿੱਚ ਪਹਿਲਾਂ। ਤੁਸੀਂ ਸਕੂਟਰ ਮੋਟਰਸਾਈਕਲ ਤੇ ਹੋਵੋ ਯਾਰ ਹੈਲਮਟ ਚੰਗੀ ਤਰ੍ਹਾਂ ਲੈ, ਹੁਣ ਹੈਲਮਟ ਨਾਲ ਲਾਈ, ਮੜ ਜਾ ਉੱਤਰ ਕੇ ਦੇਖ ਮੈਂ ਇਸ਼ਾਰੇ ਜਗਾਉਣਾ, ਇਸ਼ਾਰੇ ਜਗਦੇ ਆ, ਸਾਰਾ ਕੁਛ ਪੋਲਿਊਸ਼ਨ ਹੈਗਾ, ਇੰਸ਼ੋਰੈਂਸ ਹੈਗੀ ਹੈ। ਇਹਦਾ ਮਤਲਬ ਸਾਫ਼ ਹੈ ਕਿ ਚੰਡੀਗੜ੍ਹ ਦੀ ਟ੍ਰੈਫਿਕ ਪੁਲਿਸ ਦਾ ਕੰਮ ਪੰਜਾਬ ਦੀ ਟ੍ਰੈਫਿਕ ਪੁਲਿਸ ਦੇ ਨਾਲੋਂ ਵੱਧ ਸੁਚਾਰੂ ਹੈ। ਮੈਂ ਨਹੀਂ ਕਹਿੰਦਾ ਉੱਥੇ ਰਿਸ਼ਵਤ ਨਹੀਂ ਚੱਲਦੀ ਹੋਊਗੀ, ਮੈਂ ਨਹੀਂ ਕਹਿੰਦਾ ਉੱਥੇ ਸਿਫਾਰਿਸ਼ ਨਹੀਂ ਚੱਲਦੀ, ਪਰ ਮੁਕਾਬਲਤਨ ਪੰਜਾਬ ਬਹੁਤ ਚੰਗਾ ਹੈ। ਹੁਣ ਟ੍ਰੈਫਿਕ ਪੁਲਿਸ ਕਰਮਚਾਰੀ ਦੀ ਡਿਊਟੀ ਕੀ ਹੈ? ਜੇ ਉਹ ਡਿਊਟੀ ਹੈ ਉਹ ਗੱਡੀ ਰੋਕ ਸਕਦਾ, ਉਹ ਗੱਡੀ ਚੈੱਕ ਕਰ ਸਕਦਾ, ਕਾਗਜ਼ ਪੱਤਰ ਮੰਗ ਸਕਦਾ, ਜੇ ਕੋਈ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਹਨੂੰ ਰੋਕ ਸਕਦਾ ਹੈ। ਉਹ ਬੰਦਾ ਚਾਹੇ MP ਹੈ, ਚਾਹੇ ਮੰਤਰੀ ਹੈ, ਚਾਹੇ ਉਹ MLA ਹੈ, ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ ਤੇ ਚਾਹੇ ਉਹ ਮੇਰੇ ਵਰਗਾ ਸਧਾਰਨ ਬੰਦਾ ਹੈ, ਉਹਦੀ ਡਿਊਟੀ ਹੈ ਤੇ ਉਹਨੇ ਡਿਊਟੀ ਕਰਨੀ ਹੈ। ਦੂਸਰੀ ਗੱਲ, ਹੁਣ ਜਿਸ ਤਰੀਕੇ ਇਹ ਕਿਹਾ ਜਾ ਰਿਹਾ ਕਿ MLA ਸਾਹਿਬ ਕਹਿੰਦੇ ਜੀ ਮੇਰੇ ਗਨਮੈਨ ਨੇ ਉਹਨਾਂ ਨੂੰ ਜਾ ਕੇ ਕਿਹਾ ਕਿ MLA ਸਾਹਿਬ ਬੈਠੇ ਹੋਣੇ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਬੈਠੇ ਹੋਣੇ, ਪਰ ਇਹਦਾ ਮਤਲਬ ਇਹ ਥੋੜੀ ਹੈ ਜੇ MLA ਸਾਹਿਬ ਦੀ ਗੱਡੀ ਹੈ ਤਾਂ ਉਹਨੂੰ ਚੈੱਕ ਨਹੀਂ ਕਰਨਾ, ਜੇ MLA ਸਾਹਿਬ ਦੀ ਗੱਡੀ ਹੈ ਤਾਂ ਉਹਦੇ ਕਾਗਜ਼ ਪੱਤਰ ਨਹੀਂ ਦੇਖੇ ਜਾ ਸਕਦੇ, ਉਸ ਬੰਦੇ ਦਾ ਰਾਈਟ ਹੈ। ਫਿਰ ਜੇ ਉਹ ਵੀਡੀਓ ਬਣਾਉਂਦਾ ਹੈ, ਹੋ ਸਕਦਾ ਹੈ MLA ਸਾਹਿਬ ਦੀ ਗੱਡੀ ਨੂੰ ਰੋਕਣਾ ਗਲਤ ਹੋਵੇ, ਕਾਨੂੰਨ ਦੀ ਉਲੰਘਣਾ ਹੋਵੇ, ਹੋ ਸਕਦਾ ਹੈ MLA ਸਾਹਿਬ ਦੀ ਗੱਡੀ ਦੇ ਕਾਗਜ਼ ਚੈੱਕ ਕਰਨਾ ਕਾਨੂੰਨ ਦੀ ਉਲੰਘਣਾ ਹੋਵੇ, ਹੋ ਸਕਦਾ ਹੈ MLA ਸਾਹਿਬ ਜਦੋਂ ਗੱਲ ਕਰਦੇ ਉਹਨਾਂ ਦੀ ਵੀਡੀਓ ਬਣਾਉਣਾ ਕਾਨੂੰਨ ਦੀ ਉਲੰਘਣਾ ਹੋਵੇ, ਪਰ ਤੁਸੀਂ ਹੱਥੀਂ ਨਹੀਂ ਪੈ ਸਕਦੇ। ਤੁਸੀਂ 2-2.5 ਲੱਖ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ, ਤੁਸੀਂ ਠੀਕ ਬੋਲਣਾ, ਲੋਕਾਂ ਨੇ ਤਾਂ ਤੁਹਾਡੇ ਵੱਲ ਦੇਖਣਾ ਹੈ। ਤੁਹਾਨੂੰ ਪਤਾ ਹੋਣਾ ਕਿ ਭਾਈ ਚੰਡੀਗੜ੍ਹ ਪੁਲਿਸ ਦੇ ਟ੍ਰੈਫਿਕ ਕਰਮਚਾਰੀ ਨੇ ਜੇ ਤੁਹਾਡੇ ਨਾਲ ਕੁਝ ਗਲਤ ਕੀਤਾ ਤਾਂ ਤੁਸੀਂ ਥਾਣਾ ਬਣਿਆ ਹੋਇਆ, ਉੱਥੇ ਅਦਾਲਤਾਂ ਬਣੀਆਂ ਹੋਈਆਂ, ਉੱਥੇ ਟ੍ਰੈਫਿਕ ਪੁਲਿਸ ਦੇ ਵੱਡੇ ਆਫੀਸਰ ਹੋਣੇ ਆ, ਤੁਸੀਂ ਉਹਨਾਂ ਨੂੰ ਸ਼ਿਕਾਇਤ ਕਰਨੀ ਹੈ, ਤੁਸੀਂ ਉਸ ਬੰਦੇ ਨਾਲ ਨਹੀਂ ਉਲਝਣਾ। ਉਹ ਬੰਦਾ ਆਪਣੀ ਡਿਊਟੀ ਕਰ ਰਿਹਾ, ਜੇ ਗਲਤ ਕਰ ਰਿਹਾ ਤਾਂ ਤੁਸੀਂ ਉੱਥੇ ਦੱਸੋ। ਇਦਾਂ ਤਾਂ ਪੰਜਾਬ ਦੇ ਲੋਕ ਵੀ ਜੇ ਇਦਾਂ ਕਰਨ ਲੱਗ ਪਣ ਫਿਰ ਕਹਾਣੀ ਕਿੱਧਰ ਨੂੰ ਜਾਊਗੀ। ਹੁਣ ਸੰਧਾਲੀਆ ਸਾਹਿਬ ਅਗਲੀ ਗੱਲ, ਉਹ ਬਾਅਦ 'ਚ MLA ਸਾਹਿਬ ਨੇ ਕਿਹਾ, ਕਹਿੰਦੇ ਜੀ ਉਹਦੇ ਨਾਲ ਦੇ ਬੰਦੇ ਨੇ ਕਿਹਾ ਇਹਦਾ BP ਹਾਈ ਹੋ ਜਾਂਦਾ, ਤੇ ਮੈਂ ਵੀ ਕਿਹਾ ਜੀ ਬੰਦੇ ਤੇ ਕਾਰਵਾਈ ਨਾ ਕਰਿਓ, ਮੈਂ SSP ਸਾਹਿਬ ਨੂੰ ਵੀ ਦੱਸ ਦਿੱਤਾ, ਹੋਰ ਵੀ ਅਧਿਕਾਰੀਆਂ ਨੂੰ ਮੈਂ ਦੱਸ ਦਿੱਤਾ ਹੈ, ਤੇ ਮੈਂ ਕਿਹਾ ਕਾਰਵਾਈ ਨਾ ਕਰਿਓ, ਉੱਦਾਂ ਆਪਣੇ ਬੰਦਿਆਂ ਨੂੰ ਸਮਝਾਓ ਜ਼ਰੂਰ। ਪਰ ਸੰਧਾਲੀਆ ਸਾਹਿਬ ਤਬਦੀਲੀ ਦਾ ਹੋਕਾ ਹੈ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ, ਤੇ ਜੇ ਰੋਕਿਆ ਗਿਆ ਸੀ ਤਾਂ ਕਾਗਜ਼ ਪੱਤਰ ਚੈੱਕ ਕਰਨ ਦੇਣੇ ਚਾਹੀਦੇ ਸੀ। ਜੇ ਉਹ ਵੀਡੀਓ ਵੀ ਬਣਾਉਂਦਾ ਸੀ ਤਾਂ ਜੇ ਉਹਦੀ ਸ਼ਿਕਾਇਤ ਕਰਨੀ ਆ ਤਾਂ ਉਹਦਾ ਇੱਕ ਢੰਗ ਤਰੀਕਾ ਹੋਣਾ ਚਾਹੀਦਾ ਸੀ। ਗਾਲ ਕੱਢੀ ਗਈ ਜਾਂ ਸੁਭਾਵਕ ਮੂੰਹੋਂ ਨਿਕਲ ਗਈ ਉਹ ਗਲਤੀ ਹੈ, ਤੇ ਜੇ ਹਾਲਾਤ ਆਹੀ ਰਹਿ, ਮੈਂ ਸਾਰੀ ਪਾਰਟੀ ਪ੍ਰਤੀ ਨਹੀਂ ਕਹਿੰਦਾ, ਸਾਰੀ ਸਰਕਾਰ ਪ੍ਰਤੀ ਨਹੀਂ ਕਹਿੰਦਾ, ਇਦਾਂ ਦੀਆਂ ਘਟਨਾਵਾਂ ਤੁਹਾਨੂੰ ਰਵਾਇਤੀ ਸਿਆਸਤਦਾਨਾਂ ਦੇ ਨੇੜੇ ਲੈ ਕੇ ਜਾਂਦੀਆਂ। ਤੁਸੀਂ MLA ਬਣ ਗਏ, ਲੋਕਾਂ ਦੇ ਫਤਵੇ ਦਾ ਸਤਿਕਾਰ ਹੈ, ਸਭ ਕੁਝ ਠੀਕ ਹੈ, ਪਰ MLA ਬਣ ਗਿਆ ਦਾ ਮਤਲਬ ਇਹ ਨਹੀਂ ਕਿ ਭਾਈ ਟ੍ਰੈਫਿਕ ਪੁਲਿਸ ਦਾ ਕੋਈ ਕਰਮਚਾਰੀ ਰੋਕੇ ਤਾਂ ਗੱਡੀ ਰੋਕ ਨਹੀਂ ਸਕਦੀ। ਨਹੀਂ ਠੀਕ ਆ, ਵੈਸੇ MLA ਸਾਹਿਬ ਦੀ ਮੈਂ ਵੀ ਗੱਲ ਉਹ ਸੁਣੀ ਜਿਹਦੇ 'ਚ ਉਹ ਕਹਿੰਦੇ ਵੀ ਪ੍ਰੋਟੋਕੋਲ ਦਾ ਖਿਆਲ ਰੱਖਣਾ ਚਾਹੀਦਾ,
ਮੈਂ ਕਿਹਾ ਯਾਰ ਇਹ ਪ੍ਰੋਟੋਕੋਲ ਜਿਹੜਾ ਮਤਲਬ ਇਹਦਾ ਖਿਆਲ ਬਾਕੀਆਂ ਨੂੰ ਰੱਖਣਾ ਚਾਹੀਦਾ, ਕੁਛ ਨਾ ਕੁਛ ਚੁਣੇ ਹੋਏ ਨੁਮਾਇੰਦੇ ਦਾ ਵੀ ਤੇ ਪ੍ਰੋਟੋਕੋਲ ਹੋਣਾ ਚਾਹੀਦਾ ਨਾ। ਮੈਨੂੰ ਲੱਗਦਾ ਹੁੰਦਾ ਚਲੋ ਚੁਣੇ ਨੁਮਾਇੰਦੇ ਤੋਂ ਆਪਾਂ ਬਾਹਰ ਲਾਂਭੇ ਆਮ ਬੰਦੇ 'ਚ ਆ ਜਾਈਏ। ਇਹ ਵੈਸੇ ਆਮ ਹੁੰਦੀ ਹੈ ਗੱਲ ਵੀ ਜੇ ਕਦੇ ਕੋਈ ਮੰਨ ਲਓ ਹੱਥ ਦਿੱਤਾ, ਅੱਜ ਕੱਲ੍ਹ ਤੇ ਆਪਾਂ ਵੇਖ ਲਿਆ, ਪਹਿਲਾਂ ਤੇ ਉਹ ਮੋਟਰਸਾਈਕਲ ਸਕੂਟਰ ਵਾਲੇ ਜਿਹੜੇ ਆਪਣੇ ਚੜ੍ਹਦੀ ਜਵਾਨੀ ਮੁੰਡੇ ਨੇ ਉਹ ਤੇ ਅੱਜ ਕੱਲ੍ਹ ਫਿਰ ਇੱਦਾਂ ਕਰਦਾ, ਉਹ ਕਹਿੰਦਾ ਵੀ ਜਿਹਦੇ ਫੜੇ ਗਏ ਤੇ ਫਿਰ ਫੜੇ ਗਏ, ਨਹੀਂ ਤੇ ਫਿਰ ਘੁਮਾ ਕੇ ਤੇ ਮੋੜ ਕੇ ਲੈ ਜਾਣਾ, ਵੇਖੀਏ ਉਹ ਆਪਣੇ ਦੇ ਕਾਬੂ ਹੀ ਨਹੀਂ ਆਉਣਾ। ਚਲੋ ਉਹਨਾਂ ਨੂੰ ਲੱਗਦਾ ਹੋਵੇ ਤਰੀਕਾ ਠੀਕ ਹੈ, ਪਰ ਆਪਾਂ ਨੇ ਵੀ ਬਿਲਕੁਲ ਠੀਕ ਨਹੀਂ ਹੈਗਾ। ਉਹਦੇ ਨੂੰ ਚੰਗਾ ਵੀ ਤੁਸੀਂ ਆਪਣੇ ਕਾਗਜ਼ ਪੱਤਰ ਬਣਾ ਕੇ ਅਗਲੇ ਨੂੰ ਟੌਰ ਨਾ ਵਿਖਾਓ ਵੀ ਵੀਰ ਅਸੀਂ ਆਪਣੀ ਥਾਂ 'ਤੇ ਠੀਕ ਹਾਂ। ਜੇ ਆਪਾਂ ਆਪਣੀ ਥਾਂ 'ਤੇ ਠੀਕ ਹਾਂ ਤਾਂ ਅਗਲਾ ਆਪਾਂ ਨੂੰ ਕਿਉਂ ਆਖੂਗਾ ਕੁਛ। ਦੂਜੀ ਗੱਲ ਮੈਂ ਇਹ ਸੋਚਦਾ ਵੀ ਜਿਹੜਾ ਆਪਣੇ ਉਹ ਕੰਮ ਚੱਲਦਾ ਨਾ ਕਿ ਵੀ ਹੁਣ ਤੇ MLA ਸਾਹਿਬ ਆਪ ਸੀਗੇ, ਆਪਣੇ ਤੇ ਇਹ ਵੀ ਹੁੰਦਾ ਵੀ ਯਾਰ ਤੈਨੂੰ ਪਤਾ ਹੀ ਮੇਰਾ ਫਿਰ ਚਾਚਾ ਫਲਾਨਾ ਹੀ। ਆਪਣੇ ਤੇ ਪੰਜਾਬੀਆਂ ਦੇ ਸੁਭਾਅ 'ਚ ਹੀ ਹੈ ਨਾ ਵੀ ਉਹ ਕੋਈ ਦੂਰੋਂ ਨੇੜੇ ਵੀ ਹੋਵੇ ਤੇ ਆਪਾਂ ਤੇ ਉਹਨੂੰ ਵੀ ਫੋਨ ਲਾ ਕੇ ਨਾ ਵੀ ਗੱਲ ਕਰੋ ਮਾੜੀ ਜੀ, ਤੁਸੀਂ ਇੱਦਾਂ ਤੁਸੀਂ ਮੈਨੂੰ ਕਿੱਦਾਂ ਰੋਕ ਲਿਆ। ਇਹ ਜਿਹੜਾ ਸੁਭਾਅ ਆ ਨਾ ਇਹਨੂੰ ਚੇਂਜ ਕਰਨ ਦੀ ਲੋੜ। ਆਪਣੀ ਜਿਹੜੀ ਸਟਾਰਟਿੰਗ 'ਚ ਗੱਲ ਚੱਲਦੀ ਉਹ ਵੀ ਤੇ ਕਿਤੇ ਨਾ ਕਿਤੇ ਇੱਥੇ ਆਣ ਕੇ ਜੁੜਦੀ ਹੈ ਨਾ ਵੀ ਆਪਾਂ ਤਰਕ ਵਾਲੇ ਰਾਏ ਨਹੀਂ ਜਾਂਦੇ, ਆਪਾਂ ਨੂੰ ਆਪਾਂ ਉਹ ਬਹਿਸ ਦੇ ਵਿੱਚ ਪੈ ਜਾਂਦੇ। ਉਹਦੇ ਨਾਲ ਚੰਗਾ ਇਹ ਨਹੀਂ ਹੁੰਦਾ ਕਿ ਵੀ ਮੰਨ ਲਓ ਵੀ ਗੱਡੀ ਰੋਕੀ ਜੀ, ਗੱਡੀ ਦੇ ਵਿੱਚ ਸਾਰੇ ਕਾਗਜ਼ ਪੱਤਰ ਮੰਨ ਲਓ ਪੂਰੇ ਸੀ, ਬੜੇ ਪਿਆਰ ਨਾਲ ਸਤਿਕਾਰ ਨਾਲ ਵਿਖਾਉਂਦੇ ਜੀ ਆ ਵੀ ਹੈ ਆ ਵੀ ਹੈ, ਸਗੋਂ ਉੱਤਰ ਕੇ MLA ਸਾਹਿਬ ਵਿਖਾਉਂਦੇ ਸਾਰਾ ਦੇਖੋ ਜਨਾਬ ਚੈੱਕ ਕਰੋ ਜੀ ਚੈੱਕ ਕਰੋ। ਫਿਰ ਉਹ ਜਦੋਂ ਪੁੱਛਦੇ ਐਂਡ 'ਤੇ ਵੀ ਕੀ ਕਰਦੇ ਹੋ, ਫਿਰ ਆਂਦੇ ਕੁਛ ਨਹੀਂ ਜੀ ਵਿਧਾਨ ਸਭਾ ਚੱਲਿਆ ਜਾਂ ਉੱਥੇ ਚੱਲਿਆ ਜੀ, ਮੈਂ MLA ਹਾਂ ਜੀ ਇੰਨੇ ਕੁ ਦਾ, ਇੰਨੇ ਕੁ ਲੋਕਾਂ ਮੈਨੂੰ ਚੁਣਿਆ। ਹੋ ਸਕਦਾ ਫਿਰ ਅਗਲੇ ਬੰਦੇ ਦਾ ਹੁੰਦਾ ਵੀ ਯਾਰ ਕਮਾਲ ਹੋ ਗਈ ਵੀ ਬੰਦਾ ਇੰਨਾ ਹਲੀਮੀ ਵਾਲਾ ਵੀ ਮੈਂ ਪੁੱਛਿਆ ਕਾਗਜ਼ ਪੱਤਰ ਸਾਰੇ ਵਿਖਾ ਰਿਹਾ ਤੇ ਉਸ ਤੋਂ ਬਾਅਦ ਵੀ ਯਾਰ ਹੋ ਸਕਦਾ ਅਗਲਾ ਬੰਦਾ ਫੇਸ ਸਲੂਟ ਮਾਰਦਾ ਵੀ ਜਨਾਬ ਗਲਤੀ ਹੋ ਗਈ ਜੀ, ਮੈਂ ਕਾਹਨੂੰ ਰੋਕਣਾ ਸੀ। ਮੈਨੂੰ ਤਾਂ ਇੱਥੇ ਹੋਰ ਲੱਗਦਾ ਉਹਨੂੰ ਥਾਪੀ ਦੇਣੀ ਚਾਹੀਦੀ ਸੀ ਉੱਤਰ ਕੇ ਕਿ ਭਾਈ ਇੰਨੀ ਧੁੱਪ ਹੈ, ਤੂੰ ਦਰਖਤ ਥੱਲੇ ਵੀ ਖੜਾ ਰਹਿ ਸਕਦਾ ਸੀ, ਤੂੰ ਗੱਡੀ ਰੋਕ ਰਿਹਾ ਹੈ, ਤੂੰ ਪੁੱਛ ਰਿਹਾ ਹੈ, ਤੂੰ ਆਪਦੀ ਡਿਊਟੀ ਵਜਾ ਰਿਹਾ ਹੈ। ਤੇ ਉੱਥੇ ਵੀਡੀਓ ਬਣਾਉਣੀ ਚਾਹੀਦੀ ਸੀ ਜੀ ਟ੍ਰੈਫਿਕ ਪੁਲਿਸ ਵਾਲੇ ਆ ਚੰਡੀਗੜ੍ਹ ਦੇ ਆ, ਇਹਨਾਂ ਨੇ ਗੱਡੀ ਰੋਕੀ ਆ ਦੇਖੋ ਕਾਗਜ਼ ਪੂਰੇ ਅਸੀਂ ਚੈੱਕ ਕਰਾਏ, ਤੇ ਅਸੀਂ ਪੰਜਾਬ ਦੇ ਵੀ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਬੇਨਤੀ ਕਰਦੇ ਕਿ ਇੱਦਾਂ ਡਿਊਟੀ ਕਰਿਆ ਕਰੋ, ਇੱਦਾਂ ਡਿਊਟੀ ਕਰਿਆ ਕਰੋ। ਪਲੱਸ ਆਪਣੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੇ ਵੀ ਯਾਰ ਕੋਈ ਜ਼ਰੂਰੀ ਨਹੀਂ ਹੈ ਵੀ ਤੁਸੀਂ ਮੰਨ ਲਓ ਵੀ ਜੇ ਕਾਗਜ਼ ਨਹੀਂ ਰੱਖਣੇ ਤੇ ਅਗਲੇ ਦੇ ਹੱਥੀਂ ਪੈਣਾ। ਸਗੋਂ ਆ ਦੇਖੋ ਮੈਂ ਭਾਵੇਂ ਚੁਣਿਆ ਹੋਇਆ ਨੁਮਾਇੰਦਾ, ਪ੍ਰੋਟੋਕੋਲ ਆਪਾਂ ਫਿਰ ਸ਼ਬਦ ਵਿੱਚ ਜੋੜ ਦਿੰਦੇ ਹੋ ਜਾਂਦੇ, ਇਹਦਾ ਖਿਆਲ ਰੱਖਣਾ ਚਾਹੀਦਾ। ਪ੍ਰੋਟੋਕੋਲ ਦੇ ਤਹਿਤ ਵੀ ਮੈਂ ਆਣ ਕੇ ਤੇ ਇਸ ਬੰਦੇ ਨੂੰ ਆਪਣੇ ਕਾਗਜ਼ ਵਿਖਾਇਆ ਕਿਉਂਕਿ ਇਹਦੀ ਡਿਊਟੀ ਬਣਦੀ ਸੀ। ਮੈਂ ਕਿਹਾ ਵੀ ਚਲੋ ਯਾਰ ਨਾਲੇ ਨੂੰ ਸ਼ਾਬਾਸ਼ ਹੋ ਜੂ। ਜੇ ਉਹ ਵੀਡੀਓ ਬਣ ਕੇ ਪ੍ਰਚਾਰੀ ਜਾਂਦੀ ਤੇ ਉਹ ਜਾਣੇ ਜਿਹੜੇ ਲੋਕਾਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਪ੍ਰਾਊਡ ਫੀਲ ਹੁੰਦਾ ਵੀ ਯਾਰ ਠੀਕ ਹੈ ਯਾਰ ਬੰਦਾ ਸਹੀ ਚੁਣਿਆ। ਜਿਹੜੇ ਵਿਰੋਧੀ ਸੀ ਉਹਨਾਂ ਨੂੰ ਗੱਲ ਕਰਨ ਦਾ ਮੌਕਾ ਨਾ ਮਿਲਦਾ। ਹੁਣ ਤੇ ਅਗਲਿਆਂ ਕੋਲੇ ਵੀਡੀਓ ਆ ਗਈ ਆ, ਉਹ ਫਿਰ ਕਹਿੰਦੇ ਵੀ ਐਂ ਕਹਿੰਦੇ ਛੱਜ ਲਿਆ ਥੋੜ੍ਹਾ ਜਿਹਾ ਪਾ ਇਹਦੇ ਜੇਕਰਾਂ ਫਿਰ ਥੋੜ੍ਹਾ ਜਿਹਾ ਛੱਟੀਏ। ਅਤੇ ਜੇ ਇਹੋ ਕੰਮ ਹੁਣ ਜਿੱਦਾਂ ਤੁਸੀਂ ਗੱਲ ਠੀਕ ਕਹੀ ਹਰੇਕ ਆਪਾਂ 3 ਕੁ ਮਹੀਨੇ ਕਿਸੇ ਨਾ ਕਿਸੇ ਨੇ ਇਹੋ ਜਿਹਾ ਕੰਮ ਕਰਨਾ ਤੇ ਫਿਰ ਪੰਜਾਬ ਦੇ ਲੋਕਾਂ ਨੇ ਤੇ ਪੱਕੀ ਡਾਇਰੀ ਲਾਈ, ਉਹ ਫਿਰ ਨੋਟ ਕਰ ਲੈਂਦੇ ਵੀ ਕਿੱਥੇ ਕਿਹੜੀ ਘਟਨਾ ਵਾਪਰੀ, ਉਹਦਾ ਹਿਸਾਬ ਐਂਡ 'ਤੇ ਲੈ ਲੈਣਗੇ। ਦੇਖੋ ਸੰਧਾਲੀਆ ਸਾਹਿਬ ਇਹ ਜਾਂਚ ਪੜਤਾਲ ਦਾ ਵਿਸ਼ਾ ਕਿ ਗਲਤ ਕੌਣ ਸੀ ਜਾਂ ਸਹੀ ਕੌਣ ਸੀ, ਪਰ ਜੋ ਕੁਝ ਸਾਹਮਣੇ ਨਜ਼ਰ ਆਇਆ, ਮਜੀਠੀਆ ਸਾਹਿਬ ਕਹਿੰਦੇ ਆਹੀ ਤਬਦੀਲੀ ਹੈ। ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਪਰਚਾ ਦਰਜ ਕਰੇ। ਉਹ ਕਹਿੰਦੇ ਜੇ ਤੁਸੀਂ ਆਪਣੇ ਕਰਮਚਾਰੀ ਨੂੰ ਨਹੀਂ ਬਚਾ ਸਕਦੇ, ਉਹਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੇ, ਕਿਹਦੀ ਕਰੋਗੇ? ਅਗਲਿਆਂ ਨੇ ਚੱਕ ਲਿਆ ਮੁੱਦਾ। ਮੈਨੂੰ ਇੱਕ ਹੋਰ ਵੀ ਸੰਧਾਲੀਆ ਸਾਹਿਬ ਇੱਥੇ ਗੱਲ ਲੱਗਦੀ ਹੈ, ਕਿਤੇ ਨਾ ਕਿਤੇ ਜਿਹੜੀ ਨਾ ਇੱਕ ਵਾਰੀ ਗੱਲ ਚੱਲਦੀ ਸੀ, ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਨੇ ਕਿਹਾ ਸੀ ਕਿ ਜਿਹੜੇ ਸਾਡੇ ਨਵੇਂ ਬਣੇ ਵਿਧਾਇਕ ਆ ਉਹਨਾਂ ਦਾ ਅਸੀਂ 2 ਦਿਨ ਦਾ ਟ੍ਰੇਨਿੰਗ ਕੈਂਪ ਲਾਉਣਾ। ਮੈਨੂੰ ਨਹੀਂ ਪਤਾ ਬਾਅਦ 'ਚ ਲੱਗਾ ਕਿ ਨਹੀਂ ਲੱਗਾ, ਇੱਕ ਵਾਰੀ ਪੋਸਟਪੋਨ ਹੋ ਗਿਆ ਸੀ, ਸ਼ਾਇਦ ਲੱਗਾ ਵੀ ਹੋਵੇ। ਅਸੀਂ ਜਦੋਂ ਟੋਲ ਪਲਾਜ਼ੇ 'ਤੇ ਦੇਖਦੇ ਨਾ ਉੱਥੇ ਲਿਖਿਆ ਹੁੰਦਾ ਕਿ ਇਹਨਾਂ ਗੱਡੀਆਂ ਤੋਂ ਟੋਲ ਨਹੀਂ ਵਸੂਲਿਆ ਜਾਊਗਾ। ਇਹਦੇ ਭਾਈ ਕਿਤੇ ਲਿਖ ਕੇ ਲਾ ਦਿਓ ਕਿ ਕੀ MLA ਸਾਹਿਬ ਦੀ, ਮੰਤਰੀ ਸਾਹਿਬ ਦੀ ਗੱਡੀ ਰੋਕੀ ਜਾ ਸਕਦੀ ਹੈ ਕਿ ਨਹੀਂ ਹੈ। ਪੁਲਿਸ ਕਰਮਚਾਰੀਆਂ ਨੂੰ, ਟ੍ਰੈਫਿਕ ਵਾਲਿਆਂ ਨੂੰ ਵੀ ਪਤਾ ਲੱਗ ਜਾਵੇ, ਬਾਕੀਆਂ ਨੂੰ ਵੀ ਪਤਾ ਲੱਗ ਜਾਵੇ। ਆਹ ਨਹੀਂ ਫਰਕ ਪਤਾ ਕੀ ਹੈ ਜੀ, ਫਰਕ ਉਹੀ ਆ ਗਿਆ ਅੱਜ ਕੱਲ੍ਹ। ਤੇ ਮੇਰਾ ਖਿਆਲ ਉਹ ਜਿਹੜੇ 2 ਰੁਪਏ ਪੇਂਟ 'ਤੇ ਲੱਗਦੇ ਸੀ ਉਹ ਵੀ ਲਾਉਣੋਂ ਹਟ ਗਏ। ਨਹੀਂ ਤੇ ਪਹਿਲਾਂ ਆਮ ਹੀ ਜਿਹੜੀਆਂ ਸਰਕਾਰੀ ਬੱਸਾਂ ਉਹਨਾਂ ਦੇ ਵਿੱਚ 1-2 ਸੀਟਾਂ ਦੇ ਉੱਪਰ ਲਿਖਿਆ ਹੁੰਦਾ ਸੀ MP ਦੇ ਲਈ ਰਾਖਵੀਂ, MLA ਦੀ ਰਾਖਵੀਂ। ਇਹਦਾ ਮਤਲਬ ਜਦੋਂ MP MLA ਵੀ ਬੱਸਾਂ 'ਚ ਚੜ੍ਹਦੇ ਸੀ ਉਹਨਾਂ ਲਈ ਉੱਥੇ ਸੀਟ ਰਾਖਵੀਂ ਹੁੰਦੀ ਸੀ। ਉਦੋਂ ਸ਼ਾਇਦ ਉਹਨਾਂ ਦਾ ਵੀ ਲੋਕਾਂ ਨਾਲ ਸੰਪਰਕ ਵਧੇਰੇ ਹੁੰਦਾ ਸੀ ਅਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਸੀ ਵੀ ਯਾਰ ਕੋਈ ਬਹੁਤਾ ਫਰਕ ਨਹੀਂ ਹੈਗਾ, ਸਿਰਫ ਮੈਂ ਅਗਲੀ ਵਾਰੀ ਚੜ੍ਹ ਕੇ ਅਤੇ ਪਿਛਾਂਹ ਨੂੰ ਨਹੀਂ ਮੁੜਨਾ, ਡਰਾਈਵਰ ਦੇ ਨਾਲ ਹੀ ਇਹਨਾਂ ਸੀਟਾਂ ਦੇ ਉੱਪਰ ਬਹਿ ਜਾਣਾ ਅਤੇ ਉਹਨੂੰ ਆਪਣਾ ਆਪ ਨੇੜੇ ਜਾਪਦਾ। ਹੁਣ ਜਦੋਂ ਦੇ ਆਪਾਂ ਥੋੜ੍ਹਾ ਜਿਹਾ ਅਗਲਾ ਕਹਿੰਦਾ ਵੀ ਗੱਡੀ ਦੇ ਸ਼ੀਸ਼ੇ ਵੀ ਕਾਲੇ ਚਾਹੀਦੇ ਆ, ਥੋੜ੍ਹੇ ਟਾਇਰ ਵੀ ਚੌੜੇ ਚਾਹੀਦੇ ਆ, ਉਸ ਤੋਂ ਬਾਅਦ ਮੈਂ ਚੀਜ਼ਾਂ ਵਸਤਾਂ ਮਹਿੰਗੀਆਂ ਚਾਹੀਦੀਆਂ, ਮੋਬਾਇਲ ਵੀ ਮਹਿੰਗਾ ਚਾਹੀਦਾ, ਥੋੜ੍ਹੀਆਂ ਉਂਗਲਾਂ ਝਾੜ ਕੇ ਵੀ ਮੈਂ ਗੱਲ ਕਰਨੀ ਹੈ ਅਤੇ ਬਾਕੀ ਬੰਦੇ ਸਾਰੇ ਕੀੜੇ ਮਕੌੜੇ ਨੇ। ਇਹ ਫੀਲਿੰਗ ਛੱਡੀਏ। ਮੈਨੂੰ ਲੱਗਦਾ ਹੁੰਦਾ ਵੀ ਬੰਦੇ ਦੇ ਕੁਰਸੀ ਆ ਨਾ ਜੀ, ਅੱਜ ਕਿੰਨੇ ਬੰਦੇ ਆਪਾਂ ਪੰਜਾਬ 'ਚ ਲੀਡਰ ਦੇਖ ਲਓ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ 4 ਸਾਲ ਸਰਕਾਰਾਂ ਚਲਾਈਆਂ, ਉਹਨਾਂ ਕੋਲ ਕੁਰਸੀ ਹੈ ਨਹੀਂ ਜੀ। ਕੁਰਸੀ ਤੇ ਜਦੋਂ ਮਰਜ਼ੀ ਜਾ ਸਕਦੀ ਹੈ, ਪਰ ਜੇ ਕੋਈ ਬੰਦੇ ਦੇ ਕੋਲੇ ਮੰਨ ਲਓ ਵੀ ਵੈਸੇ ਉਹਦੇ ਕੋਲ ਕੋਈ ਕਲਾ ਜਾਂ ਉਸ ਕਲਾ ਦਾ ਕਰਕੇ ਜਾਂ ਕਿਸੇ ਉਸ ਕੰਮ ਦਾ ਕਰਕੇ ਲੋਕ ਉਹਨੂੰ ਜਾਣਦੇ, ਉਹਦਾ ਸਤਿਕਾਰ ਜ਼ਿੰਦਗੀ ਭਰ ਆ, ਉਹਦਾ ਕੁਰਸੀ ਨਾਲ ਆਉਂਦਾ ਜਾਂਦਾ ਕੁਝ ਨਹੀਂ ਹੈਗਾ। ਸੋ ਮੈਨੂੰ ਲੱਗਦਾ ਹੁੰਦਾ ਵੀ ਉਹੋ ਜਿਹੀ ਚੀਜ਼ ਬਣਾਉਣੀ ਚਾਹੀਦੀ ਐਜ਼ ਏ ਕਰੈਕਟਰ ਜਾਂ ਐਜ਼ ਏ ਤੁਹਾਡੀ ਸ਼ਖਸੀਅਤ ਕੀ ਆ। ਜੇ ਕੁਰਸੀਆਂ ਦੀ ਗੱਲ ਆ ਤਾਂ ਉਹ ਤਾਂ ਫਿਰ ਅਗਲੇ ਕਹਿੰਦੇ ਪੰਜੇ ਸਾਰੇ ਬਦਲ ਹੀ ਜਾਂਦੇ ਆ, ਕਿਹੜਾ ਕੋਈ ਫਰਕ ਪੈਂਦਾ। ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਤੇ ਹੁਣ ਆਪਾਂ ਸਾਰਿਆਂ ਨੇ ਦੇਖਿਆ ਸੀ ਕਿ ਜਦੋਂ ਦਿੱਲੀ ਵਾਲੇ ਆਰਡੀਨੈਂਸ ਦੇ ਮੁੱਦੇ 'ਤੇ ਕਾਂਗਰਸ ਤੇ ਆਪ ਇੱਕ ਟਰੈਕ 'ਤੇ ਆਈਆਂ, ਹਾਈ ਕਮਾਂਡ, ਸੂਬਾ ਨਹੀਂ,
ਉਹ ਜਦੋਂ ਇੱਕ ਸੇਮ ਟਰੈਕ ਦੇ ਉੱਤੇ ਆਈਆਂ ਤਾਂ ਪੰਜਾਬ ਦੇ ਵਿੱਚੋਂ ਰੌਲਾ ਰੱਪਾ ਪੈ ਗਿਆ ਸੀ। ਰਾਜਾ ਵੜਿੰਗ ਸਾਹਿਬ ਵੀ ਕਹਿੰਦੇ ਸੀ ਸਾਡਾ ਕੋਈ ਸਮਝੌਤਾ ਨਹੀਂ, ਪ੍ਰਤਾਪ ਸਿੰਘ ਬਾਜਵਾ ਸਾਹਿਬ ਉਹ ਵੀ ਕਹਿੰਦੇ ਸੀ ਕਿ ਭਾਈ ਕੋਈ ਸਮਝੌਤਾ ਨਹੀਂ। ਅੱਜ ਉਹ ਦਿਨ ਹੈ ਸੰਧਾਲੀਆ ਸਾਹਿਬ ਜਦੋਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਜਾ ਕੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਸਾਹਿਬ ਦਾ ਦਰ ਖੜਕਾਉਣਾ, ਠੱਕ ਠੱਕ ਠੱਕ, ਖੜਗੇ ਸਾਹਿਬ ਨੇ ਖੋਲ੍ਹਣਾ ਤੇ ਚਾਹ ਦੀ ਪਿਆਲੀ ਪਿਆਉਣੀ ਆ ਤੇ ਉੱਥੇ ਫਿਰ ਕਹਿਣਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਕਿ ਭਾਈ ਇਹ ਗਲਤ ਹੋ ਗਿਆ, ਸਾਡੇ ਬੰਦੇ ਚੱਕ ਚੱਕ ਅੰਦਰ ਦਿੱਤੇ ਹੋਆ, ਅਸੀਂ ਮੁੱਖ ਵਿਰੋਧੀ ਧਿਰ ਹਾਂ, ਤੁਸੀਂ ਉੱਪਰ ਉਹਨਾਂ ਦੇ ਨਾਲ ਸਿੱਧਾ ਸਿੱਧਾ ਮਾੜਾ ਮੋਟਾ ਪੂਰਾ ਅਧੂਰਾ ਸਮਝੌਤਾ ਕਰੋਗੇ ਤਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਜਵਾਬ ਕੀ ਦੇਣਾ ਹੈ? ਉੱਥੋਂ ਹੀ 4 ਸੀਟਾਂ ਤੁਹਾਨੂੰ ਮਿਲ ਸਕਦੀਆਂ ਸੰਭਾਵਨਾ, ਬਾਕੀ ਪਾਸੇ ਪੱਲੇ ਕੀ ਹੈ? ਇੱਕ ਪਾਸੇ ਤਾਂ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਬੜੀ ਇਸ ਮੁੱਦੇ ਦੇ ਉੱਤੇ ਗੁੱਸੇ ਦੇ ਵਿੱਚ ਆ ਕਿ ਹਾਈਕਮਾਂਡ ਨੇ ਆ ਠੀਕ ਨਹੀਂ ਕੀਤਾ ਤੇ ਬਕਾਇਦਾ ਭੇਜਿਆ ਗਿਆ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੂੰ ਕਿ ਤੁਸੀਂ ਗੱਲ ਕਰਕੇ ਆਓ। ਅਜੇ ਕੱਲ੍ਹ ਹੀ ਗੱਲ ਕਰਦੇ ਸੀ ਨਾ ਕਿ ਮੌਨ ਧਾਰਨ ਕੀਤਾ ਕਾਂਗਰਸ ਪਾਰਟੀ ਵਾਲਿਆਂ ਨੇ, ਲੁਧਿਆਣੇ ਦੇ ਵਿੱਚ ਇਕਮੁੱਠ ਹੋਏ ਸਾਰੇ। ਉਧਰੋਂ ਬਾਜਵਾ ਸਾਹਿਬ ਨੇ ਕੁੰਡਾ ਖੜਕਾਉਣਾ ਸੀ, ਇੱਧਰੋਂ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਬਿਆਨ ਆ ਗਿਆ, ਉਹ ਕਹਿੰਦੇ ਗਲਤ ਹੋਇਆ ਹੈ, ਆ ਜਿਹੜਾ ਆਰਡੀਨੈਂਸ ਜਾਰੀ ਕੀਤਾ ਗਲਤ ਹੈ, ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਸਾਰੇ ਅਧਿਕਾਰ ਚਾਹੀਦੇ ਆ, ਇਸ ਮੁੱਦੇ ਤੇ ਆਪਾਂ ਨਾਲ ਜਿਹੜਾ ਕਾਂਗਰਸ ਨੇ ਠੀਕ ਕੀਤਾ ਹਾਈਕਮਾਂਡ ਨੇ ਕਿ ਇਸ ਮੁੱਦੇ ਤੇ ਮਦਦ ਕਰਨੀ ਚਾਹੀਦੀ ਹੈ, ਲੋਕਤੰਤਰ ਬਚਾਉਣਾ ਚਾਹੀਦਾ ਹੈ। ਇੱਕ ਰਾਜਪਾਲ ਜਾਂ ਉਪ ਰਾਜਪਾਲ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਡਿਕਟੇਟ ਕਿਵੇਂ ਕਰ ਸਕਦਾ ਹੈ, ਕਿਵੇਂ ਉਹਦਾ ਕੰਮ ਚੱਲ ਸਕਦਾ ਹੈ? ਇਹ ਤਾਂ ਲੋਕਾਂ ਦੀ ਚੁਣੀ ਹੋਈ ਸਰਕਾਰ ਦਾ ਅਧਿਕਾਰ ਹੈ ਕਿ ਉਹਨੇ ਕੀ ਫੈਸਲੇ ਕਰਨੇ ਆ ਤੇ ਕੀ ਨਹੀਂ ਕਰਨੇ। ਹੁਣ ਵੜਿੰਗ ਸਾਹਿਬ ਦੀ ਸਟੇਟਮੈਂਟ ਇੱਕ ਪਾਸੇ ਹੈ, ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਇੱਕ ਪਾਸੇ ਹੈ ਤੇ ਸਿੱਧੂ ਸਾਹਿਬ ਮੂਹਰੇ ਹੋ ਪਏ। ਕੱਲ ਮੈਂ ਕਿਹਾ ਸੀ ਨਾ ਕੁਛ ਜਦੋਂ ਤੁਸੀਂ ਆਨੇ ਆ ਵੀ ਉਹ ਕਹਿੰਦੇ ਵੀ ਸਾਰੀ ਕਾਂਗਰਸ ਨਜ਼ਰ ਆ ਰਹੀ, ਮੈਂ ਕਿਹਾ ਜੀ ਬਹੁਤ ਵਧੀਆ ਗੱਲ, ਰਾਜਾ ਵੜਿੰਗ ਸਾਹਿਬ ਖੁਸ਼ ਨੇ, ਪਰ ਰਾਜਾ ਵੜਿੰਗ ਸਾਹਿਬ ਇਹ ਜਿਹੜਾ ਤੁਸੀਂ ਢੰਗ ਤਰੀਕਾ ਧਰਨਾ ਦੇਣ ਦਾ ਰੱਖਿਆ ਇਹੀ ਰੱਖਿਓ, ਫਿਰ ਇਹ ਇਕੱਠੇ ਨਜ਼ਰ ਆਉਣੇ। ਕਿਉਂਕਿ ਜਿੰਨਾ ਚਿਰ ਉਹ ਮੌਨ ਵਰਤ ਸੀ ਉਹਨਾਂ ਚਿਰ ਉਹ ਬੋਲੇ ਨਹੀਂ, ਕਿਸੇ ਨੂੰ ਪਤਾ ਨਹੀਂ ਲੱਗਾ, ਕਿਉਂਕਿ ਗੱਲ ਤੇ ਘੁੱਟੀ ਵੱਟੀ ਰਹੀ ਨਾ, ਮੁੱਠ 'ਚ ਕੀ ਪਤਾ ਕੀ ਹੈ ਜੀ, ਤੇ ਜਦੋਂ ਮੁੱਠ ਖੁੱਲ੍ਹ ਗਈ ਫਿਰ ਪਤਾ ਲੱਗ ਗਿਆ। ਹੁਣ ਦੇਖੋ ਇਹ ਸਟੈਂਡ ਸਿੱਧੂ ਸਾਹਿਬ ਦਾ, ਹੁਣ ਜਿੱਦਾਂ ਉਹਨਾਂ ਨੇ ਕਹਿ ਤਾ ਕਿ ਵੀ ਮਤਲਬ ਇਹ ਸਟੈਂਡ ਜਿਹੜਾ ਜੀ ਮੇਰਾ ਇਸ ਪਾਸੇ ਆ, ਇਹਦੇ ਨਾਲ 2 ਗੱਲਾਂ ਦੇ ਇਸ਼ਾਰੇ ਨੇ। ਪਹਿਲੀ ਗੱਲ ਤੇ ਇਹ ਕਿ ਵੀ ਉਹਨਾਂ ਨੇ ਜੋ ਹਾਈਕਮਾਨ ਨੇ ਕਿਹਾ, ਹਾਈਕਮਾਨ ਵਾਲੇ ਦੇ ਪਾਸੇ ਹਾਂ 'ਚ ਹਾਂ ਮਿਲਾਤੀ ਨਾ, ਕੱਲ੍ਹ ਨੂੰ ਹਾਈਕਮਾਨ ਸੋਚੂਗੀ ਵੀ ਓਕੇ ਜੀ ਅਸੀਂ ਪੰਜਾਬ ਦੇ ਲੀਡਰਾਂ ਤੋਂ ਪੁੱਛਦੇ ਹਾਂ, ਮੰਨ ਲਓ ਪੰਜਾਬ ਦੇ 10 ਲੀਡਰਾਂ ਤੋਂ ਪੁੱਛਣ, ਕੁਛ ਪਤਾ ਨਹੀਂ ਜੇ 2-3 ਸਾਹਮਣੇ ਕਹਿੰਦੇ ਨੇ, 2-3 ਬਾਅਦ ਉੱਤੇ ਕਹਿ ਦਿੰਦੇ ਨੇ ਜੀ ਕੋਈ ਨਹੀਂ ਆਪਾਂ ਜਨਾਬ ਤੁਹਾਡੇ ਨਾਲ ਹੀ ਹਾਂ, ਜਿੱਦਾਂ ਤੁਸੀਂ ਕਹਿੰਦੇ ਠੀਕ ਹੀ ਆ। ਉਹਦੇ ਵਿੱਚੋਂ ਗਿਣਤੀ ਦੇ ਵਿੱਚ ਤੇ ਕੁਛ ਬੰਦੇ ਐਸੇ ਆਉਣਗੇ ਨਾ ਜਿਹੜੇ ਹਾਈਕਮਾਨ ਦੀ ਹਾਂ 'ਚ ਹਾਂ ਮਿਲਾਉਣਗੇ ਤੇ ਸਾਰਾ ਕੁਛ ਉਹਦੇ ਕੁਰਸੀਆਂ ਤੇ ਫਿਰ ਉੱਧਰੋਂ ਹੀ ਆਉਣੇ ਹੁੰਦੇ, ਕੋਈ ਪੰਜਾਬ ਵਾਲੇ ਪਾਸਿਓਂ ਤੇ ਆਉਣਾ ਨਹੀਂ। ਦੂਜੀ ਗੱਲ ਇਹ ਵੀ ਆ ਵੀ ਜੇ ਮੰਨ ਲਓ ਵੀ ਆਪਾਂ ਇਹ ਅੱਜ ਕੁਛ ਵੱਖਰਾਪਨ ਨਹੀਂ ਸ਼ੋਅ ਕਰਾਂਗੇ ਤੇ ਫਿਰ ਲੀਡਰੀ ਕਾਹਦੀ ਹੈ? ਇਹ ਵੀ ਤੇ ਗੱਲ ਹੁੰਦੀ ਨਾ। ਇੱਕ ਮੰਨ ਲਓ ਵੀ ਹਰੇਕ ਚੀਜ਼ ਹੈ ਵੀ ਕੋਈ ਨਹੀਂ ਜੀ ਪਾਰਟੀ ਦੇ ਨਾਲੇ, ਫਿਰ ਹੁੰਦਾ ਵੀ ਨਹੀਂ ਜੀ ਇਹ ਪਾਰਟੀ ਦਾ ਸਟੈਂਡ ਹੈ, ਪਰ ਹੁਣ ਖਬਰ ਦੇ ਹਿਸਾਬ ਨਾਲ ਕਹੋ ਵੀ ਪਾਰਟੀ ਦਾ ਸਟੈਂਡ ਆ, ਫਲਾਣੇ ਲੀਡਰ ਦਾ ਸਟੈਂਡ ਆ, ਉਹ ਵੀ ਤੇ ਫਰਕ ਪੈਂਦਾ ਨਾ। ਸੋ ਮੈਨੂੰ ਲੱਗਦਾ ਵੱਖਰਾਪਨ ਵੀ ਚਾਹੀਦਾ। ਬਾਕੀ ਰਹੀ ਗੱਲ ਉਹ ਜਿਹੜਾ ਇੱਕ ਇੰਡੀਆ ਮੇਰਾ ਖਿਆਲ ਬਣਿਆ ਇੱਕ ਵੱਖਰਾ ਗਰੁੱਪ ਜਿਹਦੇ 'ਚ ਕਾਂਗਰਸ ਪਾਰਟੀ ਵੀ, ਉਹਦੀ ਵੀ ਉਹਨਾਂ ਨੇ ਵੈਸੇ ਤਾਰੀਫ ਕੀਤੀ, ਉਹ ਕਹਿੰਦੇ ਠੀਕ ਹੈ ਇਹਦੀ ਲੋੜ ਹੈ ਮਹਾਰਾਜ ਤੇ ਆਉਣ ਵਾਲੇ ਸਮੇਂ 'ਚ ਆਪਾਂ ਟੱਕਰ ਦਿਆਂਗੇ। ਤੁਸੀਂ ਇਹ ਦੇਖੋ ਹਾਈਕਮਾਂਡ ਦੇ ਫਿਰ ਪੰਜਾਬ ਕਾਂਗਰਸ ਵਿੱਚ ਲੀਡਰ ਤਾਂ ਸਿੱਧੂ ਸਾਹਿਬ ਹੀ ਹੋਏ ਨੇ ਜਿਹੜੇ ਕਹਿੰਦੇ ਹਾਈਕਮਾਂਡ ਨੇ ਠੀਕ ਕੀਤਾ। ਹਾਂ ਤੇ ਵੀ ਇੱਦਾਂ ਹੀ ਆ, ਮੈਂ ਤਾਂ ਪਹਿਲਾਂ ਕਿਹਾ। ਅੱਛਾ ਸੰਧਾਲੀਆ ਸਾਹਿਬ, ਮਹਾਰਾਸ਼ਟਰ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਦੇ ਲੀਡਰ ਇਕੱਠੇ ਹੋਏ, ਜ਼ਿਲ੍ਹਾ ਪੱਧਰੀ, ਸੂਬਾ ਪੱਧਰੀ, ਬਲਾਕ ਪੱਧਰੀ, ਕਿਉਂਕਿ ਉੱਥੇ ਭਾਜਪਾ ਹੁਣ ਚਾਹੁੰਦੀ ਆ ਕਿ ਜਦੋਂ ਅਗਲੀ ਵਾਰੀ ਚੋਣ ਹੋਵੇ, ਲੋਕ ਸਭਾ ਦੀ ਚੋਣ, ਤਾਂ ਸਾਡੇ ਬਹੁਤੇ ਐਮਪੀ ਜਿੱਤਣ। ਬੰਦੇ ਤਾਂ ਨਾਲ ਉਹਨਾਂ ਨੇ ਲਾ ਹੀ ਲਏ, ਉਧਮ ਠਾਕਰੇ ਦੇ ਵੀ ਤੇ ਸ਼ਰਦ ਯਾਦ ਪਵਾਰ ਦੇ ਵੀ। ਉੱਥੇ ਨਿਤਿਨ ਗਡਕਰੀ ਸਾਹਿਬ ਪਿਛਲੇ ਦਿਨ ਹੀ ਬੜੀ ਚਰਚਾ 'ਚ ਆਏ। ਪਹਿਲਾਂ ਕਹਿੰਦੇ ਸੀ ਡੀਜ਼ਲ ਪੈਟਰੋਲ 20 ਦਾ ਲੀਟਰ ਮਿਲੂ, ਫਿਰ 15 ਤੇ ਆ ਗਿਆ 15 ਦਾ ਲੀਟਰ ਮਿਲੂ। ਫਿਰ ਕਹਿੰਦੇ ਸੀ ਜੀ ਟਰੈਕਟਰ ਤੇ ਟਰੱਕ ਜਿਹੜੇ ਆ ਜਿੱਥੇ ਬੈਠ ਕੇ ਡਰਾਈਵਰ ਨੇ ਚਲਾਉਣਾ ਹੈ ਉਹ ਕੈਬਨ ਏਸੀ ਹੋਏਗਾ ਹੁਣ ਤੋਂ। ਕੰਮ ਵੀ ਕੀਤੇ ਉਹਨਾਂ ਨੇ, ਲੋਕ ਉਹਨਾਂ ਦੀ ਗੱਲ ਨੂੰ ਮਾਨਤਾ ਦਿੰਦੇ ਵੀ ਹੈ। ਹੁਣ ਉਹਨਾਂ ਨੇ ਇੱਕ ਹੋਰ ਜਾਣੀ ਸਾਫ਼ ਗੋਈ ਜਿਹੜੀ ਹੈ ਨਾ, ਪਿਛਲੇ ਦਿਨਾਂ 'ਚ ਵੀ ਉਹਨਾਂ ਨੇ ਕਹਿੰਦੇ ਰਾਜਨੀਤੀ ਕਰਨ ਵਾਲੀ ਚੀਜ਼ ਨਹੀਂ ਰਹਿ ਗਈ, ਇਹ ਮਹਿੰਗੀ ਹੋ ਗਈ ਹੈ, ਬਹੁਤ ਔਖੀ ਹੋ ਗਈ ਹੈ। ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਤੇ ਵਰਕਰਾਂ ਨੂੰ ਸੁਨੇਹਾ ਦੇਣ ਆਏ ਸੀ ਕਿ ਇਲੈਕਸ਼ਨ ਜਿੱਤਣੀ ਕਿਵੇਂ ਆ। ਉਹ ਉੱਥੇ ਕਹਿੰਦੇ ਲੀਡਰ ਆਮ ਤੌਰ ਤੇ ਗੱਲ ਕਰਦੇ ਨਹੀਂ ਹੁੰਦੇ, ਉਹ ਕਹਿੰਦੇ ਜੀ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਅੱਜ ਦਾ ਭਾਰਤੀ ਵੋਟਰ ਬੜਾ ਸਿਆਣਾ ਹੈ। ਇਹ ਦੇਸ਼ ਦੇ ਕੇਂਦਰ ਸਰਕਾਰ ਦੇ ਕੈਬਨਿਟ ਮੰਤਰੀ ਸਾਹਿਬ ਦੀ ਸਟੇਟਮੈਂਟ ਹੈ, ਨਿਤਿਨ ਗਡਕਰੀ ਸਾਹਿਬ ਦੀ। ਉਹ ਕਹਿੰਦੇ ਜੀ ਜੇ ਤੁਸੀਂ ਉਹਨਾਂ ਨੂੰ ਕੁਛ ਦਿਓਗੇ ਉਹ ਸਾਰਿਆਂ ਤੋਂ ਲੈ ਲੈਣਗੇ ਰੁਪਈਆ ਧੇਲਾ ਵੀ, ਵੋਟ ਉੱਥੇ ਪਾਉਣਗੇ ਜਿੱਥੇ ਉਹਨਾਂ ਦਾ ਦਿਮਾਗ ਕਹਿੰਦਾ ਕਿ ਵੋਟਰ ਸਾਰਿਆਂ ਤੋਂ ਲੈ ਕੇ ਖਾਂਦਾ ਤੇ ਵੋਟ ਉੱਥੇ ਪਾਉਂਦਾ ਜਿੱਥੇ ਉਹਦਾ ਦਿਮਾਗ ਕਹਿੰਦਾ। ਦੂਸਰਾ ਉਹ ਕਹਿੰਦੇ ਮੈਂ ਤੁਹਾਨੂੰ ਇੱਕ ਵਾਰੀ ਦੀ ਗੱਲ ਦੱਸਦਾ, ਇੱਕ ਵਾਰੀ ਅਸੀਂ ਇਲੈਕਸ਼ਨ ਜਿੱਤਣ ਦੇ ਲਈ ਕਹਿੰਦੇ ਹਰ ਇੱਕ ਨੂੰ 1 ਕਿਲੋ ਮਟਨ ਦਿੱਤਾ, ਮਟਨ 1 ਕਿਲੋ ਹਰ ਬੰਦੇ ਨੂੰ। ਇਲੈਕਸ਼ਨ ਅਸੀਂ ਕਹਿੰਦੇ ਫੇਰ ਗਏ। ਕਹਿੰਦੇ ਇਹਦੇ ਤੋਂ ਸਾਫ਼ ਹੁੰਦਾ ਕਿ ਵੱਡੇ ਹੋਰਡਿੰਗ ਲਾ ਲਓ, ਲੋਕਾਂ ਨੂੰ ਲਾਲਚ ਦੇ ਦਿਓ, ਪੈਸਾ ਟਕਾ ਵੰਡ ਦਿਓ, ਲੋਕ ਤੁਹਾਨੂੰ ਵੋਟ ਨਹੀਂ ਪਾਉਂਦੇ, ਲੋਕ ਸਮਾਨ ਲੈ ਲੈਣਗੇ ਤੁਹਾਡੇ ਤੋਂ, ਵੋਟ ਉੱਥੇ ਹੀ ਪਾਉਣਗੇ ਜਿੱਥੇ ਉਹਨਾਂ ਨੂੰ ਚੰਗਾ ਲੱਗਦਾ। ਇਸ ਕਰਕੇ ਉਹ ਕਹਿੰਦੇ ਲੋਕਾਂ ਦੇ ਦਿਲ ਜਿੱਤੋ, ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰੋ, ਲੋਕਾਂ ਨੂੰ ਤੁਹਾਡੇ ਤੋਂ ਆਸ ਵੱਝੇ, ਲੋਕਾਂ ਨੂੰ ਡਿਵੈਲਪਮੈਂਟ ਕਰਕੇ ਦਿਖਾਓ। ਫਿਰ ਉਹ ਲੀਡਰਾਂ ਨੂੰ ਪੈ ਗਿਆ, ਉਹ ਕਹਿੰਦੇ ਜੀ ਬੜੇ ਬੰਦੇ ਹੋਣਗੇ ਇੱਦਾਂ ਦੇ,
ਸਾਡੇ ਕੋਲ ਕਹਿੰਦੇ ਆਉਂਦੇ, ਅਸੀਂ ਕਹਿੰਦੇ ਲੀਡਰ ਆ ਬਾਈ ਚਾਂਸ ਵੱਡੇ, ਸਾਡੇ ਕੋਲ ਕੁਝ ਫੈਸਲਾ ਲੈਣ ਦੀ ਸ਼ਕਤੀ ਹੈ। ਉਹ ਕਹਿੰਦੇ ਜੀ ਕੋਈ ਬੰਦਾ ਆਊਗਾ ਜੀ ਮੈਨੂੰ MP ਲਈ ਟਿਕਟ ਦੇ ਦਿਓ, ਤੇ ਜੇ ਅਸੀਂ ਕਹੀਏ ਉਹ ਤਾਂ ਔਖਾ, ਚਲੋ MLA ਲਈ ਦੇ ਦਿਓ, ਤੇ ਜੇ ਅਸੀਂ ਕਹੀਏ ਜੀ ਉਹ ਵੀ ਔਖਾ, ਚਲੋ ਕਿਸੇ ਕਮਿਸ਼ਨ ਦੀ ਚੇਅਰਮੈਨ ਨਹੀਂ ਦੇ ਦਿਓ, ਜੇ ਅਸੀਂ ਕਹੀਏ ਵੀ ਉਹ ਵੀ ਔਖਾ, ਕੋਈ ਮੈਡੀਕਲ ਕਾਲਜ ਦਾ ਲਾਇਸੈਂਸੀ ਦੇ ਦਿਓ, ਜੇ ਕਿ ਅਸੀਂ ਸਿਰ ਫੇਰ ਦਈਏ ਇੰਜੀਨੀਅਰਿੰਗ ਕਾਲਜ ਦੇ ਦਿਓ, ਜੇ ਕਹਿੰਦੇ ਅਸੀਂ ਕਹੀਏ ਵੀ ਉਹ ਵੀ ਨਹੀਂ ਮਿਲਣਾ ਯਾਰ, ਚਲੋ B.Ed ਕਾਲਜ ਦੇ ਦਿਓ, ਜੇ ਕਹਿੰਦੇ ਅਸੀਂ ਉਹਦੇ ਤੋਂ ਮਨਾ ਕਰ ਦਈਏ ਚਲੋ ਪ੍ਰਾਇਮਰੀ ਸਕੂਲ ਦਾ ਹੀ ਦੇ ਦਿਓ। ਉਹ ਕਹਿੰਦੇ ਇੱਥੋਂ ਤੱਕ ਬੰਦੇ ਗਿਰ ਗਏ ਰਾਜਨੀਤੀ 'ਚ ਕਿ ਸਕੂਲ ਕਾਲਜ ਖੋਲ੍ਹ ਕੇ ਟੀਚਰਾਂ ਦੀ ਅੱਧੀ ਤਨਖਾਹ ਖਾਣ ਦੇ ਵਿੱਚ ਹੀ ਮਾਣ ਮਹਿਸੂਸ ਕਰਦੇ ਆ। ਦੇਖੋ ਹੁਣ ਇੱਥੋਂ ਇੱਕ ਗੱਲ ਤੇ ਕਲੀਅਰ ਹੋ ਗਈ ਕਿ ਜਿਹੜੀਆਂ ਗੱਲਾਂ ਥੱਲੇ ਆਮ ਜ਼ਮੀਨੀ ਪੱਧਰ ਤੇ ਚੱਲਦੀਆਂ, ਤੇ ਜੇ ਕੋਈ ਆਖੇ ਵੀ ਲੀਡਰਾਂ ਨੂੰ ਨਹੀਂ ਪਤਾ ਜੀ ਇਹ ਝੂਠ ਹੈ, ਤਾਂ ਲੀਡਰਾਂ ਨੂੰ ਪਤਾ ਉਹਨਾਂ ਨੂੰ ਬਿਲਕੁਲ ਪ੍ਰੈਕਟੀਕਲ ਗੱਲ ਹੋ ਗਈ। ਤੇ ਮੇਰਾ ਖਿਆਲ ਆਪਾਂ ਇਸੇ ਪ੍ਰੋਗਰਾਮ 'ਚ ਇੱਕ ਦਿਨ ਗੱਲ ਕਰਦੇ ਸੀ ਨਾ ਇਸੇ ਚੀਜ਼ ਤੇ ਵੀ ਉਹ ਜ਼ਮਾਨਾ ਲੰਘ ਗਿਆ ਮਿੱਤਰੋ, ਜਦੋਂ ਤੁਸੀਂ ਉੱਤੇ ਜੋ ਕੁਛ ਕਰਦੇ ਸੀ ਤੇ ਉਹ ਹੇਠਾਂ ਲੋਕਾਂ ਨੂੰ ਨਹੀਂ ਸੀ ਪਤਾ ਲੱਗਦਾ। ਹੁਣ ਲੋਕ ਕੱਲੀ ਚੀਜ਼ ਨੋਟ ਕਰਦੇ ਆ, ਵਾਚ ਕਰਦੇ ਆ, ਤੇ ਉਹ ਆਂਦੇ ਵੀ ਕੋਈ ਨਹੀਂ ਤੁਸੀਂ ਆਪਣਾ ਤਮਾਸ਼ਾ ਕਰਕੇ ਵਿਖਾਓ ਕਿਵੇਂ ਦਾ, ਉਸ ਤੋਂ ਬਾਅਦ ਅਸੀਂ ਡਿਸਾਈਡ ਕਰਾਂਗੇ ਵੀ ਅਸੀਂ ਕੀ ਕਰਨਾ। ਐਂਡ ਇਹ ਗਡਕਰੀ ਸਾਹਿਬ ਦੀ ਇਸ ਗੱਲ ਤੋਂ ਵੀ ਕਲੀਅਰ ਹੋ ਗਿਆ। ਵੈਸੇ ਮੈਨੂੰ ਲੱਗਦਾ ਵੀ ਗਡਕਰੀ ਸਾਹਿਬ ਹੁਣ ਹਰੇਕ ਚੀਜ਼ ਨੂੰ ਹੌਲੀ ਹੌਲੀ ਵੋਟਾਂ ਨਾਲ ਜੋੜਦੇ। ਇੱਕ ਵੀਡੀਓ ਉਹਨਾਂ ਦੀ ਹੋਰ ਮੈਂ ਇੱਕ ਦਿਨ ਦੇਖਦਾ ਸੀ ਕਿਤੇ ਇੰਟਰਵਿਊ ਦੇ ਦੌਰਾਨ ਨਾ, ਹੁਣ ਦੇਖੋ ਆਮ ਤੌਰ 'ਤੇ ਜਿੰਨੀ ਵਾਰਾਂ ਵੀ ਆਪਾਂ ਗੱਲ ਸੁਣਦੇ ਆ ਨਾ, ਤੇ ਆਪਾਂ ਇਹ ਸੁਣਦੇ ਵੀ ਯਾਰ ਦਿੱਲੀ ਦੇ ਵਿੱਚ ਜਿਹੜਾ ਸਟਰੀਟ ਫੂਡ ਹੈ ਨਾ ਉਹ ਬਹੁਤ ਮਤਲਬ, ਕਿਉਂਕਿ ਪੁਰਾਣੀਆਂ ਗਲੀਆਂ ਦੇ ਵਿੱਚ ਜੋ ਬਣਦਾ ਲੋਕ ਪੂਰੇ ਇੰਡੀਆ 'ਚ ਜੇ ਕਿਤੇ ਜਾਣਦੇ ਯਾਰ ਦਿੱਲੀ ਖਾਣ ਜਾਣਾ ਉਹ ਰਾਤ ਨੂੰ। ਸਟਰੀਟ ਫੂਡ ਤੋਂ ਭਾਵ ਕੀ? ਰੇਹੜੀ ਵਾਲੇ ਸਮੋਸੇ, ਰੇਹੜੀ ਵਾਲਾ ਫੂਡ। ਮੈਂ ਦੇਖੋ ਸਾਨੂੰ ਸਮਝ ਨਹੀਂ ਨਾ ਆਉਂਦੀ, ਸਾਨੂੰ ਸਟਰੀਟ ਫੂਡ ਇਹ ਸ਼ਬਦ ਕਿਉਂਕਿ ਗਡਕਰੀ ਸਾਹਿਬ ਨੇ ਵਰਤਿਆ, ਮੈਨੂੰ ਵੀ ਤਾਂ ਰਹਿ ਗਿਆ, ਮੈਨੂੰ ਰੇਹੜੀ ਤੋਂ ਹੁਣ ਯਾਦ ਆਇਆ ਵੀ ਰੇਹੜੀ ਫੜੀ ਤੇ ਜੋ ਆਮ ਬਣਦਾ, ਯਾਨੀ ਤੁਰੇ ਜਾਂਦੇ ਸਕੂਟਰ ਦੀ ਬ੍ਰੇਕ ਮਾਰ ਕੇ ਇੱਕ ਪਾਸੇ ਲਾ ਕੇ ਯਾਰ ਬਣਾਈ ਇੱਕ ਪਲੇਟ ਵੀ ਮਤਲਬ ਉਹ ਕਹਿੰਦੇ ਹੁਣ ਜਦੋਂ ਪੁੱਛ ਲਿਆ ਉਹ ਕਹਿੰਦੇ ਵੀ ਕਿੱਥੋਂ ਦਾ ਠੀਕ ਲੱਗਦਾ, ਉਹ ਕਹਿੰਦੇ ਮੈਂ ਖਾਣ ਪੀਣ ਦਾ ਸ਼ੌਕੀਨ ਆ, ਉਹ ਕਹਿੰਦੇ ਮੇਰੀ ਸਿਹਤ ਵੀ ਦੱਸਦੀ ਗਡਕਰੀ ਸਾਹਿਬ ਦੀ। ਉਹ ਕਹਿੰਦੇ ਯਾਰ ਮੈਨੂੰ ਮੁੰਬਈ ਦਾ ਸਟਰੀਟ ਫੂਡ ਪਸੰਦ ਹੈ। ਹੁਣ ਤੁਸੀਂ ਦੇਖੋ ਵੀ ਉਦੋਂ ਵੀ ਮੇਰੇ ਦਿਮਾਗ 'ਚ ਖੜਕੀ ਸੀ ਤੇ ਅੱਜ ਇਸ ਬਿਆਨ ਤੋਂ ਬਾਅਦ ਫਿਰ ਖੜਕੀ। ਮੈਂ ਕਿਹਾ ਵੀ ਗਡਕਰੀ ਸਾਹਿਬ ਰਹਿੰਦੇ ਦਿੱਲੀ ਨੇ, ਸਟਰੀਟ ਫੂਡ ਉਹਨਾਂ ਨੂੰ ਬੰਬੇ ਦਾ ਪਸੰਦ ਆਉਣ ਡਿਆ, ਇਹਦਾ ਮਤਲਬ ਵੋਟਾਂ ਹੁਣ ਮਹਾਰਾਸ਼ਟਰ 'ਚ ਨੇ। ਹੁਣ ਚਲੋ ਖੈਰ ਉਹਨਾਂ ਨੂੰ ਗੱਲ ਜਦੋਂ ਪੁੱਛੀ ਉਹ ਕਹਿੰਦੇ ਵੀ ਤੁਸੀਂ ਵੀ ਹੁਣ ਇਹ ਵੱਡੇ ਆ ਉਹਦੇ 'ਤੇ ਲੋਕ ਪਛਾਣ ਸਕਦੇ, ਤੁਸੀਂ ਤਾਂ ਗਲੀ 'ਚ ਜਾ ਹੀ ਨਹੀਂ ਸਕਦੇ, ਮਤਲਬ ਉੱਥੇ ਬੁਲਾਉਂਦੇ ਹੋ ਪੈਕ ਕਰਾਉਂਦੇ, ਕਹਿੰਦੇ ਨਹੀਂ ਉਹਦੇ 'ਚ ਸਵਾਦ ਨਹੀਂ ਆਉਂਦਾ, ਜੋ ਸਵਾਦ ਉੱਥੇ ਖੜ ਕੇ ਪਲੇਟ 'ਚ ਉਸੇ ਵੇਲੇ ਖਾ ਕੇ ਆਉਂਦਾ। ਫਿਰ ਉਹ ਚਲੋ ਐਂਕਰ ਨੇ ਪੁੱਛਿਆ, ਉਹ ਕਹਿੰਦੇ ਵੀ ਇਹ ਤਾਂ ਪੋਸੀਬਲ ਨਹੀਂ ਹੈਗਾ। ਉਹ ਕਹਿੰਦੇ ਮੈਂ ਕਰ ਲੈਂਦਾ ਹੁੰਦਾ ਪੋਸੀਬਲ, ਜਦੋਂ ਪਤਾ ਹੋਵੇ ਨਾ ਵੀ ਵਾਹਵਾ ਹਨੇਰਾ ਜਿਹਾ ਹੋ ਗਿਆ, ਲੋਕ ਹੁਣ ਸੈੱਟ ਜਿਹੇ ਹੋ ਗਏ ਆ, ਅਤੇ ਬਹੁਤੇ ਤਾਮਝਾਮ ਤੋਂ ਪਾਸੇ ਦੋ ਕੁ ਬੰਦੇ ਨਾਲ ਲਿਜਾ ਕੇ ਆਮ ਸਾਦੇ ਜਿਹੇ ਤਰੀਕੇ ਨਾਲ ਕਹਿੰਦੇ ਬਹੁਤ ਮਜ਼ਾ ਆਉਂਦਾ। ਹੁਣ ਤੁਸੀਂ ਦੇਖੋ ਵੀ ਉਹਨਾਂ ਦੀਆਂ ਇਹੋ ਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਨੇ ਹੈ ਨਾ। ਹੁਣ ਲੋਕ ਇਸ ਚੀਜ਼ ਨੂੰ ਪਸੰਦ ਵੀ ਕਰਦੇ ਹੋ ਸਕਦੇ ਆ, ਹੋ ਸਕਦਾ ਇਹ ਢੰਗ ਤਰੀਕਾ ਕਿਸੇ ਨੇਤਾ ਦਾ ਲੋਕਾਂ ਤੱਕ ਪਹੁੰਚਣ ਦਾ ਵੀ ਹੋਵੇ। ਹੁਣ ਜਿਹੜੇ ਬੰਦੇ ਮੰਨ ਲਓ ਵੀ ਇਹ ਰੇਹੜੀ ਫੜੀ ਦਾ ਕੰਮ ਕਰਦੇ ਹੋਏ ਤੇ ਜਿਨ੍ਹਾਂ ਤੱਕ ਇਹ ਵੀਡੀਓ ਪਹੁੰਚ ਗਈ, ਉਹਨਾਂ ਕਹਿਣਾ ਯਾਰ ਅੱਛਾ ਗਡਕਰੀ ਸਾਹਿਬ ਵੀ ਹਮਾਰੇ ਉਹ ਬੰਬੇ 'ਚ ਕਿਹੜੀਆਂ ਚੀਜ਼ਾਂ ਤੁਸੀਂ ਜਾਣਦੇ ਯਾਰ, ਬੜਾ ਪਾਓ ਹੈ ਨਾ, ਕਟਿੰਗ ਟੀ ਕਰਦੇ ਹੋਣਗੇ ਕੰਮ, ਉਹਨੂੰ ਲੱਗਣਾ ਯਾਰ ਵੀ ਸਾਡੇ ਵਾਲਾ ਖਾਣਾ ਉਹਨਾਂ ਨੂੰ ਪਸੰਦ ਆ। ਹਾਲਾਂਕਿ ਉਹਨਾਂ ਕੋਲੋਂ ਕਦੀ ਖਾਧਾ ਕਿ ਨਹੀਂ ਖਾਧਾ ਕਿਸੇ ਨੂੰ ਕੀ ਪਤਾ, ਨਹੀਂ ਪਤਾ। ਮਣੀਪੁਰ ਚੱਲਦੇ ਆ। ਮਣੀਪੁਰ ਤੋਂ ਬਿਨਾਂ ਤਾਂ ਅੱਜ ਕੱਲ੍ਹ ਸਾਰੀਆਂ ਚਰਚਾਵਾਂ ਅਧੂਰੀਆਂ ਨੇ। ਸੰਧਾਲੀਆ ਸਾਹਿਬ ਬਹੁਤ ਸਾਰੇ ਲੋਕ ਮਣੀਪੁਰ ਛੱਡ ਕੇ ਜਾ ਰਹੇ ਹੈ। ਹੋਣਾ ਨਹੀਂ ਸੀ ਚਾਹੀਦਾ ਇੱਦਾਂ, ਪਰ ਬਾਈ ਚਾਂਸ ਹੋ ਗਿਆ। ਕੁਕੀ ਤੇ ਮਤਈ ਜਿਹੜੇ ਭਾਈਚਾਰੇ ਨੇ ਉਹਨਾਂ ਦੇ ਵਿੱਚ ਆਪਸ 'ਚ ਰੌਲਾ ਪਿਆ, ਔਰਤਾਂ ਦੇ ਰੇਪ ਦੀ, ਘਰਾਂ ਨੂੰ ਅੱਗ ਲਾਉਣ ਦੀ, ਲੁੱਟਮਾਰ ਦੀ ਜਿਹੜੀ ਗੱਲ ਚੱਲ ਰਹੀ। ਹਰ ਪਿੰਡ ਉੱਥੇ ਕਿਲ੍ਹਾ ਬਣਿਆ ਪਿਆ। ਹਰ ਪਿੰਡ ਦੇ ਵਿੱਚ ਤੁਸੀਂ ਜੇ ਵੜਨਾ ਚਾਹੋ ਤਾਂ ਮੂਹਰੇ ਮੋਰਚੇ ਗੱਡੇ ਪਏ, ਬੰਦੂਕਾਂ ਲੈ ਕੇ ਲੋਕ ਬੈਠੇ ਆ ਕਿ ਸਾਡੇ ਪਿੰਡ ਦੇ ਉੱਤੇ ਹਮਲਾ ਨਾ ਹੋ ਜਾਏ। ਔਰਤਾਂ ਸੁਰੱਖਿਅਤ ਮਹਿਸੂਸ ਕਰਦੀਆਂ। ਪਹਿਲਾਂ ਵੀ ਇੱਕ ਕੇਂਦਰ ਸਰਕਾਰ ਦੇ ਮੰਤਰੀ ਦੇ ਘਰ ਦੇ ਉੱਤੇ ਹਮਲਾ ਹੋਇਆ ਸੀ ਤੇ ਹੁਣ ਫੇਰ ਹੋਇਆ। ਸਕੂਲ ਢਾਏ ਜਾ ਰਹੇ ਆ। ਇਹ 2023 ਦੇ ਵਿੱਚ ਉਹ ਚੀਜ਼ਾਂ ਹੋ ਰਹੀਆਂ ਜਿਨ੍ਹਾਂ ਦੀ ਆਸ ਕੋਈ ਨਹੀਂ ਸੀ। ਹੁਣ ਸੰਧਾਲੀਆ ਸਾਹਿਬ ਜਦੋਂ ਮਣੀਪੁਰ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਤਾਂ ਵਿਰੋਧੀ ਧਿਰ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਮੰਗ ਕਰਦੀ ਸੀ ਕਿ ਉਸ ਮੁੱਦੇ ਦੇ ਉੱਤੇ ਚਰਚਾ ਕਰੋ। ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਨੇ ਉਹ ਕਹਿੰਦੇ ਜੀ ਚਰਚਾ ਕਰਾਉਣ ਨੂੰ ਤਿਆਰ ਆ, ਪਰ ਵਿਰੋਧੀ ਧਿਰ ਮੰਨਦੀ ਨਹੀਂ। ਉਹ ਰੌਲਾ ਰੱਪਾ ਪਾਉਣਾ ਚਾਹੁੰਦੇ ਆ, ਚਰਚਾ ਤਾਂ ਕਰਦੇ ਨੇ, ਅਸੀਂ ਤਿਆਰ ਹਾਂ ਚਰਚਾ ਕਰਨ ਦੇ ਲਈ। ਮਲਿਕਾਰਜੁਨ ਖੜਗੇ ਸਾਹਿਬ ਤੇ ਬਾਕੀ ਜਿਹੜੇ ਵਿਰੋਧੀ ਧਿਰਾਂ ਦੇ ਲੀਡਰ ਨੇ ਉਹ ਕਹਿੰਦੇ ਸੀ ਨਹੀਂ ਜੀ ਸਰਕਾਰ ਗਲਤ ਕਰ ਰਹੀ ਹੈ, ਸਰਕਾਰ ਉਧਰਲੇ ਪਾਸੇ ਵੇਖਦੀ ਨਹੀਂ। ਪ੍ਰਧਾਨ ਮੰਤਰੀ ਸਾਹਿਬ ਅਜੇ ਗਏ ਨੇ। ਸੰਜੇ ਸਿੰਘ ਹੋਰੀ ਤਾਂ ਰਾਜ ਸਭਾ ਦੇ ਜਿਹੜੇ ਸਭਾਪਤੀ ਨੇ ਉਹਨਾਂ ਨਾਲ ਸਿੱਧੇ ਬਹਿਸ ਪਏ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ, ਪੰਜਾਬ ਦੇ ਇੰਚਾਰਜ ਰਹੇ ਆਮ ਆਦਮੀ ਪਾਰਟੀ 2017 ਦੀ ਇਲੈਕਸ਼ਨ 'ਚ। ਉਹਨਾਂ ਨੂੰ ਸਾਰੇ ਸੈਸ਼ਨ ਦੇ ਲਈ ਸਸਪੈਂਡ ਕਰ ਦਿੱਤਾ ਕਿ ਭਾਈ ਸੰਜੇ ਸਿੰਘ ਹੁਣ ਪਾਰਲੀਮੈਂਟ ਦੇ ਸੈਸ਼ਨ 'ਚ ਨਹੀਂ ਆ ਸਕਦਾ। ਇਸ ਦੇ ਵਿੱਚ ਮਲਿਕਾਰਜੁਨ ਖੜਗੇ ਸਾਹਿਬ ਕਹਿੰਦੇ ਗਲਤ ਹੋਇਆ, ਵਿਰੋਧੀ ਧਿਰਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ। ਮੈਂ ਵਿਸ਼ੇਸ਼ ਤੌਰ 'ਤੇ ਜ਼ਿਕਰ ਇਹ ਤਾਂ ਕੀਤਾ ਕਿ ਆਮ ਆਦਮੀ ਪਾਰਟੀ ਦੇ MP ਨੂੰ ਬਾਹਰ ਕੱਢਿਆ, ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਉਹ ਵੀ ਰਾਜ ਸਭਾ ਦੇ ਮੈਂਬਰ ਆ, ਉਹ ਕਹਿੰਦੇ ਜੀ ਗਲਤ ਹੋਇਆ। ਹੁਣ ਇਹ ਚੀਜ਼ਾਂ ਆਪਸ ਦੇ ਵਿੱਚ ਜੁੜਦੀਆਂ। ਪਰ ਦੂਸਰੇ ਪਾਸੇ ਸੰਧਾਲੀਆ ਸਾਹਿਬ ਕਿਤੇ ਨਾ ਕਿਤੇ ਦੇਖਣਾ ਪਊਗਾ ਕਿ ਸਾਡੇ ਜਿਹੜੇ ਨਾਰਥ ਈਸਟ ਦੀਆਂ ਸੱਤ ਸੂਬੇ ਨੇ ਜਿਹੜੇ ਉੱਤਰ ਪੂਰਬ ਦੇ, ਇੱਕ ਤਾਂ ਇਹ ਸੀ। ਦੂਸਰਾ ਜਿਹੜਾ ਸੂਬਾ ਹੈ ਉਹਦੇ ਵਿੱਚ
ਮੁੱਖ ਮੰਤਰੀ ਦੇ ਘਰ ਤੇ ਹਮਲਾ ਕੀਤਾ ਗਿਆ। ਇਸ ਕਰਕੇ ਕਿਉਂਕਿ ਮੁੱਖ ਮੰਤਰੀ ਦੇ ਘਰ ਦੇ ਉੱਤੇ ਹਮਲਾ ਕਰਨ ਦਾ ਮਤਲਬ ਇਹ ਸੀ, ਤੁਰਾ ਇੱਕ ਉੱਥੇ ਦਾ ਸ਼ਹਿਰ ਹੈ, ਉਹ ਕਹਿੰਦੇ ਜੀ ਜਦੋਂ ਦਾ ਇਹ ਬਣਿਆ, ਸਟੇਟ ਬਣਿਆ, ਉਦੋਂ ਹੀ ਕਿਹਾ ਗਿਆ ਸੀ ਕਿ ਵਿੰਟਰ ਦੀ ਰਾਜਧਾਨੀ, ਸਰਦੀਆਂ ਦੀ, ਜਿੱਦਾਂ ਜੰਮੂ ਕਸ਼ਮੀਰ 'ਚ ਅੱਡ ਹੁੰਦੀ ਸੀ ਨਾ ਪਹਿਲਾਂ, ਸ਼੍ਰੀਨਗਰ ਤੇ ਦੂਸਰੇ ਪਾਸੇ ਜੰਮੂ ਬਣਾ ਦਿੰਦੇ ਸੀ ਮੁੜ ਕੇ, ਕਿ ਵਿੰਟਰ ਦੀ ਰਾਜਧਾਨੀ ਤੁਰਾ ਨੂੰ ਬਣਾਇਆ ਕਰਾਂ। ਕਹਿੰਦੇ ਬਣਾਇਆ ਨਹੀਂ, ਕਈ ਮਹੀਨੇ ਹੋ ਗਏ ਐਜੀਟੇਸ਼ਨ ਚੱਲਦੀ ਸੀ ਉੱਥੇ। ਮੁੱਖ ਮੰਤਰੀ ਜਿਹੜੇ ਨੇ ਸੰਗਮਾ ਸਾਹਿਬ, ਉਹਨਾਂ ਨੇ ਬੁਲਾਇਆ ਹੋਇਆ ਸੀ ਵਫਦ, ਪਤਾ ਨਹੀਂ ਕਿੱਧਰੋਂ ਭੀੜ ਆਈ, 5 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ, ਮੁੱਖ ਮੰਤਰੀ ਸਾਹਿਬ ਸੇਫ ਨੇ। ਪਰ ਇਹ ਸਾਰੀਆਂ ਸਥਿਤੀਆਂ ਸੇਫ ਨਹੀਂ ਦੱਸਦੀਆਂ। ਕੁਝ ਨਾ ਕੁਝ ਕੇਂਦਰ ਸਰਕਾਰ ਨੂੰ ਹੀਲਾ ਕਰਨਾ ਚਾਹੀਦਾ, ਕੁਝ ਨਾ ਕੁਝ ਅਗਲੇ ਪਾਸੇ ਨੂੰ ਹੋਣਾ ਚਾਹੀਦਾ। ਲੱਖਾਂ ਲੋਕ ਘਰੋਂ ਬੇਘਰ ਹੋ ਕੇ ਮਣੀਪੁਰ ਦੇ ਵਿੱਚ ਬੈਠੇ ਆ। ਇਹ ਸਾਰੀਆਂ ਗੱਲਾਂ ਜਿਹੜੀਆਂ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਨੇ, ਛੋਟੀ ਚਿੰਤਾ ਦਾ ਵਿਸ਼ਾ ਨਹੀਂ ਜੀ। ਬਿਲਕੁਲ, ਆਪਾਂ ਦੇਖੋ, ਮੇਰਾ ਖਿਆਲ ਪਹਿਲਾਂ ਵੀ ਇਹੋ ਬੇਨਤੀ ਕਰਦੇ ਸੀ, ਹੁਣ ਵੀ ਕਰਦੇ ਹਾਂ। ਹੁਣ ਜੇ ਮਣੀਪੁਰ ਦੀ ਆਪਾਂ ਗੱਲ ਕਰੀਏ, ਤੇ ਜੇ ਹੁਣ ਲੀਡਰਾਂ ਦੇ ਜਾਂ ਮੰਤਰੀਆਂ ਦੇ ਘਰਾਂ 'ਤੇ ਹਮਲਾ ਹੋ ਰਿਹਾ, ਇਹਦਾ ਮਤਲਬ ਲੋਕਾਂ ਦਾ ਗੁੱਸਾ ਆਪਣੇ ਚੁਣੇ ਹੋਏ ਨੁਮਾਇੰਦਿਆਂ 'ਤੇ ਵੀ ਹੈ ਵੀ ਯਾਰ ਤੁਸੀਂ ਸਾਡੇ ਲਈ ਨਹੀਂ ਕੀਤਾ। ਹੋ ਸਕਦਾ ਵੋਟਾਂ 'ਚ ਜਿਹੜੀਆਂ ਚੀਜ਼ਾਂ ਦੇ ਲਾਰੇ ਲਾਏ ਹੋਣ, ਜਦੋਂ ਬੰਦਾ ਜਿੱਤਿਆ ਜਾਂਦਾ ਫਿਰ ਪਤਾ ਨਹੀਂ ਕਰਦਾ ਅਗਲਿਆਂ 'ਚ ਗੁੱਸਾ। ਦੂਜੀ ਗੱਲ ਤੁਸੀਂ ਦੇਖੋ ਵੀ ਸਕੂਲ ਸਾੜਨੇ, ਹੋ ਸਕਦਾ ਉਹਨਾਂ ਨੂੰ ਲੱਗਦਾ ਹੋਵੇ ਵੀ ਇਹ ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਥਾਵਾਂ ਨੇ ਜੋ ਸਾਡੀ ਵਿਚਾਰਧਾਰਾ ਜਾਂ ਸਾਡੀ ਮਾਨਤਾ, ਤੁਸੀਂ ਸਾਨੂੰ ਕੁਝ ਵੱਖਰਾ ਕਰਾਉਂਦੇ ਹੋ। ਹਾਲਾਂਕਿ ਵਿੱਦਿਆ ਤੇ ਬੰਦੇ ਦਾ ਤੀਸਰਾ ਨੇਤਰ ਹੈ, ਜੇ ਉਹ ਬੰਦਾ ਹਾਸਲ ਕਰੂਗਾ ਤਾਂ ਸਗੋਂ ਤਰੱਕੀ ਕਰ ਸਕਦਾ। ਪਰ ਐਸਾ ਕੀ ਕਾਰਨ ਰਹਿ ਗਿਆ ਕਿ 2023 ਦੇ ਵਿੱਚ ਆਉਂਦਿਆਂ ਵੀ ਆਪਾਂ ਜਿੱਥੇ ਇੱਕ ਇੰਡੀਆ ਤੇ ਇੱਕ ਭਾਰਤ ਲੋਕ ਹੁਣ ਲੀਕ ਮਾਰ ਕੇ ਦੇਖਣ ਲੱਗ ਪਏ, ਇੰਡੀਆ ਕਿਤੇ ਹੋਰ ਪਹੁੰਚਣ ਦੀ ਗੱਲ ਕਰਦਾ, ਉਹ ਚੰਦਰਮਾ ਤੇ ਮੰਗਲ ਗ੍ਰਹਿ ਨੂੰ ਜੱਫੀਆਂ ਪਾਉਣ ਦੀ ਗੱਲ ਕਰਦਾ। ਭਾਰਤ ਜਿਹੜਾ ਵਿਚਾਰਾ ਉਹ ਆਪਸ ਦੇ ਵਿੱਚ ਇਸੇ ਚੀਜ਼ ਦੇ ਉੱਪਰ ਹੀ ਇੱਕ ਦੂਜੇ ਨਾਲ ਲੜੀ ਜਾਂਦਾ ਵੀ ਫਲਾਨੇ ਭਾਈਚਾਰੇ ਨੇ ਇੱਦਾਂ ਕਿਉਂ ਕਿਹਾ ਤੇ ਢੀਂਡ ਨੇ ਇੱਦਾਂ ਕਿਉਂ ਕਿਹਾ। ਇਹ ਜਿਹੜੀ ਬਿਜਲੀ ਲੀਕ ਹੈ ਨਾ, ਮੈਨੂੰ ਲੱਗਦਾ ਇਹਨੂੰ ਮਿਟਾਉਣ ਲਈ ਕੰਮ ਕਰਨਾ ਪੈਣਾ। ਜਿੰਨੀ ਦੇਰ ਤੱਕ ਇੰਡੀਆ ਤੇ ਭਾਰਤ ਦੋ ਅਲੱਗ-ਅਲੱਗ ਨਹੀਂ ਰਹਿੰਦੇ ਨਾ, ਜੋ ਵਿਚਰਦੇ, ਉਨੀ ਦੇਰ ਤੱਕ ਤਰੱਕੀ ਜਿਹੜੀ ਹੈ ਉਹਦੀ ਆਸ ਮੈਨੂੰ ਲੱਗਦਾ ਹੁੰਦਾ ਘਟਿਆ। ਬਾਕੀ ਚਲੋ, ਜੇ ਹੁਣ ਕੇਂਦਰ ਸਰਕਾਰ ਕਹਿੰਦੀ ਹੈ ਵੀ ਆਪਣਾ ਇੱਧਰ ਧਿਆਨ ਹੈ, ਗ੍ਰਹਿ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਆਪਾਂ ਇਹਦੇ 'ਤੇ ਪੂਰੀ ਅੱਖ ਰੱਖ ਰਹੇ ਹਾਂ, ਆਪਾਂ ਹਰ ਤਰ੍ਹਾਂ ਦਾ ਜਵਾਬ ਦੇਣ ਨੂੰ ਤਿਆਰ ਹਾਂ, ਆਉਣ ਵਾਲੇ ਦਿਨਾਂ 'ਚ ਹੱਲ ਵੀ ਕਰਾਂਗੇ, ਕਰ ਦੇਣ ਮੈਂ ਨਾ ਚੰਗੀ ਗੱਲ ਆ। ਇੱਕ ਆਪਾਂ ਜਾਂਦੇ ਜਾਂਦੇ ਜ਼ਿਕਰ ਕਰ ਜੀਏ ਕਿ ਵੀ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਜੀ, ਉਹਨਾਂ ਦਾ ਇੱਕ ਮੇਰਾ ਖਿਆਲ ਬਿਆਨ ਅੱਜ ਕੱਲ੍ਹ ਬੜਾ ਵਾਇਰਲ ਹੋ ਰਿਹਾ, ਜਿਹਦੇ 'ਚੋਂ ਜ਼ਿਕਰ ਕਰਦੇ ਆ ਵੀ ਮੇਰੀ ਪੌਣੇ 70 ਸਾਲ ਦੇ ਲਾਗੇ ਬੰਨੇ ਉਮਰ ਹੋ ਗਈ ਹੈ। ਕਹਿੰਦੇ ਵੀ 5-4 ਸਾਲ ਹੀ ਹੋ ਰਿਹਾ ਮੇਰੇ ਕੋਲੇ, ਅਤੇ ਉਹ ਕਹਿੰਦੇ ਵੀ ਆਹ ਇੱਕ ਮੌਕਾ ਆਇਆ SGPC ਇਲੈਕਸ਼ਨ ਦਾ, ਕਿਉਂਕਿ ਉਹ SGPC ਇਲੈਕਸ਼ਨ ਵੀ ਇਸ ਕਰਕੇ ਪ੍ਰਚਾਰ ਕਰਨ ਲੱਗ ਪਏ। ਉਹ ਕਹਿੰਦੇ ਵੀ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ, ਅਤੇ ਜੇ ਤੁਹਾਨੂੰ ਨਾ ਯਕੀਨ ਹੋਇਆ, ਨਾ ਮੈਂ ਕੁਛ ਕਰ ਸਕਿਆ, ਤਾਂ ਮੈਂ ਪਾਸੇ ਹੋ ਜਾਊਂਗਾ। ਨਾਲ ਫਿਰ ਉਹ ਗੱਲ ਕਰਦੇ ਕਰਦੇ ਅਗਲੀ ਗੱਲ ਵੀ ਉਹਨਾਂ ਨੇ ਕਰ ਦਿੱਤੀ। ਉਹ ਕਹਿੰਦੇ ਵੀ ਯਾਰ ਜੇ ਤੁਹਾਨੂੰ ਇਹ ਲੱਗਦਾ ਨਾ ਵੀ ਮੈਨੂੰ ਤੁਸੀਂ ਵੀ ਨਹੀਂ ਚੁਣਨਾ ਜਾਂ ਸਾਨੂੰ ਨਹੀਂ ਚੁਣਨਾ, ਤਾਂ ਘੱਟੋ ਘੱਟ ਵੋਟ ਆਪਣੀ ਜ਼ਰੂਰ ਬਣਾਓ ਐਜ਼ ਏ SGPC ਦੇ ਵਿੱਚ, ਤੁਹਾਡੀ ਐਜ਼ ਏ ਵੋਟਰ ਵੋਟ ਜ਼ਰੂਰ ਹੋਵੇ, ਤਾਂ ਜੋ ਜਿਹੜੀਆਂ ਵੱਧ ਤੋਂ ਵੱਧ ਵੋਟਾਂ ਨੇ ਉਹ ਪੋਲ ਹੋਣ। ਐਟਲੀਸਟ ਜਿਹਨੂੰ ਵੀ ਤੁਸੀਂ ਚੁਣੋ ਪਤਾ ਤੇ ਹੋਵੇ ਆਮ ਸਿੱਖਾਂ ਨੂੰ ਵੀ ਯਾਰ ਇਹ ਲੋਕ ਸਿੱਖਾਂ ਦੀਆਂ ਵੋਟਾਂ ਦੇ ਨਾਲ ਚੁਣੀ ਹੋਈ ਸੰਸਥਾ ਹੈ। ਜਿਹੜਾ ਕਹਿੰਦੇ ਵੀ ਆਪਾਂ ਉਧਰ ਵਾਲੇ ਪਾਸੇ ਧਿਆਨ ਨਹੀਂ ਦਿੰਦੇ, ਆਪਾਂ ਵੋਟ ਬਣਾਉਂਦੇ ਨਹੀਂ, ਨਾ ਵੋਟ ਪਾਉਂਦੇ ਆ, ਉਹ ਕਿਤੇ ਨਾ ਕਿਤੇ ਸਿੱਖੀ ਦਾ ਘਾਣ ਹੋ ਰਿਹਾ। ਇਸ ਚੀਜ਼ ਤੋਂ ਬਚੀਏ। ਸੰਧਾਲੀਆ ਸਾਹਿਬ, ਪਿਛਲੇ ਦਿਨੀ ਇੱਕ ਬੈਠਕ ਵੀ ਹੋਈ ਸੀ ਨਾ, ਇੱਕ ਚਰਚਾ ਵੀ ਚੱਲੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਢੀਂਡਸਾ ਸਾਹਿਬ, ਭਾਈ ਰਣਜੀਤ ਸਿੰਘ ਹੋਰਾਂ ਦੇ ਪ੍ਰਤੀਨਿਧ, ਰਵਿੰਦਰ ਸਿੰਘ ਹੋਰੀ, ਸੰਤ ਸਮਾਜ ਦੇ ਕੁਝ ਸੱਜਣ, ਉਹ ਇਕੱਠੇ ਹੋਏ, SGPC ਇਲੈਕਸ਼ਨ 'ਤੇ ਚਰਚਾ ਹੋਈ। ਅਤੇ ਆਪਾਂ ਕਈ ਵਾਰ ਗੱਲ ਕੀਤੀ ਕਿ SGPC ਇਲੈਕਸ਼ਨ ਜਿੱਤਣ ਦਾ ਬੇਸ ਨਹੀਂ ਵੋਟਾਂ ਬਣਾਉਣ ਦੀ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਲ ਤਾਂ ਹਰ ਪਿੰਡ ਦੇ ਵਿੱਚ ਉਹਨਾਂ ਦੀ ਜਥੇਬੰਦੀ ਹੈਗੀ ਆ, ਉਹ ਬਣਾ ਲੈਂਦੇ ਆ। ਭਾਈ ਰਣਜੀਤ ਸਿੰਘ ਹੋਰਾਂ ਨੂੰ ਪਤਾ ਹੈ ਕਿ ਹਾਲਾਂਕਿ ਉਹ ਇੱਕੋ ਇੱਕ ਲੀਡਰ ਨੇ ਜਿਹੜੇ ਪਿਛਲੇ 2-2.5 ਸਾਲ ਤੋਂ ਲਗਾਤਾਰ ਪ੍ਰਚਾਰ 'ਚ ਨੇ, ਉਹਨਾਂ ਦੇ ਬਹੁਤ ਸਾਰੀ ਜਗ੍ਹਾ 'ਤੇ ਹਮਾਇਤੀ ਹੈਗੇ ਆ, ਪਰ ਅਜੇ ਵੀ ਹਰ ਇੱਕ ਪਿੰਡ ਦੇ ਵਿੱਚ ਉਹਨਾਂ ਦਾ ਜਥੇਬੰਦਕ ਢਾਂਚਾ ਉਹਨਾਂ ਨੇ। ਉਹਨਾਂ ਨੂੰ ਪਤਾ ਕਿ ਮੇਰਾ ਕੰਮ ਅਪੀਲ 'ਤੇ ਹੀ ਚੱਲਣਾ, ਕਿ ਜੇ ਲੋਕ ਆਪਣੇ ਆਪ ਉੱਠ ਪਏ ਤਾਂ ਕੰਮ ਸੂਤ ਆਉਣਾ, ਨਹੀਂ ਤਾਂ ਨਹੀਂ ਆਉਣਾ। ਪਰ ਐਤਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸੰਧਾਲੀਆ ਸਾਹਿਬ ਦਿਲਚਸਪ ਜ਼ਰੂਰ ਹੋਊਗੀ, ਕਿਉਂਕਿ ਉਹਨਾਂ ਨੇ ਤਾਂ ਬਹੁਤ ਸਾਰੇ ਘਪਲੇ ਵੀ ਕੱਢ ਕੇ ਸਾਹਮਣੇ ਲਿਆਂਦੇ। ਕਹਿੰਦੇ ਜੀ ਆ ਵੀ ਪਤਾ ਲੱਗਾ 70 ਦੁਕਾਨਾਂ ਇੱਕ ਦਿਨ ਉਹ ਮਸਲਾ ਕੱਢ ਕੇ ਲਿਆਈ ਸੀ। ਹੋਰ ਕੋਈ ਵੀ ਲੀਡਰ, ਭਾਵੇਂ ਉਹ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ ਪਾਰਟੀ ਹੈ, ਹੋਰ ਬੜੇ ਪੰਥਕ ਦਲ ਨੇ, ਕੋਈ ਵੀ ਲੀਡਰ ਇੰਨੀ ਸ਼ਿੱਦਤ ਦੇ ਨਾਲ ਲਗਾਤਾਰ ਲੋਕਾਂ 'ਚ ਨਹੀਂ ਵਿਚਰ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ ਤੋਂ ਬਿਨਾਂ, ਜਿੰਨਾ ਭਾਈ ਰਣਜੀਤ ਸਿੰਘ ਵਿਚਰ ਰਿਹਾ। ਨਹੀਂ, ਬਾਕੀ ਚਲੋ ਮੈਨੂੰ ਲੱਗਦਾ ਵੀ ਅਪੀਲ ਉਹਨਾਂ ਦੀ ਸਹੀ ਹੈ ਕਿ ਵੀ ਜੇ ਆਪਾਂ ਕਹਿੰਦੇ ਹਾਂ ਵੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ SGPC, ਉਹਦੀਆਂ ਜੇ ਚਲੋ ਇੱਕ ਦਹਾਕੇ ਤੋਂ ਬਾਅਦ ਜਾ ਕੇ ਕਿਤੇ ਵੋਟਾਂ ਪੈਣੀਆਂ ਨੇ, ਇਲੈਕਸ਼ਨ ਹੋਣੀ ਆ, ਤਾਂ ਐਟਲੀਸਟ ਸਿੱਖ ਭਾਈਚਾਰਾ ਵੋਟਾਂ ਬਣਾਵੇ ਤੇ ਤਾਂ ਜੋ ਪਾਈਆਂ ਜਾ ਸਕਣ। ਚਲੀਏ ਹੁਣ ਆਪਾਂ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਫੀਡਬੈਕ ਆਪਣੀ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।